ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ। ਹਾਂਜੀ ਪਿਆਰੇ ਦਰਸ਼ਕੋ, ਨਿੱਘੀ ਜੀ ਆਇਆਂ ਨੂੰ। ਤੇ ਅੱਜ ਅਸੀਂ ਉਹ ਮਸਲੇ ਪੇਸ਼ ਕਰ ਰਹੇ ਹਾਂ ਤੇ ਮੇਰੇ ਨਾਲ ਖੰਨਾ ਜੀ ਬੈਠੇ ਨੇ। ਤੇ ਖੰਨਾ ਜੀ, ਅੱਜ ਜਿਹੜੀ ਮਸਲਿਆਂ ਦੀ ਫਰਿਸ਼ਤ ਆ, ਪਹਿਲਾਂ ਉਹ ਪੇਸ਼ ਕਰ ਦਿਓ ਕੀ ਹੈਗਾ, ਫਿਰ ਵਨ ਬਾਈ ਵਨ ਆਪਾਂ ਸਾਰੇ ਮਸਲਿਆਂ ਨੂੰ ਸਾਂਝਾ ਕਰਕੇ ਤੇ ਦਰਸ਼ਕਾਂ ਨੂੰ ਥੋੜਾ ਜਿਹਾ ਗਿਆਨ ਦਈਏ ਕਿ ਆਹ ਹੋ ਰਿਹਾ। ਬਿਲਕੁਲ। ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਅਮਰੀਕਾ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟ GPT। ਹੋਇਆ ਕਿ ਬਲਕਾਰ ਜੀ, ਮਸ਼ੀਨਾਂ ਆਈਆਂ, ਮਸ਼ੀਨਾਂ ਨੇ ਕਈਆਂ ਦੀ ਨੌਕਰੀਆਂ ਖੋਹ ਲਈਆਂ, ਕੰਪਿਊਟਰਸ ਨੇ ਖੋਹ ਲਈਆਂ, ਪਰ ਚੈਟ GPT ਇਹ ਜਿਹੜੀਆਂ ਉੱਪਰ ਬੈਠੀਆਂ ਵੱਡੀਆਂ ਵੱਡੀਆਂ ਕੰਪਨੀਆਂ ਦੀਆਂ ਪੋਸਟ ਨੇ, ਜਿਵੇਂ CEO ਬੈਠੇ ਨੇ ਵੱਡੇ ਵੱਡੇ ਨੇ, ਇਹ ਉਹਨਾਂ ਵਾਸਤੇ ਖਤਰਾ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ। ਇਸ ਕਰਕੇ ਅਮਰੀਕਨਸ ਦੀ ਜਿਹੜੀ ਚਿੰਤਾ ਵਧੀ ਹੋਈ ਹੈ, ਇਹਦੇ ਬਾਰੇ ਆਪਾਂ ਡਿਟੇਲ 'ਚ ਡਿਸਕਸ ਕਰਦੇ ਹਾਂ। ਬਾਕੀ ਰਿਹਾ, ਪਹਿਲਵਾਨਾਂ ਵੱਲੋਂ ਸਰਕਾਰ ਨੂੰ 21 ਮਈ ਤੱਕ ਅਲਟੀਮੇਟਮ ਦਿੱਤਾ ਹੋਇਆ, ਜੋ ਜੰਤਰ ਮੰਤਰ ਤੇ ਬੈਠੇ ਨੇ। ਤੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਕਹਿੰਦੇ ਨੇ ਕਿ ਕਰਨਾਟਕ ਨੂੰ ਭਾਰਤ ਨਾਲੋਂ ਤੋੜਨ ਦੀ ਜਿਹੜੀ ਸਾਰੀ ਗੱਲਬਾਤ ਹੈ ਉਹਦੀ ਵਕਾਲਤ ਕਰਦੀ ਪਈ ਹੈ ਕਾਂਗਰਸ, ਕਿਉਂਕਿ ਚੋਣਾਂ ਡਿਊ ਨੇ, ਤਾਂ ਇਹ ਸਾਰੀਆਂ ਗੱਲਾਂ ਹੁੰਦੀਆਂ ਪਈਆਂ ਨੇ। ਜ਼ਿਮਨੀ ਚੋਣਾਂ ਜਲੰਧਰ ਦੀਆਂ ਜੋ ਹੋਣ ਜਾ ਰਹੀਆਂ ਨੇ, ਚੌਧਰੀ ਸੰਤੋਖ ਸਿੰਘ ਜੀ ਦੀ ਜੋ ਸੀਟ ਖਾਲੀ ਹੋਈ, ਉਹ ਅੱਜ 6 ਵਜੇ ਤੱਕ ਪ੍ਰਚਾਰ ਕਰ ਸਕਦੀਆਂ ਪਾਰਟੀਆਂ। ਉਸ ਤੋਂ ਬਾਅਦ ਪ੍ਰਚਾਰ ਬੰਦ ਹੈ, ਕਿਉਂਕਿ 10 ਤਰੀਕ ਤੋਂ ਇਲੈਕਸ਼ਨਸ ਹੋਣੀਆਂ ਨੇ। ਹੁਣ ਕਿ ਸਾਰੇ ਨੇਤਾ ਬੜੇ ਇੱਥੇ ਹੁਮਾ ਕੇ ਪਹੁੰਚੇ ਹੋਏ ਨੇ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭ੍ਰਸ਼ਟਾਚਾਰ ਮਾਮਲੇ ਤੇ ਪ੍ਰਧਾਨ ਮੰਤਰੀ ਨੂੰ ਘੇਰਿਆ ਕਿ ਤੁਹਾਡੀ ਸਰਕਾਰ ਦੇ ਵਿੱਚ ਵੀ ਭ੍ਰਸ਼ਟ ਲੋਕ ਬੈਠੇ ਨੇ। ਕੇਜਰੀਵਾਲ ਤਾਂ ਪਹਿਲਾਂ ਹੀ ਇਹ ਗੱਲਾਂ ਕਰਦੇ ਪਏ ਨੇ। ਬਾਕੀ ਰਿਹਾ ਬਾਗ ਸਕੈਂਡਲ ਦੀ ਗੱਲ ਕਰਾਂਗੇ ਕਿ ਉਹਦੇ 'ਚ ਪੰਜਾਬ ਦੇ ਉੱਚ ਅਧਿਕਾਰੀਆਂ ਦੇ ਉੱਤੇ ਕਿਵੇਂ ਤਲਵਾਰ ਲਟਕੀ ਹੈ। ਤੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਬਲਕੌਰ ਸਿੰਘ ਜੀ ਕਹਿੰਦੇ ਨੇ ਕਿ ਪੰਜਾਬ ਸਰਕਾਰ ਸਾਨੂੰ ਇਨਸਾਫ ਦਿਵਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੀ। ਬਾਕੀ ਰਿਹਾ ਕਿ ਬਿਕਰਮਜੀਤ ਸਿੰਘ ਮਜੀਠੀਆ ਵੀ ਗੱਲ ਕਰ ਰਹੇ ਨੇ ਕਿ ਮੁੱਖ ਮੰਤਰੀ ਬਚਾ ਰਹੇ ਨੇ ਦੋਸ਼ੀ ਜਿਹੜੇ ਕਟਾਰੂ ਚੁੱਕ ਨੇ। ਕਟਾਰੂ ਚੁੱਕ ਉਹਨਾਂ ਨੇ ਕੋਈ ਸੈਕਸ਼ੂਅਲ ਹੈਰਾਸਮੈਂਟ ਕਿਸੇ ਨੂੰ ਕੀਤਾ ਹੈ, ਉਹਦੇ ਵਿੱਚ ਉਹਨਾਂ ਦੀ ਪ੍ਰੋਟੈਕਸ਼ਨ ਕਰਦੇ ਪਏ ਨੇ। ਸੋ ਪਾਕਿਸਤਾਨ ਨਾਲ ਵੀ ਸਾਡਾ ਖਹਿਬਾਜ਼ੀ ਚੱਲਦੀ ਰਹਿੰਦੀ ਹੈ ਜੀ। ਤੇ ਬਾਕੀ ਰਿਹਾ ਇੱਕ ਜਿਹੜੇ ਚੰਡੀਗੜ੍ਹ ਦੇ ਵਿੱਚ ਐਲਾਨ ਹੋਏ ਨੇ ਕਿ 2 ਵੀਲਰਸ ਦੇ ਲਈ, ਕਿ 2 ਪਹੀਆ ਵਾਹਨ ਜਿਹੜੇ ਨੇ ਉਹਦੇ ਲਈ ਖਾਸ ਫੈਸਲੇ ਲਿੱਤੇ ਜਾਣਗੇ। ਉਸ ਦੇ ਸਾਰੇ ਤਮਾਮ ਮਸਲੇ ਆਪਾਂ ਲੈਣੇ ਨੇ। ਸ਼ੁਰੂਆਤ ਆਪਾਂ ਕਰਦੇ ਹਾਂ ਅਮਰੀਕਾ ਤੋਂ ਕਿ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਚੈਟ GPT ਕਰਕੇ ਸਭ ਨੂੰ ਪ੍ਰੋਬਲਮਸ ਹੋਈਆਂ ਨੇ, ਔਰ ਵੱਡੀਆਂ ਵੱਡੀਆਂ ਕੰਪਨੀਆਂ ਦੇ ਜਿਹੜੇ CEO ਨੇ, ਜਿਵੇਂ ਗੂਗਲ ਦਾ CEO, ਇੱਦਾਂ ਵੱਡੀਆਂ ਵੱਡੀਆਂ ਕੰਪਨੀਆਂ ਦੇ CEO ਨੇ, ਉਹਨਾਂ ਨੂੰ ਖਤਰਾ ਬਣਿਆ ਹੋਇਆ ਕਿ ਪਹਿਲਾਂ ਜਿਹੜੇ ਕੰਪਿਊਟਰ ਸੀ ਉਹ ਵਾਈਟ ਕਾਲਰ ਜੌਬ, ਬਲੂ ਕਾਲਰ ਜੌਬ ਇੱਥੇ ਤੱਕ ਆਉਂਦੇ ਸੀਗੇ, ਪਰ ਇਹ ਤਾਂ ਹੁਣ ਬਿਗ ਸ਼ਾਟਸ ਨੂੰ ਵੀ ਹਿਲਾਉਣ ਲੱਗੀਆਂ ਨੇ ਚੈਟ GPT ਆਰਟੀਫਿਸ਼ੀਅਲ ਇੰਟੈਲੀਜੈਂਸ। ਜੀ ਬਲਕਾਰ ਜੀ। ਹਾਂ, ਇਹ ਸਿਸਟਮ ਜਿਹੜਾ ਹੈਗਾ ਆਰਟੀਫਿਸ਼ੀਅਲ ਇੰਟੈਲੀਜੈਂਸ, ਇਹਦੇ ਵਿੱਚ ਸਾਰੇ ਦੇਸ਼ਾਂ 'ਚ ਫੈਲ ਗਿਆ, ਪਰ ਇਹ 'ਚ ਪਹਿਲ ਕਦਮੀ ਕੀਤੀ ਹੈ ਅਮਰੀਕਾ ਨੇ। ਉਹਨੂੰ ਬੰਦ ਕਰਨ ਲਈ ਬਹੁਤ ਲੋਕਾਂ ਨੇ ਅਸਤੀਫੇ ਦੇ ਦਿੱਤੇ ਉੱਥੇ, ਔਰ ਕੰਪਨੀਆਂ ਦੇ ਜਿਹੜੇ ਵੀ ਜਿੰਨੇ CEO ਸੀ, ਸਾਰਾ ਕੁਝ ਸੀਗਾ ਕੰਪਨੀਆਂ ਦੇ ਵਿੱਚ, ਇਹਨਾਂ ਨੇ ਸੰਭਾਲ ਲਿਆ ਕੰਮ। ਇਹਦਾ ਪ੍ਰਭਾਵ ਪਿਆ ਬੁਰਾ ਪਬਲਿਕ 'ਤੇ, ਲੋਕਾਂ ਦੀ ਨੌਕਰੀਆਂ ਖੁੱਸ ਗਈਆਂ ਔਰ ਮਨੀ ਇਨਫਲੇਸ਼ਨ ਹੋ ਗਿਆ, ਪੈਸੇ ਦਾ ਬਹਾਵ ਜ਼ਿਆਦਾ ਹੋ ਗਿਆ। ਉਹਦੇ ਵਿੱਚ ਜਿਹੜੀ ਆਊਟਪੁੱਟ ਆ ਉਹ ਜ਼ੀਰੋ ਆ ਰਹੀ ਆ, ਉਹਦੇ ਵਿੱਚ ਹੇਰਾ ਫੇਰੀਆਂ ਬਹੁਤ ਹੋ ਰਹੀਆਂ, ਪੈਸੇ ਟ੍ਰਾਂਜੈਕਸ਼ਨ ਦੇਣੀ ਇੱਕ ਦੂਜੇ ਨੂੰ। ਬੈਂਕਾਂ ਉੱਥੋਂ ਦੀਆਂ ਬਿਲਕੁਲ ਕਈ ਬੈਂਕਾਂ ਦਾ ਡਿੱਗ ਪਈਆਂ, ਉਹ ਬੈਂਕਾਂ ਦੇ ਵਿੱਚ ਜਿਹੜੇ ਫਾਈਨੈਂਸ਼ੀਅਲ ਉਹਨਾਂ ਦਾ ਸਟੇਟਸ ਸੀ ਉਹ ਬਿਲਕੁਲ ਡਿੱਗ ਪਿਆ। ਇਸੇ ਕਰਕੇ ਅਮਰੀਕਾ ਦੀ ਆਰਥਿਕ ਵਿਵਸਥਾ ਜਿਹੜੀ ਹੈ ਬਿਲਕੁਲ ਡਾਊਨ ਚਲੇਗੀ, ਕਿਉਂਕਿ ਜਿਹੜਾ ਸੁਪਰ ਕੰਟਰੀ ਹੈ ਜਿਹਦਾ ਡਾਲਰ ਹੀ ਸਾਰੀ ਕੰਟਰੀਆਂ 'ਚ ਚੱਲਦਾ ਸੀਗਾ, ਸਾਰੀ ਕੰਟਰੀਆਂ ਦੇ ਵਿੱਚ ਉਹਦੇ 'ਚ ਡਾਲਰ ਨੂੰ ਜਾਂਦਾ ਸੀਗਾ, ਔਰ ਜਦੋਂ ਡਾਲਰ ਅਮਰੀਕਾ ਦਾ ਉੱਪਰ ਜਾਂਦਾ ਸੀਗਾ ਤਾਂ ਇੰਡੀਆ ਦਾ ਉਦੋਂ ਬਾਅਦ ਪਿੱਛੇ ਡਿੱਗ ਪੈਂਦਾ ਸੀਗਾ। ਪਰ ਇਸ ਵੇਲੇ ਜਿਹੜੀ ਹਾਲਾਤ ਬਣ ਗਏ ਆ, ਉਸ ਹਾਲਾਤ ਨੇ ਇਸ ਸਿਸਟਮ ਦੇ ਵਿੱਚ ਜਿਹੜਾ ਪੈ ਕੇ ਲੋਕਾਂ ਦੇ ਲਈ ਬਹੁਤ ਬੁਰੇ ਪ੍ਰਭਾਵ ਕੀਤੇ ਆ। ਜਿਹੜੇ ਲੋਕ ਸਟੂਡੈਂਟ ਜਿਹੜੇ ਉੱਥੇ ਹੈਗੇ ਜਾਂ ਕੰਮ ਕਾਰ ਕਰਨ ਵਾਲੇ ਹੱਥਾਂ ਨਾਲ, ਉਹਨਾਂ 'ਤੇ ਬਹੁਤ ਮਾੜੀ ਹਾਲਤ ਹੋ ਗਈ ਹੈ। ਜੀ ਬਿਲਕੁਲ, ਮਸ਼ੀਨਾਂ ਨੇ ਕੰਮ ਸੰਭਾਲ ਲਿਆ। ਮਸ਼ੀਨਾਂ ਨੇ, ਇਹ ਤੁਹਾਨੂੰ ਪਤਾ ਹੋਣਾ, ਰਸ਼ੀਆ 'ਚ 1917 'ਚ ਇੱਦਾਂ ਦੀ ਕ੍ਰਾਂਤੀ ਆਈ ਸੀਗੀ, ਅਕਤੂਬਰ ਦੀ ਕ੍ਰਾਂਤੀ, ਲੈਨਨਵਾਦ ਜਦੋਂ ਸ਼ੁਰੂ ਹੋ ਗਿਆ ਸੀ, ਉਦੋਂ ਮਜ਼ਦੂਰ ਤੇ ਕਿਸਾਨਾਂ ਨੇ ਰਲ ਕੇ ਸਾਰੇ ਜਿੰਨੇ ਵੀ ਉੱਥੋਂ ਦੇ ਪੈਰੋਕਾਰ ਸੀਗੇ, ਜਿੰਨੇ ਅਧਿਕਾਰੀ ਸੀਗੇ, ਕਿੱਕਰਾਂ ਨਾਲ ਟੰਗ 'ਤੇ ਸੀ। ਇੰਨਾ ਕੁਛ ਹੋ ਗਿਆ ਸੀ, ਇੰਨੀ ਵੱਡੀ ਬਗਾਵਤ ਹੋਈ ਸੀ। ਉਹਦੇ ਬਾਅਦ ਮਸ਼ੀਨੀਕਰਨ ਹੋ ਗਿਆ, ਪੂਰੇ ਕੰਟਰੀਆਂ 'ਚ ਨਹੀਂ, ਪੂਰੇ ਵਿਸ਼ਵ ਵਿੱਚ ਹੀ ਸਾਰਾ ਮਸ਼ੀਨੀ ਆ ਗਈ। ਮੈਨੂਅਲ ਕੰਮ ਦਾ ਜਿਹੜਾ ਖੱਪਾ ਪੈ ਗਿਆ, ਘਾਟਾ ਪੈ ਗਿਆ। ਅੱਜ ਵੀ ਜਿਹੜਾ ਮੈਨੂਅਲ ਹੱਥਾਂ ਨਾਲ ਕੰਮ ਕਰਦੇ ਜੀ, ਉਹਦੀ ਜਿਹੜੀ ਕੀਮਤ ਆ ਜ਼ਿਆਦਾ ਆ ਗਈ ਹੈ। ਤੁਸੀਂ ਇੰਗਲੈਂਡ ਚਲ ਜਾਓ, ਸਵਿਟਜ਼ਰਲੈਂਡ ਚਲ ਜਾਓ, ਅਮਰੀਕਾ ਚਲ ਜਾਓ, ਕੰਮ ਜਿਹੜਾ ਕਰ ਰਿਹਾ, ਪਰ ਲੋਕ ਵਿਹਲੜ ਹੋ ਗਏ ਬਹੁਤ ਜ਼ਿਆਦਾ। ਇਹਨਾਂ ਮਸ਼ੀਨਾਂ ਨੇ ਵਿਹਲੜ ਕਰ ਦਿੱਤੇ। ਤੁਸੀਂ ਬੈਂਕ ਜਾਓ, ਮਸ਼ੀਨਾਂ ਹੀ ਗਿਣਦੀਆਂ। ਤੁਸੀਂ ਟ੍ਰਾਂਜੈਕਸ਼ਨ ਕਰਨੀ ਹੈ ਕਾਪੀ ਦੀ, ਮਸ਼ੀਨ 'ਚ ਪਾ ਦਿਓ, ਸਾਰਾ ਕੁਝ ਹੁੰਦਾ। ਅਕਾਊਂਟੈਂਟ ਸਾਰਾ ਕੁਝ ਉਹਦੇ ਨਾਲ ਹੁੰਦਾ, ਪਰ ਅਕਾਊਂਟਸ ਜਿਹੜੇ ਹੈਗੇ ਉਹਨਾਂ 'ਚ ਹੇਰਾਫੇਰੀ ਹੋ ਰਹੀ ਹੈ, ਅਪਰਾਧਕ ਮਾਮਲੇ ਆ ਗਏ ਆ। ਅਮਰੀਕਾ 'ਚ ਵੀ ਬਹੁਤ ਕੁਝ ਹੋ ਗਿਆ, ਔਰ ਸਾਡੇ ਦਰਸ਼ਕ ਜਾਣਦੇ, ਜਿਹੜੇ ਸਾਡੇ ਖਾਸ ਤੌਰ 'ਤੇ NRI ਵੀਰ ਬੈਠੇ ਉੱਤੇ, ਉਹਨਾਂ ਨੂੰ ਪਤਾ ਹੈਗਾ ਮਹਿੰਗਾਈ ਨੇ ਲੱਕ ਤੋੜ ਦਿੱਤਾ ਉੱਤੇ। ਉਹਦਾ ਪ੍ਰਭਾਵ ਜਿਹੜਾ ਇੰਡੀਆ 'ਤੇ ਵੀ ਪਿਆ, ਕਿਉਂਕਿ ਬਾਹਰੋਂ ਚੀਜ਼ਾਂ ਆਉਂਦੀਆਂ, ਅਸੀਂ ਵੀ ਚੀਜ਼ਾਂ ਭੇਜ ਦਿੰਦੇ। ਐਕਚੁਅਲੀ ਐਲਨ ਮਸਕ, ਉਹਨਾਂ ਦੀ ਮੈਂ ਗੱਲ ਕਰਨਾ ਚਾਹਾਂਗਾ, ਜਿਨ੍ਹਾਂ ਨੇ ਟਵਿੱਟਰ ਨੂੰ ਟੇਕ ਓਵਰ ਕੀਤਾ, ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਇੰਨੀ ਜ਼ਿਆਦਾ ਤਰੱਕੀ ਕਰ ਰਹੀ ਹੈ ਕਿ ਇਹ ਡਿਜ਼ਾਸਟਰਸ ਹੋ ਸਕਦਾ ਹੈ, ਖਤਰਨਾਕ ਹੋ ਸਕਦਾ ਹੈ ਹਿਊਮਨ ਜਨਰੇਸ਼ਨ ਵਾਸਤੇ, ਔਰ ਜ਼ਿਆਦਾ ਸਮਾਰਟ ਹੈ
ਸਾਡੇ ਨਾਲੋਂ, ਕਿਉਂਕਿ ਇੱਕ ਚੀਜ਼ ਕੀ ਹੁੰਦੀ ਕਿ ਸਾਡਾ ਰਾਈਟ ਸਾਈਡ ਦਾ ਬ੍ਰੇਨ, ਸਾਡਾ ਲੈਫਟ ਸਾਈਡ ਦਾ ਬ੍ਰੇਨ, ਜਿਹੜਾ ਸਾਡਾ ਸੱਜਾ ਬ੍ਰੇਨ ਹੈ ਉਹ ਆਰਟਿਸਟਿਕ ਹੈ, ਉਹ ਆਰਟਿਸਟਿਕ ਐਕਟੀਵਿਟੀਜ਼ ਵਾਸਤੇ ਹੈ। ਜਿਹੜਾ ਖੱਬਾ ਬ੍ਰੇਨ ਹੈ ਉਹ ਟੈਕਨੀਕਲ ਚੀਜ਼ਾਂ ਵਾਸਤੇ ਹੈ। ਕੁਦਰਤ ਨੇ ਇੱਦਾਂ ਹੀ ਬਣਾਇਆ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਸਾਡੀ ਕਾਪੀ ਡਿਟੋ ਕਰ ਲਈ ਹੈ ਲੈਫਟ ਸਾਈਡ ਦੇ ਬ੍ਰੇਨ ਦੀ, ਔਰ ਉਹ ਸਾਡੇ ਨਾਲੋਂ ਵੀ ਕਿਤੇ ਜ਼ਿਆਦਾ ਸਮਾਰਟ ਹੋ ਗਈ ਹੈ। ਔਰ ਅੱਗੇ ਜਾ ਕੇ ਇਹ ਵੀ ਹੋ ਸਕਦਾ ਹੈ, ਜੋ ਕਈ ਵਾਰ ਫਿਲਮਸ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਹੈ, ਸਾਇੰਟੀਫਿਕ ਜਿਹੜੀਆਂ ਫਿਕਸ਼ਨਸ ਮੂਵੀ ਨੇ, ਸਾਈ-ਫਾਈ, ਉਹਦੇ ਵਿੱਚ ਕਿ ਮਸ਼ੀਨਾਂ ਨੇ ਪੂਰੀ ਪਲੈਨਟ ਨੂੰ ਟੇਕ ਓਵਰ ਕਰ ਲਿਆ ਔਰ ਇਨਸਾਨਾਂ ਨੂੰ ਆਪਣਾ ਗੁਲਾਮ ਬਣਾ ਲਿਆ। ਸੋ ਐਲਨ ਮਸਕ ਨੇ ਇਹ ਗੱਲ ਕਹੀ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਜਿੰਨੀ ਜ਼ਿਆਦਾ ਸਮਾਰਟ ਹੁੰਦੀ ਜਾ ਰਹੀ ਹੈ, ਉਹ ਇਨਸਾਨਾਂ ਵਾਸਤੇ ਖਤਰਨਾਕ ਵੀ ਹੈ। ਜੌਬਸ ਤਾਂ ਜਾਣਗੀਆਂ ਹੀ, ਉਸ ਤੋਂ ਬਾਅਦ ਕੰਟਰੋਲ ਖਤਮ ਹੋਏਗਾ ਔਰ ਬਹੁਤ ਹੱਦ ਤੱਕ ਅਸੀਂ ਗੁਲਾਮ ਹੋ ਸਕਦੇ ਹਾਂ। ਜਿਵੇਂ ਅਲੈਸਕਾ ਬਣਿਆ ਹੈ, ਅਲੈਸਕਾ ਨੂੰ ਅਸੀਂ ਆਰਡਰ ਦਿੰਦੇ ਹਾਂ, ਕੋਈ ਵੀ ਕੰਮ ਕਰ ਲੈਂਦੀ ਹੈ, ਪਰ ਜੇ ਇਹ ਅਲੈਸਕਾ ਆਪਣੇ ਆਪ ਸੋਚਣਾ ਸ਼ੁਰੂ ਕਰ ਦੇਵੇ, ਆਰਟੀਫਿਸ਼ੀਅਲ ਇੰਟੈਲੀਜੈਂਸ ਆਪਣੇ ਆਪ ਸੋਚਣਾ ਸ਼ੁਰੂ ਕਰ ਦੇਵੇ, ਇਹਨੂੰ ਸਾਡੀ ਲੋੜ ਨਹੀਂ ਪੈਣੀ, ਇਹ ਇੱਕ ਦੂਜੇ ਨੂੰ ਆਪਣੇ ਆਪ ਕਮਾਂਡ ਦੇ ਕੇ ਆਪਣੀ ਫੋਰਸ ਖੜੀ ਕਰ ਸਕਦੀ ਹੈ। ਇੱਕ ਨਵੀਂ ਜਾਤੀ ਖੜੀ ਹੋ ਸਕਦੀ ਹੈ, ਨਵੀਂ ਕਲੈਨ ਖੜੀ ਹੋ ਸਕਦੀ ਹੈ, ਨਵੀਂ ਸਪੀਸ਼ੀਜ਼ ਖੜੀ ਹੋ ਸਕਦੀ ਹੈ, ਜੋ ਮਸ਼ੀਨਾਂ ਦੀ ਸਪੀਸ਼ੀਜ਼ ਹੋਏਗੀ। ਔਰ ਇੱਕ ਬੜੀ ਪੁਰਾਣੀ ਫਿਲਮ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ, ਜੋ ਸਟੀਵਨ ਸਪੀਲਬਰਗ ਨੇ ਬਣਾਈ ਸੀ, ਉਹਦੇ 'ਚ ਖਾਸ ਤੌਰ 'ਤੇ ਉਹਨਾਂ ਨੇ ਚੀਜ਼ ਦਿਖਾਈ ਸੀ ਕਿ ਇਟ ਕੈਨ ਬੀ ਡੇਂਜਰਸ। ਸੋ ਕਿਤੇ ਨਾ ਕਿਤੇ ਇੱਕ ਚੈੱਕ ਲੱਗਣਾ ਚਾਹੀਦਾ ਹੈ। ਦਰਸ਼ਕਾਂ ਦੀ ਜਾਣਕਾਰੀ 'ਚ ਇਜ਼ਾਫਾ ਕਰਦੀ ਹੈ। ਸਾਰਾ ਕੁਝ ਹੈਗਾ ਕਿ ਜਿਹੜਾ ਕੰਪਿਊਟਰ ਦਾ ਯੁੱਗ ਹੈ ਨਾ, ਕੰਪਿਊਟਰ ਦਾ ਜਿਹੜਾ ਬੇਸ ਹੈਗਾ, ਇਹ ਆਧਾਰਿਤ ਕੰਪਿਊਟਰ ਨਾਲ ਜਦੋਂ ਸ਼ੁਰੂ ਹੋਇਆ। ਕੰਪਿਊਟਰ ਸਭ ਤੋਂ ਪਹਿਲਾਂ ਅਮਰੀਕਾ ਔਰ ਇਹਨਾਂ ਜਿਹੜੀਆਂ ਵਿਕਾਸਸ਼ੀਲ ਕੰਟਰੀਆਂ, ਵਿਕਾਸ ਕਰ ਚੁੱਕੀਆਂ ਕੰਟਰੀਆਂ, ਉਹਨਾਂ 'ਚ ਆਇਆ। ਉਹਦੇ ਬਾਅਦ ਜਿਹੜਾ ਬਾਹਰਲੀਆਂ ਕੰਟਰੀਆਂ, ਦੂਜੀਆਂ ਕੰਟਰੀਆਂ 'ਚ ਆ ਗਿਆ। ਉਹਦੇ ਵਿੱਚ ਜਿੱਦਾਂ ਮੋਬਾਈਲ ਆਇਆ ਸੀਗਾ, ਚਾਈਨਾ ਤੋਂ ਸ਼ੁਰੂ ਹੋ ਕੇ ਅਮਰੀਕਾ 'ਚ ਸਾਰਿਆਂ 'ਚ ਆ ਗਿਆ। ਜਦੋਂ ਘਸਪਿਟ ਗਿਆ ਉਦੋਂ ਇੰਡੀਆ 'ਚ ਆ ਗਿਆ। ਇਹਦੇ ਨਾਲ ਵੀ ਸਾਰਾ ਕੁਝ ਜੋ ਕੁਝ ਹੋਇਆ, ਇਹਦੇ ਨਾਲ ਜੋ ਪ੍ਰਭਾਵਸ਼ਾਲੀ ਕੰਮ ਸੀ ਉਹ ਰੁਕ ਗਏ। ਜਿਹੜੇ ਲੋਕ ਚੰਗੇ ਕੰਮ ਕਰਦੇ ਸੀ ਉਹਨਾਂ ਦੇ ਕੰਮ ਰੁਕ ਗਏ, ਮੈਨੂਅਲ ਕੰਮ ਕਰਨ ਵਾਲੇ ਰੁਕ ਗਏ। ਔਰ ਇਸ ਬੁਰੇ ਪ੍ਰਭਾਵ ਨੇ ਲੋਕਾਂ ਨੂੰ ਜਿਹੜਾ ਖਤਰੇ ਦੀ ਘੰਟੀ ਵਜਾ ਦਿੱਤੀ। ਹੁਣ ਇਸ ਵੇਲੇ ਵੱਜ ਰਹੀ ਘੰਟੀ ਅਮਰੀਕਾ 'ਚ। ਉਹਨਾਂ ਨੇ ਕਿਹਾ, ਜਿੰਨੇ ਸਾਇੰਟਿਸਟ ਆ, ਜਿੰਨੇ ਕੰਪਿਊਟਰ ਦੇ ਵਿਗਿਆਨੀ, ਉਹਨਾਂ ਨੇ ਕਹਿ ਦਿੱਤਾ ਕਿ ਜੇ ਨਹੀਂ ਰੋਕਾਂਗੇ, ਜੇ ਇਹਨੂੰ ਨਹੀਂ ਬੰਦ ਕਰਾਂਗੇ ਤਾਂ ਆਉਣ ਵਾਲਾ ਸਮਾਂ ਇੰਨਾ ਡੇਂਜਰਸ ਹੋ ਜਾਊਗਾ, ਸਾਨੂੰ ਕੰਟਰੋਲ ਕਰਨਾ ਔਖਾ ਹੋ ਜਾਣਾ। ਐਕਚੁਅਲੀ ਇੱਕ ਚੈੱਕ ਚਾਹੀਦਾ ਇਹਦੇ ਉੱਤੇ, ਕਿਉਂਕਿ ਜਿੱਦਾਂ ਕਲੋਨ ਬਣਾਏ ਜਾ ਰਹੇ ਨੇ, ਜਿੱਦਾਂ ਰੋਬੋਟਸ ਬਣਾਏ ਜਾ ਰਹੇ ਨੇ, ਉਹ ਕਿਤੇ ਜ਼ਿਆਦਾ ਇੰਟੈਲੀਜੈਂਟ ਨੇ ਸਿਕਿਉਰਿਟੀ ਪਰਪਸ ਵਾਸਤੇ ਜਾਂ ਕਿਸੇ ਇੱਦਾਂ ਦੇ ਕੰਮ ਵਾਸਤੇ ਜਿੱਥੇ ਇਨਸਾਨਾਂ ਦਾ ਕੰਮ ਕਰਨਾ ਖਤਰਨਾਕ ਹੈ, ਉੱਥੇ ਮਸ਼ੀਨਾਂ ਕੰਮ ਕਰਨ। ਇੱਕ ਲਿਮਿਟ ਹੈ, ਪਰ ਜੇ ਬਿਲਕੁਲ ਇਹਨਾਂ ਨੇ ਟੇਕ ਓਵਰ ਕਰ ਲਿਆ ਤਾਂ ਕਿਤੇ ਨਾ ਕਿਤੇ ਜਾ ਕੇ ਜੌਬਸ ਵੀ ਜਾ ਰਹੀਆਂ ਨੇ, ਹੋਰ ਵੀ ਕਾਫੀ ਨੁਕਸਾਨ ਹੋ ਸਕਦੇ ਨੇ। ਔਰ ਉਹਨਾਂ ਨੁਕਸਾਨਾਂ ਨੂੰ ਧਿਆਨ 'ਚ ਰੱਖ ਕੇ ਜਿਹੜੇ ਸਾਇੰਟਿਸਟ ਵੀ ਨੇ ਔਰ ਜਿਹੜੇ ਸੋਸ਼ਲ ਸਾਇੰਟਿਸਟ ਵੀ ਨੇ, ਉਹ ਵੀ ਖਾਸ ਕਹਿ ਰਹੇ ਨੇ ਕਿ ਇਹਦੇ ਉੱਤੇ ਖਾਸ ਧਿਆਨ ਦੇਣਾ ਚਾਹੀਦਾ ਹੈ। ਚਲੋ ਆਪਾਂ ਹੁਣ ਸੋਸ਼ਲ ਸਾਇੰਸ ਵੱਲ ਅੱਗੇ ਵਧਦੇ ਹਾਂ। ਸੋਸ਼ਲ ਸਾਇੰਸ ਇਹ ਕਹਿੰਦੀ ਹੈ ਕਿ ਸਭ ਨੂੰ ਕਨਸਟੀਟਿਊਸ਼ਨ ਆਫ ਇੰਡੀਆ ਦੇ ਮੁਤਾਬਿਕ ਸਭ ਨੂੰ ਇਨਸਾਫ ਮਿਲਣਾ ਚਾਹੀਦਾ। ਪਹਿਲਾਂ ਅਸੀਂ ਦੇਖ ਚੁੱਕੇ ਹਾਂ ਕਿਸਾਨ ਅੰਦੋਲਨ ਵੇਲੇ ਵੀ ਕਿੱਦਾਂ ਧਰਨਾ ਦਿੱਤਾ ਗਿਆ, ਔਰ ਧਰਨਾ ਦੇਣਾ ਲੋਕਤੰਤਰ ਦੀ ਪਹਿਚਾਣ ਹੈ, ਅੰਦੋਲਨ ਹੋਣਾ ਲੋਕਤੰਤਰ ਦੀ ਪਹਿਚਾਣ ਹੈ। ਔਰ ਹੁਣ ਪਹਿਲਵਾਨ ਅੰਦੋਲਨ ਕਰ ਰਹੇ ਨੇ, ਕਾਫੀ ਦੇਰ ਤੋਂ ਬੈਠੇ ਹੋਏ ਨੇ ਜੰਤਰ ਮੰਤਰ ਦੇ ਉੱਤੇ, ਉਹ ਵੀ ਸਰੀਰਕ ਸ਼ੋਸ਼ਣ ਦੇ ਖਿਲਾਫ। FIRs ਵੀ ਦਰਜ ਹੋਈਆਂ ਔਰ ਉਹਨਾਂ ਨੇ 21 ਮਈ ਦਾ ਅਲਟੀਮੇਟਮ ਦਿੱਤਾ ਹੋਇਆ ਕਿ ਉਹਨਾਂ ਨੇ ਡੈਡਲਾਈਨ ਦੇ ਦਿੱਤੀ ਆਪਣੇ ਵੱਲੋਂ। ਜੀ ਵੈਸੇ ਜਿਹੜਾ ਪਹਿਲਵਾਨਾਂ ਦਾ ਧਰਨਾ ਚੱਲ ਰਿਹਾ ਜੰਤਰ ਮੰਤਰ 'ਚ, ਬਹੁਤ ਲਟਕ ਗਿਆ, ਬਹੁਤ ਲੰਬਾ ਹੋ ਗਿਆ, ਕਿਉਂਕਿ ਸਰਕਾਰ ਦੇ ਕੰਨਾਂ ਤੋਂ ਜੂੰ ਨਹੀਂ ਸਰਕੀ। ਨਾ ਤਾਂ ਪ੍ਰਧਾਨ ਮੰਤਰੀ ਬੋਲਿਆ, ਨਾ ਬਾਕੀ ਮੰਤਰੀ ਮੰਡਲ 'ਚ ਕੋਈ ਇਹ ਗੱਲਬਾਤ ਹੋਈ ਹੈ। ਔਰ ਬੜੀ ਦੇਰ ਤੋਂ ਆਵਾਜਾਈ ਵੀ ਉੱਥੇ ਠੱਪ ਹੋਈ ਆ। ਔਰ ਜੰਤਰ ਮੰਤਰ ਤੁਹਾਨੂੰ ਪਤਾ ਹੈਗਾ ਕਿ ਬਿਲਕੁਲ ਅਸ਼ੋਕਾ ਰੋਡ ਦੇ ਨਾਲ ਹੈਗਾ, ਪਾਰਲੀਮੈਂਟ ਸਟਰੀਟ ਜਿਹੜੀ ਉਹਦੇ ਵਿੱਚ ਹੀ ਹੈਗਾ। ਔਰ ਉਹਦੇ ਤੋਂ ਤਾਂ ਪਾਰਲੀਮੈਂਟ ਦੇ ਜਿਹੜੇ ਸੈਸ਼ਨ ਹੁੰਦੇ ਆ, ਮੰਤਰੀ ਲੰਘਦੇ ਉੱਧਰ ਦੀ, ਪਤਾ ਵੀ ਹੈ ਸਾਰਿਆਂ ਨੂੰ। ਔਰ ਉਹਦੇ ਵਿੱਚ ਦੂਜਾ ਜਿਹੜਾ ਹੋਇਆ, ਖੱਪ ਪੰਚਾਇਤ ਜਿਹੜੀ ਹੈਗੀ ਆ ਹਰਿਆਣੇ ਦੀ, ਉਹ ਵੀ ਇਹਦੇ ਨਾਲ ਮਿਲ ਗਈ ਆ। ਜਿੰਨੇ ਵੀ ਕਿਸਾਨ ਨੇ ਨੇਤਾ, ਜਿਹੜੇ ਡਕੈਤ ਸਾਹਿਬ ਜੀ, ਇਹ ਸਾਰਾ ਕੁਝ ਉਹਨਾਂ ਨੇ ਉਹਨਾਂ ਨਾਲ ਹਾਂ ਮਿਲਾ ਦਿੱਤੀ ਆ। ਕੱਲ੍ਹ ਹੀ ਜਿੰਨੇ ਵੀ ਨਾਕੇ ਤੋੜ ਕੇ ਜਿਹੜੀਆਂ ਕਿਸਾਨ ਬੀਬੀਆਂ ਉਹ ਅੰਦਰ ਜਾ ਵੜੀਆਂ, ਉਹਨਾਂ ਦੀ ਆਪੋ ਵਿੱਚ ਲੜਾਈ ਹੋਈ ਆ ਇੱਥਾਂ ਦੀ ਦਿੱਲੀ ਪੁਲਿਸ ਨਾਲ। ਔਰ ਇਹਦੇ ਵਿੱਚ ਇਹ ਹੈਗਾ ਕਿ ਸਿਰਫ ਪੰਜਾਬ ਵਿੱਚ ਇਹਦਾ ਪ੍ਰਭਾਵ ਨਹੀਂ ਹੈਗਾ, ਪੂਰੇ ਹਿੰਦੁਸਤਾਨ ਵਿੱਚ ਰੌਲਾ ਪੈ ਗਿਆ, ਕਿਉਂਕਿ ਰਾਜਧਾਨੀ 'ਚ ਬੈਠੇ ਅਗਲੇ ਔਰ ਲੋਕਾਂ ਨੇ ਉੱਥੇ ਆਉਣਾ ਜਾਣਾ, ਬੱਚੇ ਪੜ੍ਹਦੇ ਆ, ਰੋਜ਼ ਦਾ ਰੌਲਾ ਪੈ ਰਿਹਾ। ਇੱਕ ਦਿਨ ਦਾ ਧਰਨਾ ਨਹੀਂ ਗਾ, ਬਹੁਤ ਲੰਬਾ ਧਰਨਾ ਹੋ ਗਿਆ। ਪਰ ਇਹਦੇ ਵਿੱਚ ਜਿੰਨੇ ਹੈਗਾ ਸ਼ੋਸ਼ਣ ਹੋਇਆ, ਜਿਨ੍ਹਾਂ ਦਾ ਜਿਨਸੀ ਸ਼ੋਸ਼ਣ ਕੁੜੀਆਂ ਦਾ, ਉਹਨਾਂ ਨੇ ਜਦੋਂ FIR ਲੌਜ ਕਰਾਈ ਆ, ਉਹ ਭੂਸ਼ਣ ਜੀ ਜੇ ਅੰਦਰ ਨਹੀਂ ਹੋਏ। ਇਹਨਾਂ ਨੇ ਕਹਿਤਾ ਜੇ ਹੁਣ 21 ਮਈ ਤੱਕ ਉਹਨਾਂ ਨੂੰ ਅੰਦਰ, ਬ੍ਰਿਜ ਭੂਸ਼ਣ ਨੂੰ ਅੰਦਰ ਨਹੀਂ ਕੀਤਾ ਤਾਂ ਉਹ ਤੋਂ ਬਾਅਦ ਇਹਦਾ ਕੁਛ ਨਾ ਕੁਛ ਐਸਾ ਬਦਲਾਅ ਕਰਾਂਗੇ, ਅਸੀਂ ਬੜਾ ਕੁਝ ਕਰ ਸਕਦੇ ਹਾਂ, ਪਾਰਲੀਮੈਂਟ ਨੂੰ ਘੇਰਾਂਗੇ। ਉੱਥੋਂ ਤੱਕ ਪਹੁੰਚ ਗਏ ਆ, ਕਿਉਂਕਿ ਉਹ ਵੀ ਗੁੱਸੇ 'ਚ ਹੈਗੇ। ਔਰ ਉਹਨਾਂ ਨੇ ਕਹਿਤਾ, ਦੂਜਾ ਬ੍ਰਿਜ ਭੂਸ਼ਣ ਨੇ ਕਹਿਤਾ ਵਾ ਕਿ ਜੇ ਹਰਿਆਣਾ ਦੀ ਖਾਪ ਪੰਚਾਇਤ ਜਿਹੜੀ ਹੈਗਾ ਉਹਨਾਂ ਨੂੰ ਵੇਟ ਕਰਨੀ ਚਾਹੀਦੀ ਹੈ, ਮੈਂ ਇੱਥੇ ਡਿਸੀਜਨ ਲੈ ਰਿਹਾ, ਮੇਰੀ ਉਹਨਾਂ ਮੰਤਰੀ ਮੰਡਲ ਨਾਲ ਗੱਲ ਹੋ ਰਹੀ ਹੈ। ਜਦੋਂ ਦੇਖੋ ਇੱਕ ਬੰਦੇ 'ਤੇ ਸ਼ੋਸ਼ਣ ਲੱਗਿਆ, FIR ਲੌਜ ਹੋ ਗਈ ਆ, ਦੂਜੀਆਂ ਕੁੜੀਆਂ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸਿਕਿਉਰਿਟੀ ਨਹੀਂ ਦਿੱਤੀ, ਜਿਨ੍ਹਾਂ ਨੇ FIR ਲੌਜ ਕਰਾਈ ਆ, ਉਹਨਾਂ ਦੀ ਜਾਨ ਨੂੰ ਖਤਰਾ ਹੋ ਗਿਆ। ਇਹ ਪਤਾ ਨਹੀਂ ਕਿੱਧਰ ਦਾ ਲੋਕਤੰਤਰ ਦਾ ਅਤੇ ਕਿੱਧਰ ਦਾ ਸੰਵਿਧਾਨਕ ਧਾਰਾ ਲੱਗੀਆਂ ਹੈਗੀਆਂ,
ਜਦੋਂ ਕਿ ਦਿੱਲੀ 'ਚ ਬਹਿ ਕੇ ਕੀਤਾ, ਔਰ ਜਿਨ੍ਹਾਂ ਨੇ ਤਮਗੇ ਜਿੱਤ ਕੇ ਓਲੰਪਿਕ ਜਿੱਤਿਆ, ਜਿਹਦੇ 'ਚ ਜਿੰਨਾ ਕੁਝ ਕੀਤਾ, ਮੰਤਰੀ ਉਹਨਾਂ ਦੇ ਸਾਹਮਣੇ ਬਿਲਕੁਲ ਰਾਸ ਨਹੀਂ ਕਰ ਰਹੇ, ਉਹ ਨਹੀਂ ਸਾਹਮਣੇ ਆ ਸਕਦੇ ਕਿਉਂਕਿ ਮੰਤਰੀਆਂ ਨੂੰ ਪਤਾ ਅਸੀਂ ਝੂਠੇ ਆ, ਔਰ ਉਹ ਬੰਦੇ ਸੱਚੇ ਆ ਜਿਨ੍ਹਾਂ ਦੇ ਵਿੱਚ ਫਿਲਮੀ ਸਟਾਰ ਆ ਗਏ ਆ, ਕਿਸਾਨ ਬੀਬੀਆਂ ਆ ਗਈਆਂ ਉਹਨਾਂ ਦੇ ਨਾਲ, ਪੂਰੇ ਖਿਡਾਰੀ ਆ ਗਏ ਆ, ਇੱਥੋਂ ਆਪਣੇ ਪ੍ਰਗਟ ਸਿੰਘ ਚਲੇ ਗਏ, ਬਾਕੀ ਖਿਡਾਰੀ ਪੰਜਾਬ ਦੇ ਸਾਰਿਆਂ ਨੇ ਉਹਨਾਂ ਨਾਲ ਹੱਥ ਮਿਲਾਇਆ ਜਾ ਕੇ, ਹੁਣ ਯੂਨਾਈਟ ਹੋ ਗਿਆ। ਇਹ ਦੂਜਾ ਅੰਦੋਲਨ ਹੋਊਗਾ। ਇਹ ਸਾਡੇ ਆਲੋਚਕ, ਸਾਡੇ ਸਕਾਲਰ ਦੱਸ ਰਹੇ ਆ ਕਿ ਕਿਸਾਨਾਂ ਤੋਂ ਬਾਅਦ ਇਹ ਦੂਜਾ ਅੰਦੋਲਨ ਹੋਊਗਾ ਜਿਹੜਾ ਪੂਰਾ ਹਿੰਦੁਸਤਾਨ ਦੀਆਂ ਜੜ੍ਹਾਂ ਨੂੰ ਹਿਲਾਊਗਾ, ਕਿਉਂਕਿ ਜਿੰਨੇ ਲੋਕ ਨੇ ਕਿਸਾਨ ਪਹੁੰਚ ਗਏ ਉੱਥੇ, ਜਿੰਨੀਆਂ ਏਜੰਸੀਆਂ ਸਾਰੀਆਂ ਪਹੁੰਚ ਗਈਆਂ, ਮਜ਼ਦੂਰ ਕਿਸਾਨ ਸਭਾ ਜਿਹੜੀ ਉਹ ਉੱਥੇ ਪਹੁੰਚ ਗਈ ਹੈ ਔਰ ਸਾਰੇ ਲੋਕ ਚਲੇ ਗਏ। ਤੁਸੀਂ ਹੁਣ ਵੇਖੋ ਕਿ ਦਿੱਲੀ ਦੀ ਕੀ ਦੁਰਦਸ਼ਾ ਹੋ ਰਹੀ ਹੈ, ਉੱਥੇ ਕੇਜਰੀਵਾਲ ਸਾਹਿਬ ਕੀ ਕਰ ਰਹੇ ਆ ਔਰ ਬਾਕੀ ਪੁਲਿਸ ਦਿੱਲੀ ਦੀ ਕੀ ਕਰ ਰਹੀ ਹੈ, ਤੇ ਪ੍ਰਧਾਨ ਮੰਤਰੀ ਸਾਹਿਬ ਉੱਥੇ ਬੈਠੇ ਆ, ਉਹ ਕਿਉਂ ਨਹੀਂ ਸੁਣ ਰਹੇ ਇੰਨੀ ਦੇਰ ਤੱਕ? ਫਿਰ ਵੀ ਤਾਂ ਆਫਟਰ ਆਲ ਫੈਸਲਾ ਹੋਣਾ ਹੀ ਆ, ਜਿੱਦਾਂ ਕਿਸਾਨਾਂ ਦਾ 1.5 ਸਾਲ ਤੋਂ ਬਾਅਦ ਹੋਇਆ, ਤੇ ਕਿਉਂ ਨਹੀਂ ਵੇਲੇ ਸਿਰ ਕਰਦੇ? ਜਦੋਂ ਉਹਨੂੰ ਅੰਦਰ ਹੀ ਕਰਨਾ ਕਿੰਨਾ ਕੁ ਵੱਡਾ ਮਾਮਲਾ ਹੈਗਾ, ਉਹਨੂੰ ਅੰਦਰ ਕਰਨ ਉਹਦੇ ਤੇ ਜਾਂ ਉਹਨੂੰ ਕੋਰਟ ਕਚਹਿਰੀ 'ਚ ਆ ਜਾਣ। ਉਹ ਕਿਸੇ ਕਚਹਿਰੀ 'ਚ ਨਹੀਂ ਗਏ, ਕਿਸੇ ਜੱਜ ਨੇ ਬੁਲਾਇਆ ਨਹੀਂ, ਕੋਈ ਸੰਮਨ ਜਾਰੀ ਨਹੀਂ ਹੋਇਆ, ਕੁਝ ਨਹੀਂ ਹੋਇਆ। ਐਕਚੁਅਲੀ ਕੀ ਹੈਗਾ ਕਿ ਇਹ ਰਾਜਨੀਤੀ ਸੀਟਾਂ ਖੁੱਸਣ ਦੀ ਗੱਲ ਹੈ, ਕਿਉਂਕਿ ਜਿਸ ਸਮਾਜ ਤੋਂ ਆਉਂਦੇ ਨੇ ਲੀਡਰ ਸਾਹਿਬ, ਜਿਨ੍ਹਾਂ ਦੇ ਉੱਤੇ ਸਪੋਰਟਸ ਵਾਲਿਆਂ ਦੇ ਉੱਤੇ ਲੱਗੀਆਂ ਹੋਈਆਂ ਨੇ ਇਹ ਸਾਰੀਆਂ FIRs ਦੀਆਂ ਗੱਲਾਂ, ਕਾਨੂੰਨ ਦੀਆਂ ਧਾਰਾਵਾਂ, ਇਹ ਸਾਰੀਆਂ ਗੱਲਾਂ ਜਿਹੜੀਆਂ ਚੱਲਦੀਆਂ ਪਈਆਂ ਨੇ, ਉਹ ਸਮਾਜ ਵੱਲੋਂ ਵੀ ਇੱਕ ਆਵਾਜ਼ ਹੈ ਕਿ ਇਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਹੋਣਾ ਚਾਹੀਦਾ। ਇੱਧਰੋਂ ਪਹਿਲਵਾਨਾਂ ਵੱਲੋਂ, ਉਧਰੋਂ ਪੋਲਿਟਿਕਸ, ਪਾਰਟੀ ਪੋਲਿਟਿਕਸ, ਨੈਚੁਰਲੀ ਕੁਝ ਪੋਲੀਟੀਕਲ ਕੰਪਲਸ਼ਨਸ ਨੇ, ਇਸ ਕਰਕੇ ਸਰਕਾਰ ਬਿਲਕੁਲ ਇਸ ਵਕਤ ਪ੍ਰੈਸ਼ਰ 'ਚ ਹੈ ਔਰ ਫਸੀ ਪਈ ਹੈ ਕਿ ਕਿੱਧਰ ਨੂੰ ਜਾਇਆ ਜਾਏ, ਕਿੱਧਰ ਨੂੰ ਨਹੀਂ। ਉਧਰੋਂ ਟਕੈਤ ਸਾਹਿਬ ਵੀ ਵਾਰਨਿੰਗ ਦੇ ਕੇ ਆ ਗਏ ਨੇ, ਇੱਥੇ ਕਿਸਾਨ ਵੀ ਇੱਥੇ ਨੇ ਤੇ ਟਰੈਕਟਰ ਵੀ ਇੱਥੇ ਨੇ, ਤੁਸੀਂ ਦੇਖੀ ਸੀ ਸਾਡੀ ਰੈਲੀ, ਤੇ ਅਸੀਂ ਇੱਥੇ ਦੁਬਾਰਾ ਅੰਦੋਲਨ ਕਰ ਸਕਦੇ ਹਾਂ, ਔਰ ਉਹ ਵੀ ਇਹ ਗੱਲ ਕਹਿ ਰਹੇ ਨੇ। ਹੁਣ ਇਹ ਹਰ ਪਾਸਿਓਂ ਪ੍ਰੈਸ਼ਰ ਹੈ। ਹੁਣ ਮੇਨ ਗੱਲ ਇਹ ਦੇਖਣ ਨੂੰ ਹੈ ਕਿ ਜੇ ਇਹ ਮਾਮਲਾ ਦੇਖੋ ਨਾ, ਜੇ ਇਹਦੇ ਵਾਲੀ ਗੱਲ ਆਪਾਂ ਤਾਂ ਕਹਿੰਦੇ ਹਾਂ ਕਿਉਂਕਿ ਕਾਨੂੰਨ ਨੇ ਹਜੇ ਫੈਸਲਾ ਨਹੀਂ ਦਿੱਤਾ, ਅਦਰਵਾਈਜ਼ ਇੱਕ ਲੜਕੀ ਇੱਦਾਂ ਸਰੇਆਮ ਆ ਕੇ ਸਭ ਦੇ ਸਾਹਮਣੇ ਆ ਕੇ ਇਹ ਗੱਲ ਕਹਿ ਰਹੀ ਹੈ, ਕਿੰਨਾ ਹੌਸਲਾ, ਕਿੰਨੀ ਹਿੰਮਤ ਚਾਹੀਦੀ ਹੈ। ਔਰ ਸਾਡੇ ਸਮਾਜ ਦੇ ਵਿੱਚ ਜਿੱਥੇ ਲੜਕੀਆਂ ਬਾਰੇ ਕਿੰਨੀਆਂ ਗੱਲਾਂ ਹੋ ਜਾਂਦੀਆਂ ਨੇ, ਸੋ ਉਹ ਲੜਕੀ ਇਹ ਗੱਲ ਕਹਿ ਰਹੀ ਹੈ ਤੇ ਇਹਦੇ 'ਚ ਸੱਚਾਈ ਹੋਏਗੀ, ਕੋਈ ਨਾ ਕੋਈ ਗੱਲ ਐਸੀ ਹੈ ਜੋ ਪਬਲਿਕ ਦੇ ਸਾਹਮਣੇ ਆਣੀ ਚਾਹੀਦੀ ਹੈ। ਹੁਣ ਜੇ ਗੱਲ ਕਹੀ ਜਾਵੇ ਨਾ, ਇਤਿਹਾਸ ਜਾਂ ਰਿਗਵੇਦ ਜਾਂ ਚਾਰੇ ਵੇਦ ਪੜ੍ਹੋ ਤੇ ਔਰਤ ਨੂੰ ਜਿਹੜਾ ਜਗ ਜਨਨੀ ਕਿਹਾ ਗਿਆ, ਜਗ ਜਨਨੀ ਹੈ ਜਿਨ੍ਹਾਂ ਦੀ ਪਦੈਸ਼ ਪੂਰਾ ਹਿੰਦੁਸਤਾਨ ਨਹੀਂ, ਪੂਰਾ ਵਿਸ਼ਵ ਹੈਗਾ। ਤੇ ਜੇ ਅਸੀਂ ਜਿਸ ਦੇਸ਼ ਵਿੱਚ ਨਿਆਂ ਨਹੀਂ, ਜਿਸ ਦੇਸ਼ ਵਿੱਚ ਜਸਟਿਸ ਨਹੀਂ, ਜਿਸ ਦੇਸ਼ ਵਿੱਚ ਨਿਆਂ ਪ੍ਰਣਾਲੀ ਨਹੀਂ ਕੁਝ ਗੱਲ ਕਰ ਰਹੀ, ਔਰ ਜੋ ਕੁਝ ਕੇਸ ਹੁੰਦੇ ਆ ਉਹ ਸਰਕਾਰ ਦੇ ਫੇਵਰ 'ਚ ਹੁੰਦੇ ਆ, ਜੋ ਸਰਕਾਰ ਕਹਿੰਦੀ ਆ ਉਹ ਜੁਡੀਸ਼ਰੀ ਮੰਨਦੀ ਹੈਗੀ ਆ, ਫਿਰ ਲੋਕਤੰਤਰ ਦੀਆਂ ਜੜ੍ਹਾਂ ਕਿੱਥੇ ਆ? ਲੋਕਤੰਤਰ ਕੀ ਕਰ ਰਿਹਾ? ਅਸੀਂ ਕਹਿੰਦੇ ਲੋਕਤੰਤਰ ਦੇ ਵਿੱਚ ਸੰਵਿਧਾਨ ਜਿਹੜਾ ਫਲੈਕਸੀਬਲ ਵੀ ਹੁੰਦਾ, ਰਿਜਿਡ ਵੀ ਹੁੰਦਾ। ਇਹ ਤਾਂ ਇਕੱਲਾ ਰਿਜਿਡ ਹੀ ਚਲੇ ਜਾਂਦਾ, ਫਲੈਕਸੀਬਿਲਿਟੀ ਤਾਂ ਹੈ ਹੀ ਨਹੀਂ। ਜਿਹਦੇ ਵਿੱਚ ਜਿਹੜੀਆਂ ਧਾਰਾਂ ਲੱਗੀਆਂ ਗਈਆਂ ਉਹਨਾਂ 'ਚ ਕੀ ਮੂਲ ਮੁੱਦਾ ਹੈਗਾ? ਉਹ ਲੋਕ ਵਿਚਾਰੇ ਨਿਆਂ ਮੰਗ ਰਹੇ ਆ ਔਰ ਬਕਾਇਦਾ ਤੌਰ 'ਤੇ ਉਹਨਾਂ ਨੇ ਸਬੂਤ ਪੇਸ਼ ਕਰ ਦਿੱਤੇ ਆ। ਨਾ ਤਾਂ ਕਿਸੇ ਜਾਂਚ ਪ੍ਰਣਾਲੀ ਅੱਗੇ ਆਈ ਆ, ਜਿਹੜੀਆਂ ਵੀ ਨੈਸ਼ਨਲ ਦੀਆਂ ਜਾਂਚ ਪ੍ਰਣਾਲੀਆਂ ਕੋਈ ਨਹੀਂ ਆਈਆਂ। ਜਦੋਂ ਕੋਈ ਮੁੰਡਾ ਰੌਲਾ ਪਾਉਂਦਾ, ਥੋੜ੍ਹਾ ਬਹੁਤ ਪਾਉਂਦਾ, ਉਹਦੇ 'ਤੇ ਰੌਲਾ ਪਾ ਕੇ ਦੱਸ ਦਿੰਦੇ ਆ ਵੀ ਇਹਦੇ 'ਤੇ ਨੈਸ਼ਨਲ ਸਿਕਿਉਰਿਟੀ ਕਾਨੂੰਨ ਲਾਗੂ ਕਰ ਦਿਓ, ਉਹਨਾਂ ਨੂੰ ਫੜ ਕੇ ਅੰਦਰ ਕਰ ਦਿੰਦੇ ਆ। ਜਿਹੜੇ ਬੱਚੇ ਆਪਣਾ ਨਿਆਂ ਮੰਗਦੇ ਆ ਉਹਨਾਂ ਦੀ ਕੋਈ ਆਵਾਜ਼ ਨਹੀਂ ਸੁਣ ਰਿਹਾ। ਉਹ ਹੁਣ ਦਿੱਲੀ 'ਚ ਹੋ ਰਿਹਾ ਇਸ ਵੇਲੇ, ਸਾਰਾ ਕੁਝ ਸਾਡੇ ਦਰਸ਼ਕ ਜਾਣ ਰਹੇ ਆ। ਗੱਲ ਇਹ ਹੈ ਨਾ ਕਿ ਲੋਕਾਂ ਤੋਂ ਪਾਵਰ ਲੈ ਕੇ, ਲੋਕਾਂ ਦੀਆਂ ਵੋਟਾਂ ਲੈ ਕੇ ਤੁਸੀਂ ਸੀਟਾਂ 'ਤੇ ਬਹਿੰਦੇ ਹੋ, ਤੁਸੀਂ ਮਿਨਿਸਟਰ ਬਣਦੇ ਹੋ, ਔਰ ਜਾਂ ਵੱਡੇ ਵੱਡੇ ਅਹੁਦਿਆਂ 'ਤੇ ਤੁਸੀਂ ਬਹਿੰਦੇ ਹੋ, ਤੁਹਾਨੂੰ ਪਬਲਿਕ ਹੀ ਬਿਠਾਉਂਦੀ ਹੈ। ਹੁਣ ਜੇ ਉੱਥੇ ਬਹਿ ਕੇ ਤੁਸੀਂ ਪਬਲਿਕ ਦੀ ਗੱਲ ਨਾ ਸੁਣੋ ਜਾਂ ਪਬਲਿਕ ਦੇ ਖਿਲਾਫ ਕਦਮ ਲਵੋ ਤਾਂ ਇਹ ਤਾਂ ਗੱਲ ਨਹੀਂ ਨਾ ਬਣੀ। ਇਹ ਤਾਂ ਕੋਈ ਗੱਲ ਸਮਝ ਵਿੱਚ ਆਉਣ ਵਾਲੀ ਹੈ ਨਹੀਂ। ਲੋਕਾਂ ਦੀ ਪਾਵਰ ਲੋਕਾਂ ਵਾਸਤੇ ਇਸਤੇਮਾਲ ਹੋਣੀ ਚਾਹੀਦੀ ਹੈ, ਨਾ ਕਿ ਲੋਕਾਂ ਦੇ ਖਿਲਾਫ ਇਸਤੇਮਾਲ ਹੋਣੀ ਚਾਹੀਦੀ ਹੈ। ਬੰਦੇ ਨੂੰ ਬੰਦਾ ਨਹੀਂ ਸਮਝਦੇ, ਸੋ ਇਹ ਕੋਈ ਤਰੀਕਾ ਨਹੀਂ ਹੈ। ਕਿਸਾਨਾਂ ਨੂੰ ਜਿੱਦਾਂ ਗੱਡੀ ਥੱਲੇ ਦਰੜ ਦਿੱਤਾ, ਮਤਲਬ ਤੁਸੀਂ ਉਹਨਾਂ ਨੂੰ ਬੰਦਾ ਨਹੀਂ ਸਮਝਦੇ। ਕੀ ਸਮਝਦੇ ਹੋ? ਤੇ ਆਪਣੇ ਆਪ ਨੂੰ ਕੀ ਸਮਝਦੇ ਹੋ? ਤੇ ਜੇ ਕੋਈ ਤੁਹਾਨੂੰ ਕੁਝ ਕਵੇ ਤਾਂ ਤੁਸੀਂ ਕਹਿੰਦੇ ਹੋ ਛੱਡਣਾ ਨਹੀਂ। ਕੀ ਛੱਡਣਾ ਨਹੀਂ ਦੱਸੋ? ਇਹਨੂੰ ਕਹਿੰਦੇ ਆ ਪੰਜਾਬੀ 'ਚ ਆਪ ਹੁਦਰਾਪਨ। ਆਪ ਹੁਦਰਾਪਨ ਹੈ ਨਾ, ਜਿਹਨੂੰ ਚਾਹੁੰਦੇ ਵੀ ਆਪ ਜਿਹੜੀਆਂ ਜੋ ਕੁਝ ਸੋਚਦੇ ਉਹੀ ਕਰ ਦਿੰਦੇ ਆ। ਤਾਨਾਸ਼ਾਹ ਵੀ ਨਹੀਂ ਇੱਦਾਂ ਕਰਦੇ, ਉਹਨਾਂ ਨੂੰ ਪਤਾ ਹਿਊਮੈਨਿਟੀ ਆ, ਮਨੁੱਖਤਾ ਹੈਗੀ ਆ, ਲੋਕ ਸਾਡੇ ਵਰਗੇ ਹੈਗੇ ਆ, ਸਾਡੇ ਵਰਗਾ ਹੀ ਖੂਨ ਉਹਨਾਂ 'ਚ। ਇਹਨਾਂ 'ਚ ਜਾਂਦਾ ਵੀ ਇਹ ਤਾਂ ਜ਼ਮੀਨ 'ਤੇ ਤੁਰੇ ਫਿਰਦੇ, ਅਸੀਂ ਤਾਂ ਬਾਹਰ ਬੈਠੇ ਹਾਂ ਹੈਲੀਕਾਪਟਰ 'ਤੇ, ਅਸੀਂ ਡਰਾਇੰਗ ਰੂਮ 'ਚ ਬੈਠੇ ਹਾਂ, ਅਸੀਂ ਤਾਂ ਸਦਾ ਇੱਥੇ ਰਹਿਣਾਗਾ। ਪਰ ਇਹ ਸਾਰਾ ਕੁਝ ਭੁੱਲ ਜਾਂਦੇ ਆ ਕਿ ਸਾਨੂੰ ਬਣਾਉਣ ਵਾਲੇ ਕੌਣ ਨੇ। ਬਾਈ ਦਾ ਪੀਪਲ, ਫਾਰ ਦਾ ਪੀਪਲ, ਆਫ ਦਾ ਪੀਪਲ ਨਹੀਂ ਰਹਿੰਦੀ ਸਰਕਾਰ। ਬਿਲਕੁਲ ਸਹੀ ਗੱਲ ਰਹਿੰਦੀ, ਇੱਕ ਸਿਰਫ ਉਹੀ ਮੈਂ ਗੱਲ ਕਹਿ ਰਿਹਾ ਕਿ ਜੇ ਕੋਈ ਕਹਿੰਦਾ ਹੈ, ਲੋਕਤੰਤਰ ਹੈ, ਕਹਿ ਸਕਦੇ, ਕਨਸਟੀਟਿਊਸ਼ਨ ਅਧਿਕਾਰ ਦਿੰਦਾ। ਜੇ ਕੋਈ ਕੁਝ ਕਹਿੰਦਾ ਤੁਸੀਂ ਕਹਿੰਦੇ ਛੱਡਣਾ ਨਹੀਂ। ਛੱਡਣਾ ਨਹੀਂ ਦਾ ਮਤਲਬ ਇਹ ਹੈ ਕਿ ਤੁਹਾਡੇ ਉੱਤੇ ਕੋਈ ED, ਸਹੀ ਗੱਲ, ਤੁਹਾਡੇ ਉੱਤੇ ਕੋਈ ਇਨਕਮ ਟੈਕਸ, ਤੁਹਾਡੇ ਪਿੱਛੇ ਕੋਈ ਏਜੰਸੀਆਂ ਲਗਾ ਦਿੱਤੀਆਂ ਜਾਂਦੀਆਂ ਨੇ, ਤੁਹਾਨੂੰ ਕਾਨੂੰਨੀ ਤੌਰ ਤੇ ਸ਼ਿਕੰਜਾ ਪਾ ਲਿਆ ਜਾਂਦਾ ਕਿ ਤੁਸੀਂ ਬੋਲੇ ਤੇ ਕਿਵੇਂ ਬੋਲੇ। ਇਹ ਤੇ ਲੋਕਤੰਤਰ ਨਹੀਂ ਹੈ ਨਾ।
ਇਹ ਤੇ ਤੁਸੀਂ ਦੂਸਰੇ ਨੂੰ ਪ੍ਰੈਸ਼ਰਾਈਜ਼ ਕਰਕੇ ਆਪਣੇ ਹੱਕ ਦੇ ਵਿੱਚ ਬੁਲਵਾਉਂਦੇ ਪਏ ਹੋ ਕਿ ਮੈਂ ਜੋ ਕਹਿ ਰਿਹਾ, ਮੈਂ ਜੋ ਕਰ ਰਿਹਾ ਉਹੀਓ ਸਹੀ ਹੈ। ਹਾਂ, ਇਹ ਤਾਂ ਗਲਤ ਹੈ, ਫਿਰ ਲੋਕਤੰਤਰ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਬਿਲਕੁਲ ਬਿਲਕੁਲ। ਸੋ ਇਹ ਗੱਲਾਂ ਨੇ ਜਿਹੜੀਆਂ ਕਿ ਜਿਨ੍ਹਾਂ ਨੇ ਪਾਵਰ ਦਿੱਤੀ ਹੈ, ਫੋਰ ਦਾ ਪੀਪਲ, ਆਫ ਦਾ ਪੀਪਲ, ਬਾਏ ਦਾ ਪੀਪਲ, ਜਿਵੇਂ ਤੁਸੀਂ ਕਹਿ ਰਹੇ ਹੋ, ਜਿਨ੍ਹਾਂ ਨੇ ਤਾਕਤ ਦਿੱਤੀ ਹੈ, ਉਸ ਤਾਕਤ ਦਾ ਇਸਤੇਮਾਲ ਉਹਨਾਂ ਲੋਕਾਂ ਦੇ ਫਾਇਦੇ ਲਈ, ਉਹਨਾਂ ਲੋਕਾਂ ਦੀ ਭਲਾਈ ਲਈ, ਉਹਨਾਂ ਲੋਕਾਂ ਦੇ ਹੱਕ ਵਿੱਚ ਹੋਣਾ ਚਾਹੀਦਾ, ਨਾ ਕਿ ਆਪ ਤੁਸੀਂ ਮਨਮਰਜ਼ੀਆਂ ਕਰੋ ਔਰ ਉਸ ਤਾਕਤ ਦਾ ਆਪਣੀ ਮਰਜ਼ੀ ਦੇ ਮੁਤਾਬਿਕ ਇਸਤੇਮਾਲ ਕਰੋ। ਜੋ ਮਰਜ਼ੀ ਕਰਦੇ ਫਿਰੋ ਤੇ ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ। ਇਹ ਵੀ ਗੱਲ ਗਲਤ ਹੈ, ਕਿਉਂਕਿ ਸੰਵਿਧਾਨ ਦੇ ਵਿੱਚ ਲਿਖਿਆ ਲੋਕਤੰਤਰ ਦੇ ਵਿੱਚ ਪਬਲਿਕ ਪੁੱਛਦੀ ਹੈ। ਹਾਂ, ਸੋ ਆਪਾਂ ਅੱਗੇ ਵਧੀਏ, ਜ਼ਰੂਰ। ਕਿਉਂਕਿ ਹੁਣ ਆਪਾਂ ਗੱਲ ਕਰਾਂਗੇ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਸਾਡੇ ਜਲੰਧਰ ਦੇ ਵਿੱਚ, ਜੀ, ਜ਼ਿਮਨੀ ਚੋਣ। ਹਾਂ, ਹੁਣ ਕਾਫੀ ਕੁਝ ਹੋ ਗਿਆ, ਇੱਕ ਦੂਜੇ ਦੇ ਖਿਲਾਫ ਬਹੁਤ ਕੁਝ ਬੋਲ ਵੀ ਲਿਆ, ਮੰਦਾ ਚੰਗਾ ਜੋ ਵੀ ਬੋਲਣਾ ਹੁੰਦਾ ਉਹ ਬੋਲ ਲਿਆ। ਹੁਣ ਅੱਜ ਕੀ ਹੈ ਕਿ ਸ਼ਾਂਤੀ ਹੋ ਜਾਊਗੀ, ਸਪੀਕਰ ਵਜਣੇ ਬੰਦ ਹੋ ਜਾਣਗੇ ਤੇ ਆ ਬਿਆਨਬਾਜ਼ੀਆਂ ਵੀ ਬੰਦ ਹੋ ਜਾਣਗੀਆਂ, ਕਿਉਂਕਿ ਅੱਜ ਸ਼ਾਮੀ 6 ਵਜੇ ਤੱਕ ਹੀ ਪ੍ਰਚਾਰ ਹੋ ਸਕਦਾ, ਉਸ ਤੋਂ ਬਾਅਦ ਪ੍ਰਚਾਰ ਥੰਮ ਜਾਣਾ। ਹਾਂ, ਜ਼ਿਮਨੀ ਚੋਣ ਜਿਹੜੀਆਂ ਜਲੰਧਰ 'ਚ ਹੋ ਰਹੀਆਂ, ਇਹਦਾ ਮਾਮਲਾ ਬਿਲਕੁਲ ਭਖਦਾ ਹੀ ਰਿਹਾ ਔਰ ਇਹਦੇ ਵਿੱਚ ਖਾਸ ਤੌਰ 'ਤੇ ਆਪ ਸਰਕਾਰ ਜਿਹੜੀ ਆ ਉਹਨਾਂ ਨੇ ਰੋਡ ਸ਼ੋਅ ਬਹੁਤ ਕੀਤੇ ਆ। ਕੇਜਰੀਵਾਲ ਸਾਹਿਬ ਦਿੱਲੀ ਤੋਂ ਆਉਂਦੇ ਰਹੇ ਆ ਔਰ ਲੋਕਾਂ ਦੀ ਆਵਾਜਾਈ ਵਿੱਚ ਇੰਨਾ ਵਿਘਨ ਪਿਆ, ਬੱਚੇ ਪੜ੍ਹਨ ਤੋਂ ਵਿਚਾਰੇ ਆਤਰ ਰਹੇ ਆ ਔਰ ਜਿੰਨੇ ਬਿਮਾਰ ਨੇ ਲੋਕ, ਉਹਨਾਂ ਦੀ ਐਂਬੂਲੈਂਸ ਜਾਂ ਉਹਨਾਂ ਨੇ ਜਾਣਾ ਵਿਚਾਰਿਆਂ ਨੇ ਬਾਹਰ, ਉਹ ਨਹੀਂ ਜਾ ਰਹੇ। ਇਹ ਸਾਡੇ ਦੇਸ਼ ਵਿੱਚ ਹੀ ਸਾਰਾ ਕੁਝ ਹੁੰਦਾ। ਹੁਣ ਇਹ ਪ੍ਰਚਾਰ ਅੱਜ ਐਲਾਨ ਕਰ ਦਿੱਤਾ ਚੋਣ ਕਮਿਸ਼ਨ ਨੇ ਵੀ ਬੰਦ ਹੋ ਜਾਊਗਾ 6 ਵਜੇ, ਪਰ ਇਹਦੇ ਵਿੱਚ ਅੰਦਰ ਖਾਤੇ ਤਾਂ ਨਾ ਜਾਣਾ ਹੀ ਜਾਣਾ, ਜਿਹੜੇ ਵੀ ਹੈਗਾ ਉਹਨੂੰ ਬੋਲਣਗੇ ਨਹੀਂ, ਪਰ ਡੋਰ ਟੂ ਡੋਰ ਇਹਨਾਂ ਦਾ ਕੋਈ ਨਹੀਂ ਬੰਦ ਕਰਦਾ। 13 ਤੱਕ ਰਹਿਣਾ ਹੈਗਾ ਔਰ ਸ਼ਰਾਬ ਦੇ ਠੇਕੇ ਵੀ ਇਹਨਾਂ ਨੇ ਬੰਦ ਕਰ ਦਿੱਤੇ 10 ਤੋਂ ਲੈ ਕੇ 13 ਤੱਕ, ਉਹਦੇ ਨਾਲ ਵੀ ਹੈ। ਪਰ ਉਹਦੇ ਵਿੱਚ ਚੋਰ ਮੋਰੀਆਂ ਹੈਗੀਆਂ, ਸਟਾਕ ਰੱਖਿਆ ਹੋਵੇ ਕੀ ਪਤਾ ਪਹਿਲਾਂ ਹੀ ਲੋਕਾਂ ਨੇ ਪਹਿਲਾਂ ਖਰੀਦ ਲੈਣਾ। ਜਿਹੜੀ ਪਹਿਲਾਂ ਅਨਾਉਂਸ ਹੁੰਦੀ ਹੈ ਸਾਰੀ ਗੱਲ, ਉਹ ਪਹਿਲਾਂ ਆਪਣਾ ਕੋਟਾ ਜਮ੍ਹਾਂ ਕਰ ਲੈਂਦੇ ਆ। ਇਹ ਜਦੋਂ ਸਾਰਾ ਕੁਝ ਹੋਇਆ ਸੀਗਾ ਕੋਵਿਡ ਦੇ ਵਿੱਚ ਵੀ ਠੇਕੇ ਬੰਦ ਹੋ ਗਏ ਸੀਗੇ, ਜਿਹੜੀ ਉਸ ਵੇਲੇ ਦੀ ਸਰਕਾਰ ਹੀ ਉਹਨਾਂ ਨੇ ਠੇਕੇ ਖੋਲ੍ਹ ਦਿੱਤੇ। ਬਾਕੀ ਦੁਕਾਨ 'ਤੇ ਕੁਝ ਨਹੀਂ ਮਿਲਦਾ, ਆਟਾ ਲੈਣ ਲਈ ਜਾਂ ਰੋਟੀ ਖਾਣ ਲਈ ਲੋਕ ਆਤਰ ਹੋ ਗਏ ਸੀਗੇ, ਦਾਰੂ ਸ਼ਰੇਆਮ ਮਿਲਦੀ ਸੀ। ਇਹ ਸਾਡੀਆਂ ਸੋਚਾਂ ਨੇ ਸਰਕਾਰ ਦੀਆਂ, ਬੜਾ ਕੁਝ ਹੁੰਦਾ। ਹੁਣ ਵੀ ਉਹੀ ਹੋ ਰਿਹਾ। ਇਹਦੇ ਵਿੱਚ ਦੇਖੋ ਕਈ ਕੱਲ੍ਹ ਤੱਕ ਤੁਸੀਂ ਜੇ ਕਿਤੇ ਸੋਸ਼ਲ ਮੀਡੀਆ 'ਤੇ ਵੇਖੋ, ਜਿਹੜੇ ਠੇਕੇ ਆ ਉੱਥੋਂ ਪੇਟੀਆਂ ਦੇ ਪੇਟੀਆਂ ਚੁੱਕ ਕੇ ਲੋਕਾਂ ਦੀਆਂ ਗੱਡੀਆਂ 'ਚ ਰੱਖੀਆਂ ਜਾ ਰਹੀਆਂ ਕਿ ਪਹਿਲਾਂ ਭੇਜ ਦਿਓ। ਜਿਹੜੀ ਤੁਸੀਂ ਸਟਾਕ ਦੀ ਗੱਲ ਕੀਤੀ, ਮੈਂ ਉੱਥੇ ਆ ਰਿਹਾ, ਸਟਾਕ ਤਾਂ ਪਹਿਲਾਂ ਲੋਕਾਂ ਨੂੰ ਮੁਫਤ 'ਚ ਜਮ੍ਹਾਂ ਹੋ ਗਿਆ। ਹੁਣ ਵੋਟ ਉਹ ਕਿੱਧਰ ਪਾਉਂਦੇ ਨਹੀਂ ਪਾਉਂਦੇ, ਉਹਨਾਂ ਦੀ ਆਪਣੀ ਸੋਚ ਆ। ਮੈਂ ਇੱਕ ਵੀਡੀਓ ਦੇਖੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ, ਇੱਕ ਬੰਦਾ ਕੀ ਕਰੀਏ ਸਰਕਾਰਾਂ ਦਾ, ਕਹਿੰਦੇ ਸੀ ਸ਼ਰਾਬ ਸਸਤੀ ਕਰ ਦਾਂਗੇ, ਮਹਿੰਗੀ ਕਰ ਦਿੱਤੀ ਹੈ, ਹੁਣ ਗਰੀਬ ਆਦਮੀ ਕੀ ਪੀਵੇ, ਅਮੀਰ ਆਦਮੀਆਂ ਵਾਸਤੇ ਰਹਿ ਗਈ ਹੈ ਸ਼ਰਾਬ ਪੀਣੀ, ਅਸੀਂ ਹੁਣ ਕੀ ਪੀਵਾਂਗੇ। ਇਹਨਾਂ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਔਰ ਮੈਂ ਬੜਾ ਹੈਰਾਨ ਹੁੰਦਾ ਕਿ ਦੇਖੋ ਆਹ ਵੀ ਗੱਲਾਂ ਸੁਣਨੀਆਂ ਸੀ, ਇਹ ਵੀ ਗੱਲਾਂ ਸੁਣਨ ਨੂੰ ਮਿਲ ਗਈਆਂ। ਮੈਨੀਫੈਸਟੋ ਹੀ ਦਿੱਤਾ ਜਿਹੜਾ ਮੰਗ ਪੱਤਰ, ਉਹਦੇ 'ਚ ਹੀ ਆ ਸਾਡਾ ਸ਼ਰਾਬ ਪੀਣ ਦਾ ਜਿਹੜਾ ਹੱਕ ਆ ਉਹਦੇ 'ਚ। ਔਰ ਦੇਖੋ ਇੱਕ ਹੋਰ ਮਾਹੌਲ ਹੈ ਕਿ ਆ ਜਿਹੜੇ ਸਪੀਕਰ ਲੈ ਕੇ ਤੁਰੇ ਫਿਰਦੇ ਨੇ ਗਲੀਆਂ ਗਲੀਆਂ 'ਚ, ਆਟੋਸ ਦੇ ਉੱਤੇ ਲੱਗੇ ਹੋਏ ਨੇ, ਇਹਨੂੰ ਵੋਟ ਦਿਓ, ਸਾਡੀ ਪਾਰਟੀ ਨੂੰ ਵੋਟ ਦਿਓ। ਤੁਸੀਂ ਅੱਜ ਕੱਲ੍ਹ ਦੇਖਿਆ ਹੋਏਗਾ ਉਹ ਸਬਜ਼ੀਆਂ ਵਾਲਿਆਂ ਨੇ ਵੀ ਸਪੀਕਰ ਲਗਾਏ ਹੋਏ ਆ, ਔਰ ਇੱਧਰੋਂ ਪਾਰਟੀਆਂ ਵਾਲੇ ਆਉਣਗੇ, ਸਾਡੀ ਪਾਰਟੀ ਨੂੰ ਵੋਟ ਦਿਓ, ਕਾਮਯਾਬ ਕਰੋ ਸਾਡੇ ਕੈਂਡੀਡੇਟ ਨੂੰ ਔਰ ਤੁਹਾਡੀਆਂ ਮੰਗਾਂ ਪੂਰੀਆਂ ਕਰਾਂਗੇ। ਉਹ ਵਿੱਚ ਹੀ ਸਬਜ਼ੀ ਵਾਲਾ ਆਲੂ ਲੈ ਲਓ, ਪਿਆਜ਼ ਲੈ ਲਓ, ਟਮਾਟਰ ਲੈ ਲਓ, ਉਹ ਪਤਾ ਹੀ ਨਹੀਂ ਲੱਗਦਾ ਕੌਣ ਕੀ ਕਹਿੰਦਾ ਪਿਆ, ਉਹ ਖਿਚੜੀ ਜੀ ਬਣ ਜਾਂਦੀ ਸਾਰੀ ਗੱਲ ਦੀ। ਪਰ ਬੱਚੇ ਪੜ੍ਹ ਰਹੇ ਆ ਨਾ, ਸਾਰੇ ਹੋਣਾ ਚਾਹੀਦਾ, ਬੱਚੇ ਪੜ੍ਹਦੇ ਆ, ਜਿੱਥੇ ਵੀ ਲੋਕ ਹੈਗੇ ਕੋਈ ਇਸ਼ਟ ਦੇ ਪੂਜਾ ਪਾਠ ਕਰ ਰਿਹਾ, ਪਰ ਲੋਕਾਂ ਨੂੰ ਇਹ ਵਿਘਨ ਨਹੀਂ ਪਾਉਣਾ ਚਾਹੀਦਾ। ਬਿਮਾਰ ਨੇ ਕਈ ਲੋਕ, ਪਰ ਹੁਣ ਅੱਜ ਤਾਂ ਚੋਣ ਪ੍ਰਚਾਰ ਜਿਹੜਾ ਬੰਦ ਕਰ ਰਹੇ ਆ, ਪਰ ਉਹਦੇ ਵਿੱਚ ਚਾਰੇ ਪਾਰਟੀਆਂ ਨੇ ਜਿੰਨੇ ਵੀ ਨਾ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਇਸ ਵੇਲੇ, ਸਾਰੇ ਲੋਕ ਜਿੰਨੀ ਪਾਰਟੀਆਂ ਦੇ ਨੇਤਾ ਨੇ ਹਰ ਗਲੀ 'ਚ ਹਰ ਮਹੱਲੇ 'ਚ ਰੌਲਾ ਪਾ ਰਹੇ ਵੀ ਚਲੋ ਦੱਸ ਦਈਏ ਹੁਣ ਤਾਂ ਕਿ ਲੋਕਾਂ ਨੂੰ ਜਿਹੜਾ ਦਿਮਾਗ 'ਚ ਰਹਿ ਜੇ। ਔਰ ਉਹਦੇ ਵਿੱਚ ਆਪ ਸਰਕਾਰ ਸਭ ਤੋਂ ਪਹਿਲਾਂ ਆ ਗਈ ਆ, ਉਹਦੇ ਵਿੱਚ ਦੂਜੀ ਅਕਾਲੀ ਦਲ ਦੇ ਵੀ ਆਏ ਆ। ਔਰ ਅਕਾਲੀ ਦਲ ਦਾ ਜਿਹੜਾ ਹੈਗਾ ਜਲੰਧਰ ਤੋਂ ਨਹੀਂ ਗਾ, ਉਹ ਬੰਗਿਆਂ ਤੋਂ ਆ, ਸੁੱਖੀ ਡਾਕਟਰ ਸੁੱਖੀ ਉੱਧਰੋਂ ਆਇਆ। ਬੀਜੇਪੀ ਨੇ ਜਿਹੜਾ ਇੰਦਰਜੀਤ ਅਟਵਾਲ ਜਿਹੜੇ ਆ ਉਹ ਲਏ ਆ, ਚਰਨਜੀਤ ਅਟਵਾਲ ਦੇ ਬੇਟਾ, ਉਹਨਾਂ ਨੂੰ ਲਿਆ ਹੈਗਾ। ਆਪ ਨੇ ਜਿਹੜਾ ਲਿਆ ਵਾ ਕੈਂਡੀਡੇਟ, ਇਹ ਸੁਸ਼ੀਲ ਰਿੰਕੂ ਆ, ਇਹ ਕਾਂਗਰਸ 'ਚੋਂ ਨਿਕਲ ਕੇ ਇੱਧਰ ਆ ਗਿਆ। ਔਰ ਦੇਖੋ ਇਹਦੇ 'ਚ ਹੈ, ਅਤੇ ਕਾਂਗਰਸ ਦਾ ਆਪਣਾ ਨੇਤਾ, ਕਾਂਗਰਸ ਦਾ ਤਾਂ ਜਦੋਂ ਰਾਹੁਲ ਗਾਂਧੀ ਅਨਾਉਂਸ ਪਹਿਲਾਂ ਹੀ ਕਰ ਗਏ ਸੀ, ਉਦੋਂ ਤਾਂ ਜੇ ਨਾ ਕੋਈ ਮੈਨੀਫੈਸਟੋ ਨਾ ਕੋਈ ਕੁਝ ਹੋਇਆ ਸੀਗਾ। ਉਦੋਂ ਜਦੋਂ ਉਹਨਾਂ ਨੂੰ ਡੈਥ ਹੋ ਗਈ ਉਹਨਾਂ ਦੀ, ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ 'ਚ ਉਦੋਂ ਕਹਿਤਾ ਵੀ ਪ੍ਰੋਫੈਸਰ ਕਰਮਜੀਤ ਉਹਨਾਂ ਦੀ ਵਾਈਫ ਹੈ, ਇਹ ਅਗਲੇ ਕੈਂਡੀਡੇਟ ਹੋਣਗੇ। ਔਰ ਹੁਣ ਇਹ ਭੱਜ ਦੌੜ ਇੰਨੀ ਲੱਗੀ ਹੈ, ਅਤੇ ਪਰ ਰਹਿ ਗਿਆ ਸਮਾਂ ਕੀ ਹੈ, 1 ਸਾਲ 'ਚ ਇਹਨਾਂ ਨੇ ਰਹਿਣਾ। ਇਲੈਕਸ਼ਨ ਤਾਂ ਆਉਣ ਵਾਲੀ ਹੈ, ਇਲੈਕਸ਼ਨ ਤਾਂ ਸਿਰ 'ਤੇ ਹੈਗੀ ਹੈ, ਇਹਨਾਂ ਨੂੰ ਪਾਰਲੀਮੈਂਟ ਪਹੁੰਚਣ ਤੱਕ 1 ਸਾਲ ਲੱਗ ਜਾਣਾ। ਉਦੋਂ ਤੱਕ ਦਿੱਲੀ ਅੱਗੇ ਹੀ, ਤੁਹਾਨੂੰ ਪਤਾ ਦਿੱਲੀ ਦੀਆਂ ਸੜਕਾਂ ਵੀ ਜਾਮ ਹੋਈਆਂ, ਉੱਥੋਂ ਤੱਕ ਚਲੋ VIP ਹੈ, ਬੰਦੇ ਪਹੁੰਚ ਜਾਂਦੇ ਆ, ਸਾਰਾ ਕੁਛ ਹੈਗਾ। 1 ਸਾਲ ਦੇ ਵਿੱਚ ਪਾਰਲੀਮੈਂਟ ਦੀ ਜਿਹੜੀ ਰੂਪ ਰੇਖਾ, ਪਾਰਲੀਮੈਂਟ 'ਚ ਮੰਤਰੀ ਮੰਡਲ 'ਚ ਬਹਿਣਾ ਉੱਠਣਾ ਹੀ ਪਤਾ ਨਹੀਂ ਲੱਗਦਾ, ਅਤੇ ਕੀ ਕਰਨਾ। ਔਰ ਖਰਚ ਜਿਹੜਾ ਮਣਾ ਮੂੰਹ ਖਰਚ ਹੋ ਰਿਹਾ ਸਾਰੇ ਪਾਸੇ, ਪੈਸਾ ਬਾਹਰੋਂ ਆ ਰਿਹਾ, ਇੱਥੋਂ ਵੀ ਲੋਕ ਲਾ ਰਹੇ ਆ, ਚੋਣ ਫੰਡ ਆ ਰਹੇ ਆ, ਗੱਡੀਆਂ ਦਿੱਤੀਆਂ ਜਾ ਰਹੀਆਂ ਉਹਨਾਂ ਨੂੰ, ਸ਼ਰਾਬਾਂ ਦਿੱਤੀਆਂ ਜਾ ਰਹੀਆਂ। ਵੀਡੀਓ ਅੱਗੇ ਵਾਇਰਲ ਹੋਈ ਸੀਗੀ,
ਕਪੂਰਥਲੇ ਜਨਾਨੀਆਂ ਨੂੰ ਪੈਸਾ ਦਿੱਤਾ ਗਿਆ, ਉਹ ਕਹਿੰਦਾ ਉਹ ਫੜਿਆ ਗਿਆ ਤਾਂ ਉਹਨੂੰ ਕਿਹਾ ਮੰਤਰੀ ਨੂੰ, ਤਾਂ ਆਂਦਾ ਇਹ ਨਹੀਂ ਮੇਰੀਆਂ ਧੀਆਂ ਲੱਗਦੀਆਂ, ਵੀ ਹੁਣੇ ਪਤਾ ਲੱਗਾ ਵਾ ਇਲੈਕਸ਼ਨ ਦੇ ਟਾਈਮ ਤੇ ਤੇਰੀਆਂ ਧੀਆਂ ਜ਼ਿਆਦਾ ਆਈਆਂ, ਪਹਿਲਾਂ ਨਹੀਂ ਸੀ ਪਤਾ ਗਰੀਬ ਗੁਰਬੇ ਦਾ ਲੋਕਾਂ ਦਾ, ਉਦੋਂ ਨੂੰ ਤੂੰ ਪੈਸਾ ਦਿੱਤਾ। ਸਾਰਾ ਝੂਠ ਆ, ਸਾਰਾ ਝੂਠ ਦੀ ਬੁਨਿਆਦ ਤੇ ਰਾਜਨੀਤਿਕ ਪਾਰਟੀਆਂ ਖੇਡ ਰਹੀਆਂ। ਹੁਣ ਦੇਖੋ ਲੋਕਾਂ ਨੂੰ ਡਿਸਾਈਡ ਕਰਨਾ ਵੀ ਔਖਾ ਹੋ ਜਾਂਦਾ ਵੀ ਕਿਹਨੂੰ ਵੋਟ ਪਾਈਏ ਕਿਹਨੂੰ ਨਾ ਪਾਈਏ। ਵੋਟ ਪਾਉਣਾ ਤੇ ਇੱਕ ਅਧਿਕਾਰ ਹੈ, ਵੋਟ ਪਾਉਣਾ ਫੰਡਾਮੈਂਟਲ ਰਾਈਟਸ ਹੈ। ਸਹੀ ਜੀ, ਸਹੀ। ਮੈਂ ਮਤਲਬ ਸੋਸ਼ਲ ਮੀਡੀਆ ਕਮਾਲ ਕਰਦਾ, ਜਿਹੜੇ ਸਾਈਕਲ ਦੇ ਉੱਤੇ ਕੋਈ ਖਾਣ ਪੀਣ ਦੀਆਂ ਚੀਜ਼ਾਂ ਵੇਚਦੇ ਪਏ ਨੇ, ਇੱਕ ਬਜ਼ੁਰਗ ਜਿਹਾ ਜਾ ਰਿਹਾ ਤੇ ਇੱਕ ਪਾਰਟੀ ਦਾ ਲੀਡਰ ਜਿਹੜਾ ਵੋਟਾਂ ਦੇ ਵਿੱਚ ਪ੍ਰਚਾਰ ਕਰਦੇ ਪਏ, ਚਾਚਾ ਜੀ ਪੈਰੀ ਹੱਥ ਲਾ ਕੇ, ਆ ਦੇਖੋ ਮੈਂ ਤੁਹਾਡੇ ਪੈਰੀ ਹੱਥ ਲਾਉਣਾ ਪਿਆ, ਆ ਦੇਖੋ ਆਪਣੇ ਪੁੱਤਰ ਨੂੰ ਵੋਟ ਪਾਈਓ। ਮੈਂ ਕਿਹਾ ਹੁਣ ਚਾਚਾ ਯਾਦ ਆਇਆ, ਜਦੋਂ ਕੁਰਸੀ ਤੇ ਬਹਿ ਜਾਣਾ ਫਿਰ ਚਾਚਾ ਨਹੀਂ ਯਾਦ ਆਉਣਾ, ਹੁਣ ਪੈਰੀ ਹੱਥ ਲਾਏਗਾ, ਹੁਣ ਤਾਂ ਲੰਮਾ ਪੈ ਕੇ ਵੀ ਮੱਥਾ ਟੇਕੇਗਾ, ਸੜਕ ਦੇ ਉੱਤੇ ਲੰਮਾ ਪੈ ਕੇ ਮੱਥਾ ਟੇਕੇਗਾ। ਹੁਣ ਚਾਚਾ ਜੀ ਲੋੜ ਵੇਲੇ ਗਧੇ ਨੂੰ ਵੀ ਬਾਪ ਕਹਿਣਾ ਪੈਂਦਾ, ਲੋੜ ਹੈ ਉਹਨਾਂ ਨੂੰ ਤਾਂ ਗਧਿਆਂ ਨੂੰ ਵੀ ਕਹਿਣਗੇ ਵੀ ਜਿਹੜੇ ਵੋਟਾਂ ਦੇ ਗਧਿਆਂ ਦੀ ਹੁੰਦੀ ਹੈ ਤੇ ਇਹਨਾਂ ਨੂੰ ਉਹਨਾਂ ਨੂੰ ਵੀ ਬਾਪ ਕਹਿ ਦੇਣਾ। ਇਹ ਜ਼ਰੂਰਤ ਆ, ਜ਼ਰੂਰਤ ਜਿਹੜੀ ਕਾਢ ਦੀ ਮਾਂ ਵਾ। ਤੁਸੀਂ ਉਹ ਗੱਲ ਕਹਿੰਦੇ ਹੁੰਦੇ ਨਾ, ਦੋ ਹਿੱਸਿਆਂ 'ਚ ਖਲਕਤ ਵੰਡੀ, ਇੱਕ ਜੋਕਾਂ ਦਾ ਇੱਕ ਲੋਕਾਂ ਦਾ, ਇਹ ਲਹੂ ਪੀਣੀਆਂ ਜੋਕਾਂ, ਦੋ ਧੜਿਆਂ ਵਿੱਚ ਖਲਕਤ ਮੀਨਸ ਪਬਲਿਕ ਵੰਡੀ, ਇੱਕ ਲੋਕਾਂ ਦਾ ਇੱਕ ਜੋਕਾਂ ਦਾ, ਹੈ ਨਾ। ਤੇ ਉਹੀ ਆ ਵੀ ਜਿੰਦਾ ਕੁੰਡਾ ਮਾਰ ਕੇ ਬੂਹਾ ਟੋਇਆ ਸੀ, ਉੱਤੇ ਜੀ ਆਇਆਂ ਨੂੰ ਲਿਖਿਆ ਹੋਇਆ ਸੀ, ਇਹ ਜੀ ਆਇਆਂ ਨੂੰ ਲਿਖ ਦਿੰਦੇ। ਚਲੋ ਆਪਾਂ ਅੱਗੇ ਵਧੀਏ। ਜੀ। ਨਰਿੰਦਰ ਮੋਦੀ ਜੀ ਕਹਿ ਰਹੇ ਨੇ ਕਿ ਕਰਨਾਟਕ ਨੂੰ ਭਾਰਤ ਨਾਲੋਂ ਤੋੜਨ ਦੀ ਵਕਾਲਤ ਕਰ ਰਹੀ ਹੈ ਕਾਂਗਰਸ, ਉਧਰ ਵੀ ਚੋਣਾਂ ਡਿਊ ਨੇ। ਹੁਣ ਇਹ ਵੀ ਗੱਲਾਂ ਆ ਰਹੀ ਹੈ ਕਿ ਕਾਂਗਰਸ ਨੂੰ ਇਹ ਇਲਜ਼ਾਮ ਵੀ ਲੈਣਾ ਪੈ ਰਿਹਾ ਕਿ ਭਾਰਤ ਨੂੰ ਕਾਂਗਰਸ ਕਰਨਾਟਕ ਤੋਂ ਵੱਖ ਕਰਨਾ ਚਾਹੁੰਦੀ ਹੈ, ਭਾਰਤ ਨੂੰ ਜੋੜਨ ਦਾ। ਕਰਨਾਟਕ ਨੇ ਕਿੱਧਰ ਨੂੰ ਜਾਣਾ ਹੈ ਭਾਰਤ ਨਾਲੋਂ ਟੁੱਟ ਕੇ, ਇਹ ਦੱਸੋ ਪਹਿਲਾਂ। ਪਰ ਇਹਦੇ 'ਚ ਰਾਹੁਲ ਗਾਂਧੀ ਨੇ ਭਾਰਤ ਜੋੜਨ ਦਾ ਗੱਲ ਕੀਤੀ, ਉਹਨਾਂ ਨੇ ਉਸੇ ਇੱਕ ਬਹਾਵ ਦੀ ਗੱਲ ਕਰਤੀ ਵੀ ਇਹ ਭਾਰਤ ਨੂੰ ਤੋੜਨ ਦੀ ਗੱਲ ਕਰ ਰਹੇ ਆ। ਅਸਲ 'ਚ ਜਿਹੜੀ ਤੁਸੀਂ ਪੰਜਾਬ ਦੀ ਗੱਲ ਕੀਤੀ ਇਲੈਕਸ਼ਨ ਦੀ, ਉੱਥੇ ਵੀ ਇਲੈਕਸ਼ਨ ਸਟੰਟ ਹੈ। ਉੱਥੇ ਜਿੱਥੇ ਮੋਦੀ ਸਾਹਿਬ ਬੋਲ ਰਹੇ, ਉੱਥੇ ਭਗਵੰਤ ਮਾਨ ਬੋਲ ਰਿਹਾ ਸੀਗਾ। ਇਹ ਕੁਰਸੀ ਬੋਲਦੀ ਆ, ਬੰਦਾ ਨਹੀਂ ਬੋਲਦਾ। ਉਹ ਕਹਿ ਰਿਹਾ ਕਿ ਤੁਸੀਂ ਦੱਸੋ ਵੀ ਇਹ ਜੋੜਨ ਦਾ ਤੋੜਨ ਦਾ ਕੀ ਮਤਲਬ ਹੋਇਆ। ਇਹਦਾ ਇਹ ਹੈਗਾ ਕਿ ਕਾਂਗਰਸ ਨਾਲ ਉੱਥੇ ਜਿੱਤ ਜੇ, ਅਸੀਂ ਜਿੱਤੀਏ। ਉਹਨਾਂ ਨੇ ਕਹਿਤਾ ਕਿ ਪਹਿਲਾਂ ਵੀ ਕਾਂਗਰਸ ਨੇ ਨਹੀਂ ਰਾਜ ਕੀਤਾ, ਜਿਹੜਾ ਬੀਜੇਪੀ ਰਾਜ ਕਰਦੀ ਰਹੀ ਹੈ ਕਰਨਾਟਕ ਦੇ ਵਿੱਚ, ਰੀਸੈਂਟਲੀ ਉਹਨਾਂ ਨੇ ਉੱਥੇ ਕੰਮ ਕੀਤਾ। ਉਹਨਾਂ ਨੇ ਵੀ ਉੱਥੋਂ ਦੀਆਂ ਲੋਕਾਂ ਦੀਆਂ ਸਹੂਲਤਾਂ ਦਾ ਜਿਹੜਾ ਨਾ ਮੀਂਹ ਵਰਾਤਾ, ਜਿਹੜੀ ਝੜੀ ਲਾਤੀ ਉੱਥੇ ਵੀ ਆਹ ਦੇ ਦਾਂਗੇ, ਨੌਕਰੀਆਂ ਦੇ ਦਾਂਗੇ, 10 ਲੱਖ ਬੰਦਿਆਂ ਨੂੰ ਰੁਜ਼ਗਾਰ ਦੇ ਦਾਂਗੇ, ਉੱਥੇ ਔਰਤਾਂ ਨੂੰ ਪੜ੍ਹਨ ਦੀ ਜਿਹੜੀ ਆਜ਼ਾਦੀ ਦੇ ਦਾਂਗੇ, ਮੁਫਤ ਪੜ੍ਹਨਗੇ ਬੱਚੇ, ਕਈ ਕੁਛ ਦੇ ਦਿੱਤਾ। ਔਰ ਜੋ ਕੁਛ ਇਹ ਵਿਚਾਰ ਕਰਦੇ ਆ ਪ੍ਰੈਕਟੀਕਲੀ ਉਹ ਹੁੰਦਾ ਨਹੀਂ। ਹਾਲਾਂਕਿ ਕਰਨਾਟਕ ਦੇ ਲੋਕ ਬਹੁਤ ਪੜ੍ਹੇ ਲਿਖੇ ਲੋਕ ਹੈਗੇ, ਪਹਿਲਾਂ ਵੀ ਐਡਵਾਂਸ ਜਿਹੜਾ ਸਟੇਟ ਉਹਦੇ 'ਚ ਇੱਦਾਂ ਦੀ ਕੋਈ ਹੈ ਨਹੀਂ। ਪਰ ਜਦੋਂ ਦੌੜ ਲੱਗ ਜਾਂਦੀ ਹੈ ਜਿੱਤਣ ਦੀ, ਹੈ ਨਾ, ਅੱਗੇ ਲੰਘਣ ਦੀ, ਉਦੋਂ ਝੂਠ ਦੇ ਪਲੰਦੇ ਆ ਲੋਕ, ਝੂਠ ਬੋਲਦੇ ਆ। ਰਾਜਨੀਤਿਕ ਜਿਹੜੇ ਨੇਤਾ ਉਹ ਝੂਠ ਬੋਲਦੇ ਆ ਲੋਕਾਂ ਦੇ ਅੱਗੇ। ਉਹਨਾਂ ਨੂੰ ਪਤਾ ਵੀ ਜਿਹੜਾ ਜਿੰਨਾ ਝੂਠ ਬੋਲਾਂਗੇ ਉਹਨਾਂ ਲੋਕਾਂ ਨੂੰ ਖਿੱਚਾਂਗੇ। ਲਾਲਸਾ ਦੇ ਵਸ ਕਰਕੇ, ਲੋਕਾਂ ਨੂੰ ਸਹੂਲਤਾਂ ਦੇ ਵਸ ਕਰਕੇ, ਲੋਕਾਂ ਨੂੰ ਪੈਸਾ ਦੇ ਕੇ ਜੋ ਸੋਚ ਪੰਜਾਬ 'ਚ ਹੋ ਰਹੀ ਆ, ਉਹੀ ਸੋਚ ਕਰਨਾਟਕ 'ਚ। ਇਲੈਕਸ਼ਨ ਦਾ ਸਟੰਟ ਪੂਰੇ ਇੰਡੀਆ 'ਚ ਇੱਕੋ ਹੀ ਹੁੰਦਾ, ਉਹੀ ਗੱਡੀਆਂ ਚੱਲਦੀਆਂ, ਉਹੀ ਪ੍ਰਚਾਰਕ ਹੁੰਦੇ ਆ। ਪ੍ਰਚਾਰਕ ਜਿਹੜੇ ਸਪੋਕਸਮੈਨ ਇਹਨਾਂ ਦੇ ਉਹੀ ਹੁੰਦੇ ਆ। ਜਿਸ ਤਰ੍ਹਾਂ ਨਵਜੋਤ ਸਿੱਧੂ ਜਦੋਂ ਵੋਟਾਂ ਪੈਂਦੀਆਂ ਜੇ ਕਿਤੇ ਹੁੰਦਾ, ਇਹ ਸਪੋਕਸਮੈਨ ਦੇ ਤੌਰ 'ਤੇ, ਪ੍ਰਚਾਰਕ ਦੇ ਤੌਰ 'ਤੇ ਪੂਰੇ ਕੰਟਰੀ 'ਚ ਘੁੰਮਦੇ ਆ, ਉੱਥੇ ਸਾਰਾ ਕੁਝ ਕਰਦੇ ਆ। ਪੰਜਾਬ 'ਚ ਇਹਨਾਂ ਨੇ ਜੋ ਕੁਝ ਕੀਤਾ, ਹੁਣ ਇਹ ਇਸ ਸਟੰਟ 'ਚ ਵੀ ਲੱਗੇ ਪਏ ਆ ਵੀ ਜਿਹੜਾ ਪੰਜਾਬ 'ਚ ਇਲੈਕਸ਼ਨ ਹੋ ਰਹੀ ਆ, ਇਹ ਕਹਿੰਦਾ ਸਾਨੂੰ ਦੱਸੋ ਆਪ ਨੇ ਕੀ ਕੀਤਾ। ਆਪ ਵਾਲੇ ਕਹਿੰਦੇ ਤੁਸੀਂ ਕੀ ਕੀਤਾ, ਤੇ ਲੋਕ ਉਸ ਵੇਲੇ ਸਾਰੇ ਲੋਕ ਪਬਲਿਕ ਕਹਿਣ ਲੱਗ ਪੈਂਦੇ ਵੋਟਾਂ ਵਾਲੇ ਵੀ ਕੀਤਾ ਦੋਵਾਂ ਨੇ ਕੁਝ ਨਹੀਂ ਕੀਤਾ, ਜੋ ਕੁਛ ਅਸੀਂ ਚਾਹੁੰਦੇ ਉਹ ਨਹੀਂ ਕਰ ਸਕੇ, ਤੁਸੀਂ ਸਾਰੀਆਂ ਪਾਰਟੀਆਂ ਜ਼ੀਰੋ 'ਤੇ ਬੈਠੀਆਂ ਜੀ। ਉਹ ਗੱਲ ਹੈਗੀ ਆ। ਇਹ ਸਿਰਫ ਤੇ ਸਿਰਫ ਝੂਠ ਦਾ ਪਲੰਦਾ ਹੁੰਦਾ ਇਲੈਕਸ਼ਨ ਦਾ। ਸਟੰਟ ਤੁਸੀਂ ਬਹੁਤ ਵਧੀਆ ਕਿਹਾ। ਇੱਕ ਸਟੰਟਮੈਨ ਫਿਲਮਾਂ 'ਚ ਹੁੰਦੇ ਨੇ, ਇਹ ਸਟੰਟਮੈਨ ਇਲੈਕਸ਼ਨਸ ਦੇ ਸਟੰਟਮੈਨ ਹੁੰਦੇ ਨੇ, ਨਵੇਂ ਛੇੜਦੇ ਨੇ, ਮੈਂ ਜਿੱਤਾਂ। ਉਹ ਪਬਲਿਕ ਜਿੱਤੇ ਯਾਰ, ਪਬਲਿਕ ਨੂੰ ਜਿੱਤਣਾ ਚਾਹੀਦਾ। ਸਹੀ ਗੱਲ। ਤੇ ਪਬਲਿਕ ਵਾਸਤੇ ਕੀ ਕਰਦੇ ਪਏ ਹੋ? ਉਹ ਉਹਨੂੰ ਤੋਮਤ ਲਾ ਦੂਗਾ, ਉਹ ਉਹਨੂੰ ਤੋਮਤ ਲਾ ਦੂਗਾ, ਤੂੰ ਝੂਠਾ ਹੋ ਕਹੇਗਾ ਤੂੰ ਝੂਠਾ। ਦੇਖੋ ਵਿੱਚੋਂ ਸਾਰੇ ਇੱਕੋ ਹੀ ਨੇ। ਔਰ ਕਈ ਵਾਰ ਇਹ ਵੀ ਦੇਖਣ ਨੂੰ ਮਿਲਦਾ ਕਿ ਇਹ ਦੋ ਵੱਖ-ਵੱਖ ਪਾਰਟੀਆਂ ਸਾਨੂੰ ਵਾਸਤੇ ਦਿਖਾਉਣ ਵਾਸਤੇ ਨੇ, ਆਪਸ 'ਚ ਰਿਸ਼ਤੇਦਾਰ ਵੀ ਨੇ, ਆਪਸ 'ਚ ਮੁੰਡੇ ਕੁੜੀਆਂ ਵੀ ਵਿਆਹੁੰਦੇ ਨੇ, ਆਪਸ ਦੇ ਵਿੱਚ ਬਿਜ਼ਨਸ ਵੀ ਇਕੱਠੇ ਕਰਦੇ ਨੇ, ਪਾਰਟਨਰਸ਼ਿਪ ਵੀ ਕਰਦੇ ਨੇ, ਇਕੱਠੇ ਬਹਿੰਦੇ ਆ, ਰੈਸਟੋਰੈਂਟਾਂ 'ਚ ਇਕੱਠੇ ਹੁੰਦੇ ਆ, ਉੱਤੇ ਜੋ ਕੁਝ ਚੱਲਦਾ ਇਕੱਠੇ ਚੱਲਦਾ ਇਹਨਾਂ ਦਾ, ਇਕੱਠੇ ਚੱਲਦੇ ਨੇ। ਲੋਕਾਂ ਨੂੰ ਮੇਰਾ ਖਿਆਲ ਉੱਥੇ ਬਹਿ ਕੇ ਤੈਅ ਕਰਦੇ ਹੋਣਗੇ ਤੂੰ ਕਿਵੇਂ ਮੂਰਖ ਬਣਾਉਣਾ ਹੈ ਪਬਲਿਕ ਨੂੰ ਤੇ ਮੈਂ ਕਿਵੇਂ ਮੂਰਖ ਬਣਾਉਣਾ ਹੈ, ਉਹ ਸਟ੍ਰੈਟਜੀ ਤੈਅ ਕਰਦੇ ਹੋਣਗੇ। ਜਿਵੇਂ ਕਈ ਵਾਰ ਹੁੰਦਾ ਨਾ ਕੋਈ ਕੇਸ ਚੱਲਦਾ ਪਿਆ ਤੇ ਦੋ ਵਕੀਲ ਆਪਸ 'ਚ ਮਿਲ ਜਾਂਦੇ ਨੇ, ਉਹ ਓਪੋਜ਼ਿਟ ਪਾਰਟੀ ਦੇ ਹੁੰਦੇ ਨੇ, ਉਹਦਾ ਵਕੀਲ ਵੀ ਇਹਦੇ ਨਾਲ, ਇਹਦਾ ਵਕੀਲ ਵੀ ਇਹਦੇ ਨਾਲ ਮਿਲ ਕੇ ਹਾਂ ਬਈ ਕਿੰਨਾ ਕੁ ਲੰਬਾ ਚਲਾਉਣਾ ਹੈ। ਪਾਰਟੀਆਂ ਕੋਲ ਕਾਫੀ ਪੈਸੇ, ਆਪਣੀਆਂ ਜੇਬਾਂ ਭਰ ਲਈ, ਉਦੋਂ ਤੱਕ ਤਾਂ ਚਲਾਉਣਾ ਹੀ ਪੈਣਾ। ਮੈਂ ਨਵਾਂ ਆਫਿਸ ਬਣਾਉਣਾ ਤੇ ਮੈਂ ਨਵਾਂ ਕਮਰਾ ਬਣਾਉਣਾ, ਆਪਣੇ ਬਿਲਡਿੰਗ ਬਣਵਾਉਣੀ ਹੈ, ਇਸ ਕਰਕੇ ਕੇਸ ਥੋੜਾ ਲੰਬਾ ਖਿੱਚੀਏ, ਪਾਕਟਸ ਭਰੀਏ ਆਪਣੀਆਂ, ਉਸ ਤੋਂ ਬਾਅਦ ਦੇਖਾਂਗੇ ਕਿੱਧਰ ਨੂੰ ਜਾਂਦਾ ਕੰਮ। ਜਦੋਂ ਪੰਜਾਬ 'ਚ ਤੀਜੀ ਪਾਰਟੀ ਨਹੀਂ ਸੀ ਨਾ, ਤੀਜਾ ਫਰੰਟ ਨਹੀਂ ਸੀਗਾ, ਉਦੋਂ ਕਾਂਗਰਸ ਤੇ ਅਕਾਲੀ ਤੇ ਜੁਆਇੰਟਲੀ ਬੀਜੇਪੀ ਹੁੰਦੀ,
ਉਹਨਾਂ ਨੂੰ ਇਹਦੇ 5 ਸਾਲ ਤੂੰ ਕਰ ਲੈ, 5 ਸਾਲ ਮੈਂ ਕਰ ਲੈਣਾ, 5 ਸਾਲ ਉਹੀ ਇੱਕ ਮੁੱਕੀ ਚੁੱਕ ਲੈ, ਦੂਜੀ ਨੂੰ ਤਿਆਰ ਪਈ, ਮੈਂ ਵੀ ਆ ਗਿਆ ਤੂੰ ਵੀ ਚੱਲ ਜਾ, ਕਰਨਾ ਕੱਖ ਨਹੀਂ। ਬਿਲਕੁਲ ਜੀ, ਤੁਹਾਡੇ ਤੋਂ ਉਹਨਾਂ ਨੇ ਕਹਿੰਦੇ ਰਲ ਕੇ ਵੀ ਯਾਰ ਤੇਰੇ ਤੋਂ ਬਗੈਰ ਤੇ ਮੇਰੇ ਤੋਂ ਬਗੈਰ ਹੈ ਨਹੀਂ ਕੋਈ ਵੀ ਮੁੱਖ ਮੰਤਰੀ, ਆਪਾਂ ਹੀ ਬਣਨਾ। ਹਰ ਫੀਲਡ ਦੇ ਵਿੱਚ ਕਾਲੀਆਂ ਭੇਡਾਂ ਨੇ, ਭਾਵੇਂ ਵਕਾਲਤ ਦੇ ਫੀਲਡ ਵਿੱਚ ਵਕੀਲਾਂ ਦੀ ਆਪਾਂ ਗੱਲ ਕੀਤੀ ਉਹਦੇ 'ਚ ਵੀ ਕਾਲੀਆਂ ਭੇਡਾਂ ਨੇ, ਸਾਰੇ ਇਦਾਂ ਦੇ ਨਹੀਂ ਪਰ ਕਾਲੀਆਂ ਭੇਡਾਂ ਮੌਜੂਦ ਨੇ। ਪੋਲਿਟਿਕਸ ਦੇ ਵਿੱਚ ਵੀ ਮੌਜੂਦ ਨੇ, ਹਰ ਖੇਤਰ ਦੇ ਵਿੱਚ ਮੌਜੂਦ ਨੇ, ਜਿਹਨੂੰ ਮੇਰੀ 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 ਆਪਣੀ ਪਈ ਹੋਈ ਹੈ। ਬਸ ਜਿਹੜਾ ਫਰਜ਼ ਹੈ ਉਹ ਨਹੀਂ ਅਦਾ ਕਰਨਾ, ਪਰ ਜਿਸ ਫਰਜ਼ ਵਾਸਤੇ ਤੁਹਾਨੂੰ ਬਿਠਾਇਆ ਗਿਆ ਜੀ। ਆਪਾਂ ਅੱਗੇ ਚੱਲਦੇ ਹਾਂ। ਹੁਣ ਰਾਹੁਲ ਗਾਂਧੀ ਵੀ ਘੇੜਦੇ ਪਏ ਨੇ। ਰਾਹੁਲ ਗਾਂਧੀ ਕਹਿੰਦੇ ਨੇ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਕਹਿੰਦੇ ਨੇ ਕਿ ਭ੍ਰਸ਼ਟਾਚਾਰ ਦੇ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਉੱਤਰਦਾਈ ਨੇ, ਜਵਾਬ ਦੇਣ। ਹਿੰਡਨਬਰਗ ਦੀ ਰਿਪੋਰਟ ਦੀ ਗੱਲ ਹੁੰਦੀ ਹੈ, ਅਡਾਨੀ ਨਾਲ ਕੀ ਸੰਬੰਧ ਨੇ ਉਹ ਗੱਲ ਹੁੰਦੀ ਹੈ, ਔਰ ਬਾਕੀ ਵੀ तमाम ਗੱਲਾਂ ਹੁੰਦੀਆਂ ਨੇ। ਔਰ ਜਦੋਂ ਦਾ ਸਤਿਆਪਾਲ ਮਲਿਕ ਜੀ ਦਾ ਉਹ ਇੰਟਰਵਿਊ ਸਾਹਮਣੇ ਆਇਆ ਹੈ ਉਸ ਤੋਂ ਬਾਅਦ ਤੇ ਗੱਲਾਂ ਕੁਝ ਜ਼ਿਆਦਾ ਹੀ ਹੋਣ ਲੱਗ ਪਈਆਂ ਨੇ, ਔਰ ਇਹਦਾ ਅਸਰ ਜਿਹੜਾ ਹੈ 2024 ਦੀਆਂ ਇਲੈਕਸ਼ਨਸ ਨੂੰ ਟਾਰਗੇਟ ਕਰਕੇ ਦੇਖਿਆ ਜਾ ਰਿਹਾ ਹੈ। ਹਾਂ, ਰਾਹੁਲ ਗਾਂਧੀ ਨੇ ਹੁਣੇ ਇੱਕ ਜਨ ਸੰਬੋਧਨ ਕੀਤਾ ਸਾਰਿਆਂ ਲੋਕਾਂ ਨੂੰ, ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਮੈਨੂੰ ਕੱਢਿਆ ਕਿਉਂ ਗਿਆ, ਮੈਨੂੰ ਮੇਰੀ ਰਿਹਾਇਸ਼ ਕਿਉਂ ਖੋਈ ਗਈ, ਇਸ ਕਰਕੇ ਕਿ ਹਿੰਡਨਬਰਗ ਦੀ ਰਿਪੋਰਟ ਮੰਗੀ ਸੀ ਮੈਂ, ਔਰ ਉਹਦੇ ਵਿੱਚ ਮੈਂ ਕਿਹਾ ਸੀ ਕਿ ਜਿਹੜੀ ਕਮੇਟੀ ਬਣਾਉਣੀ ਪਾਰਲੀਮੈਂਟ ਨੇ ਉਹ ਲਿਫਾਫਾ ਬੰਦ ਨਹੀਂ ਹੋਣੀ ਚਾਹੀਦੀ, ਸ਼ਰੇਆਮ ਦੱਸੋ ਕੌਣ ਕੌਣ ਬੰਦੇ ਉਹਦੇ 'ਚ ਹੈਗੇ ਆ। ਉਹ ਆਂਦੇ ਕਮੇਟੀ ਦਾ ਤਾਂ ਜਿਹੜੀ ਬਣਾਉਣੀ ਸੀ ਉਹਦਾ ਤਾਂ ਸਫਾਇਆ ਕਰ ਦਿੱਤਾ, ਮੇਰਾ ਵੀ ਨਾਲ ਸਫਾਇਆ ਕਰਤਾ, ਮੈਨੂੰ ਵੀ ਇਹਨਾਂ ਨੇ ਨੁੱਕਰੇ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਜਿਹੜਾ ਕਦੀ ਨੁੱਕਰੇ ਨਹੀਂ ਲੱਗਦਾ, ਮੇਰੇ ਕੰਮ ਤਾਂ ਜਿਹੜੇ ਬੋਲਦੇ ਆ ਪਰ ਮੇਰੀ ਇਮਾਨਦਾਰੀ ਬੋਲਦੀ ਆ। ਉਹਨਾਂ ਨੇ ਕਿਹਾ ਕਿ ਜਿਹੜੇ ਵੀ ਸਟੇਟਾਂ ਦੇ ਵਿੱਚ ਡਬਲ ਇੰਜਨ ਜਿਹੜੀ ਆਪਾਂ ਅੱਗੇ ਵੀ ਗੱਲ ਕਰਦੇ ਹਾਂ, ਜਿਹਦੇ ਅੱਗੇ ਇੰਜਨ ਬੀਜੇਪੀ ਦਾ ਵੱਡਾ ਹੈਗਾ, ਪਿਛਲੇ ਪਾਸੇ ਜਨਤਾ ਬਿਠਾਈ ਹੈਗੀ ਆ, ਅਤੇ ਇੱਕ ਇੰਜਨ ਜਿਹੜਾ ਇਹਨਾਂ ਨੇ ਆਪਣਾ ਸਟੇਟ ਦਾ ਲਾਇਆ ਆਂਦਾ। ਉਹ ਦੋ ਡਬਲ ਇੰਜਨ ਦੇ ਵਿੱਚ ਦੇਖੋ ਕਰਪਸ਼ਨ ਕਿੱਥੇ ਤੇ ਕਿੰਨੀ ਹੋਈ ਆ। ਈਡੀ ਸਾਹਿਬ ਨੂੰ ਆਂਦਾ ਪਤਾ ਹੈਗਾ, ਉਹ 'ਚ CBI ਨੂੰ ਪਤਾ ਹੈਗਾ, ਸਾਰਿਆਂ ਨੂੰ ਪਤਾ ਵੀ ਕੌਣ ਕਰਪਸ਼ਨ ਕਰ ਰਿਹਾ। 40% ਆਂਦਾ ਕਰਪਸ਼ਨ 'ਚ ਜਾ ਰਿਹਾ, 60% ਲੋਕਾਂ ਦੇ ਹੱਥ 'ਚ ਆ ਰਿਹਾ। ਇਹ ਰਾਜੀਵ ਗਾਂਧੀ ਨੇ ਵੀ ਕਿਹਾ ਸੀਗਾ, ਇਹਦੇ ਫਾਦਰ ਨੇ ਵੀ ਕਿਹਾ ਸੀਗਾ ਕਿ ਮੈਂ ਉੱਥੋਂ ਜਿਹੜਾ ਭੇਜਦਾ 1 ਰੁਪਈਆ ਉਹਦੇ 'ਚੋਂ ਸਾਰੇ 12 ਪੈਸੇ ਜਾਂਦੇ ਆ ਪੰਜਾਬ 'ਚ ਜਾਂ ਬਾਹਰਲੇ ਸੂਬਿਆਂ 'ਚ, ਬਾਕੀ ਜਿਹੜੇ ਹੈਗੇ ਆ ਲੋਕਾਂ ਦੀਆਂ ਨੇਤਾਵਾਂ ਜਿਹੜੇ ਆ ਨੇਤਾ ਨੇ ਜਾਂ ਪਾਰਟੀਆਂ ਉੱਥੇ ਬੈਠੀਆਂ ਉਹ ਖਾ ਜਾਂਦੀਆਂ। ਇਹ ਵੀ ਉਹ ਵੀ ਉਦੋਂ ਡਬਲ ਇੰਜਨ ਦੀ ਗੱਲ ਹੈਗਾ। ਹੁਣ ਪੰਜਾਬ ਦੇ ਵਿੱਚ ਵਿਕਾਸ ਫੰਡ ਜਿਹੜਾ ਸੀ ਬਿਲਕੁਲ ਟੋਟਲੀ ਬੰਦ ਹੀ ਕਰ ਦਿੱਤਾ, ਹੈ ਹੀ ਨਹੀਂਗਾ, ਉਸ ਜਿਹੜਾ ਸਟੇਟ ਕਰ ਰਿਹਾ, ਇਸ ਕਰਕੇ ਕਰ ਦਿੱਤਾ। ਲੋਕਾਂ ਨੂੰ ਪਤਾ ਹੈਗਾ ਕਿ ਸੈਂਟਰ ਤੋਂ ਪੈਸਾ ਨਹੀਂ ਮਿਲਣਾ, ਇਸ ਕਰਕੇ ਨਹੀਂ ਮਿਲਣਾ, ਉਹਨਾਂ ਦੀ ਸਰਕਾਰ ਹੀ ਨਹੀਂ ਇੱਥੇ। ਉਹ ਕਹਿੰਦੇ ਇਹੋ ਫੰਡ ਆਪਣੀਆਂ ਉਹਨਾਂ ਸਰਕਾਰਾਂ ਨੂੰ ਹੁੰਦਾ ਜਿੱਥੇ ਸਾਡੀਆਂ BJP ਬੈਠੀ ਹੈ, ਸਾਡੀਆਂ ਸਰਕਾਰਾਂ ਬੈਠੀਆਂ। ਇਹ ਬਾਕਾਇਦਾ ਤੌਰ 'ਤੇ ਸਾਰੀਆਂ ਜਿਹੜੇ ਉੱਥੋਂ ਦੇ ਆਗੂ ਨੇ ਉਹਨਾਂ ਨੂੰ ਪਤਾ ਹੈਗਾ, ਔਰ ਇਹੀ ਕਾਂਗਰਸ ਦੇ ਇਸ ਆਗੂ ਨੇ ਕਹਿ ਦਿੱਤਾ ਕਿ ਜਿੱਥੇ ਵੀ ਇਹਨਾਂ ਦੀ ਸਰਕਾਰਾਂ ਹੈਗੀਆਂ ਆਂਦਾ ਹੁਣੇ ਆ ਜਿਹੜਾ ਰੌਲਾ ਪੈ ਰਿਹਾ ਕਰਨਾਟਕਾ ਦੀ ਇਲੈਕਸ਼ਨ ਦਾ, ਨਾਗਾਲੈਂਡ 'ਚ ਵੀ ਆਂਦਾ ਇਹੀ ਕੁਛ ਹੋਇਆ, ਅੰਦਰ ਖਾਤੇ ਬੈਂਕਾਂ 'ਚ ਟ੍ਰਾਂਜੈਕਸ਼ਨ ਦਾ ਪੈਸਾ ਜਾ ਰਿਹਾ ਇਲੈਕਸ਼ਨ ਫੰਡ ਦੇ ਨਾਂ 'ਤੇ। ਹੁਣ ਕਾਂਗਰਸ ਕੋਲ ਤਾਂ ਇਹਨਾਂ ਦਾ ਪੈਸਾ ਹੈ ਨਹੀਂ ਕਿਉਂਕਿ ਰੂਲਿੰਗ ਪਾਰਟੀ ਹੈ ਨਹੀਂ, ਉਹਨਾਂ ਕੋਲ ਤਾਂ ਇਹ ਪੈਸਾ ਹੈ ਨਹੀਂ, ਅਤੇ ਲੋਕਾਂ ਨੂੰ ਵੀ ਤਵੱਕੂ ਹੈਗੀ ਹੈ ਪੈਸੇ ਦੀ। ਜਿਹੜੇ ਕੰਮ ਕਰ ਰਹੇ ਉਹਨਾਂ ਦੇ ਵਿੱਚ ਜਿਹੜੇ ਨਾਲ ਉਹਨਾਂ ਦੇ ਮੀਡੀਆ ਮੈਨ ਨੇ ਜਿਹੜੇ ਮੱਧ ਤੌਰ 'ਤੇ ਕੰਮ ਕਰ ਰਹੇ ਆ, ਉੱਥੋਂ ਤੱਕ ਪਹੁੰਚ ਕਰਦੇ ਆ, ਪੈਸਾ ਉਹਨਾਂ ਦੇ ਹੱਥ 'ਚ ਆਉਂਦਾ, ਅੱਗੇ ਜਾਂਦਾ, ਅੱਗੇ ਜਾ ਕੇ ਉਹਨਾਂ ਦੀਆਂ ਵੋਟਾਂ ਦੱਸਦੇ ਪਿਆ ਇਸ ਏਰੀਏ 'ਚ ਇੰਨੀਆਂ ਵੋਟਾਂ ਪੈ ਗਈਆਂ, ਇੰਨੀਆਂ ਤੁਹਾਨੂੰ ਆ ਗਈਆਂ। ਇਲੈਕਸ਼ਨ ਐਗਜ਼ਿਟ ਪੋਲ ਜਦੋਂ ਆਉਂਦਾ ਵਾ ਇਸੇ ਕਰਕੇ ਆ ਜਾਂਦਾ, ਉਹ ਜਿਹੜੇ ਵਿੱਚ ਪੈਰੋਕਾਰ ਨੇ ਉਹ ਆਪਣੇ ਆਪ ਦੱਸ ਦਿੰਦੇ ਆ ਵੀ ਆਹ ਤੁਹਾਡੀਆਂ ਵੋਟਾਂ ਪੱਕੀਆਂ ਹੋ ਗਈਆਂ। ਇਹ ਪੈਸਾ ਕਿੱਥੇ ਹੈਗਾ? ਵੋਟਾਂ ਕਾਹਦੀਆਂ? ਪੈਸੇ 'ਤੇ ਵਿਕਦੀਆਂ, ਤੱਕੜੀ ਦੇ ਭਾਅ ਤੁਲਦੀਆਂ। ਇੱਕ ਪਾਸੇ ਵੋਟਾਂ, ਇੱਕ ਪਾਸੇ ਪੈਸਾ, ਇੱਕ ਪਾਸੇ ਵੋਟਾਂ। ਇਹ ਹੈਗਾ ਇਹ ਲੋਕਤੰਤਰ ਦੀ ਅਦਾਲਤ। ਇਹ ਵੈਸੇ ਰਾਹੁਲ ਗਾਂਧੀ ਨੇ ਗੱਲ ਕੀਤੀ ਹੈਗੀ ਆ। ਹੁਣ ਪਤਾ ਨਹੀਂ ਵੇਖਦੇ ਆ ਵੀ ਲੋਕ ਉਹਨੂੰ ਰਾਹੁਲ ਗਾਂਧੀ ਨੂੰ ਸੱਚਾ ਕਹਿੰਦੇ ਜਾਂ ਝੂਠਾ ਕਹਿੰਦੇ ਆ। ਵੈਸੇ ਗੌਰਮੈਂਟ ਨੇ ਤੁਹਾਨੂੰ ਝੂਠਾ ਕਰਕੇ ਕੱਢ ਦਿੱਤਾ, ਜਿਹੜੀ ਇਸ ਵੇਲੇ ਦੀ ਗੌਰਮੈਂਟ ਆ, ਉਹਨਾਂ ਨੇ ਕਹਿਤਾ ਵੀ ਉਪਨਾਮ ਰੱਖਦਾ। ਇਹਨੇ ਪਤਾ ਨਹੀਂ ਕਿੰਨੀ ਵਾਰੀ ਪ੍ਰਧਾਨ ਮੰਤਰੀ ਦਾ ਉਲਟਾ ਨਾਂ ਲਿਆ, ਬਹੁਤ ਕੁਝ ਕੀਤਾ, ਪਰ ਇਹ ਵੀ ਗੱਲ ਤਾਂ ਉਹਨਾਂ ਦੀ ਸਹੀ ਹੈਗੀ ਆ। ਇਹ ਜਿਹੜੀ ਪੋਸਟ ਹੈਗੀ ਆ ਬੜੀ ਇਮਾਨਦਾਰ ਤਾਂ ਹੁੰਦੀ ਆ, ਇੱਜ਼ਤਦਾਰ ਔਨਰੇਬਲ ਪੋਸਟ ਹੁੰਦੀ ਆ। ਜਿਹੜਾ ਦੇਸ਼ ਦਾ ਰਾਜਾ ਹੈਗਾ ਉਹਦੇ ਲਈ ਵੈਸੇ ਬੇਹੂਦਾ ਜਿਹੜਾ ਬੋਲਣਾ ਵੀ ਮਾੜੀ ਗੱਲ ਹੈ। ਤੁਸੀਂ ਗੱਲ ਕਰਨੀ ਹੈ ਤਰੀਕੇ ਨਾਲ ਕਰੋ। ਉਹ ਵੀ ਇਸੇ ਤਰ੍ਹਾਂ ਇਹਦੇ ਨਾਲ ਕਰਦੇ ਆ, ਉਹਨਾਂ ਨਾਲ ਕਰਦਾ। ਇਹ ਪਤਾ ਕਿ ਵਾਰੀ ਦਾ ਵੱਟਾ, ਉਹ ਤੇਰਾ ਪਿਓ ਝੂਠਾਂ ਦਾ ਤੇਰਾ ਪਿਓ ਝੂਠਾ, ਤੇਰੀ ਮਾਂ ਝੂਠੀ ਤੇ ਮੇਰੀ ਮਾਂ ਝੂਠੀ। ਇਹਦੇ ਵਿੱਚ ਇਹਨਾਂ ਦੀਆਂ ਇਹ ਗੱਲਾਂ ਆ ਜਾਂਦੀਆਂ, ਤੂੰ ਮੈਂ ਤੂੰ ਤੜਾਕ ਵਾਲੀ ਗੱਲ ਹੋ ਜਾਂਦੀ। ਉਹ ਆ ਗੱਲ ਇਹੀ ਹੈ ਨਾ, ਕਈ ਵਾਰ ਐਕਸਪਰਟਸ ਇਹ ਵੀ ਕਹਿੰਦੇ ਨੇ, ਦੇਖੋ ਹੁਣ ਇਹ ਲੋਕਤੰਤਰ ਦਾ ਕਿੱਦਾਂ ਮਜ਼ਾਕ ਹੀ ਬਣ ਜਾਂਦਾ ਹੈ ਕਿ ਲੋਕਾਂ ਨੇ ਇੱਕ ਪਾਰਟੀ ਨੂੰ ਚੁਣਿਆ, ਉੱਥੇ ਉਹ ਸਰਕਾਰ ਬਣਨ ਲੱਗੀ ਤਾਂ ਦੂਜੀ ਪਾਵਰਫੁਲ ਪਾਰਟੀ ਨੇ ਖਰੀਦ ਫਰੋਖਤ ਕਰਕੇ, ਹਾਰਸ ਟ੍ਰੇਡਿੰਗ ਕਰਕੇ ਉਹਨਾਂ ਨੂੰ ਤੋੜ ਕੇ ਆਪਣੀ ਸਰਕਾਰ ਬਣਾ ਲਈ। ਮੈਂਡੇਟ ਕਿਸੇ ਨੂੰ ਮਿਲਿਆ, ਸਰਕਾਰ ਕੋਈ ਬਣਾ ਗਿਆ। ਔਰ ਇਹ ਇੱਦਾਂ ਦੀਆਂ ਘਟਨਾਵਾਂ ਜਦੋਂ ਹੁੰਦੀਆਂ ਨੇ ਲੋਕਤੰਤਰ ਦੇ ਵਿੱਚ, ਐਕਸਪਰਟਸ ਕਹਿੰਦੇ ਨੇ ਕਿ ਇਹ ਤਾਂ ਲੋਕਤੰਤਰ ਨਹੀਂ ਹੈ। ਤੁਸੀਂ ਲੋਕਾਂ ਦੀ ਆਵਾਜ਼ ਦਬਾ ਦਿੱਤੀ, ਤੁਸੀਂ ਆਪਣੀ ਮਨਮਰਜ਼ੀ ਕਰ ਲਈ, ਕੰਨ ਇੱਧਰੋਂ ਨਹੀਂ ਫੜਿਆ ਤੇ ਉੱਧਰੋਂ ਫੜ ਲਿਆ, ਤੁਸੀਂ ਆਪਣੀ ਸਰਕਾਰ ਬਣਾਉਣ ਲਈ। ਹਾਲਾਂਕਿ ਤੁਸੀਂ ਇਲੈਕਸ਼ਨ 'ਚ ਹਾਰ ਗਏ ਹੋ, ਪਬਲਿਕ ਨੇ ਤੁਹਾਨੂੰ ਨਹੀਂ ਜਿਤਾਇਆ, ਪਰ ਤੁਸੀਂ ਆਪਣੀ ਚਲਾਕੀ ਦੇ ਨਾਲ ਸਰਕਾਰ ਬਣਾ ਲਈ।
ਇਹ ਵੀ ਤਾਂ ਸਹੀ ਨਹੀਂ ਹੈ ਨਾ। ਇਹ ਵੀ ਤਾਂ ਲੋਕਾਂ ਦੀ ਜਿਹੜੀ ਮਨ ਦੀ ਭਾਵਨਾ ਹੈ ਉਹਦੇ ਖਿਲਾਫ, ਉਹਦੇ ਉਲਟ ਕੰਮ ਕਰਨ ਵਾਲੀ ਗੱਲ ਹੈ। ਹਾਲਾਂਕਿ ਸੰਵਿਧਾਨ ਦਾ ਵੀ ਤੁਸੀਂ ਗਲਤ ਇਸਤੇਮਾਲ ਕਰਦੇ ਹੋ, ਆਪਣੇ ਮਤਲਬ ਲਈ ਤੁਸੀਂ ਸੰਵਿਧਾਨ ਨੂੰ ਤੋੜ ਮਰੋੜ ਲੈਂਦੇ ਹੋ। ਵੈਸੇ ਇਹ ਜਿਹੜੀ ਦੋ ਗੱਲਾਂ ਦੋ ਸਟੇਟਾਂ 'ਚ ਹੋਈਆਂ, ਜਿੱਥੇ ਉਹ ਵਿਕਦੇ ਆ ਪੈਸੇ ਨਾਲ MLA MP, ਉਹਦੇ ਵਿੱਚ ਹੋਇਆ ਸਰਕਾਰਾਂ ਬਣੀਆਂ ਮਹਾਰਾਸ਼ਟਰ 'ਚ, ਸਾਰੇ MLA ਇੱਕ ਰੈਸਟੋਰੈਂਟ 'ਚ ਇਕੱਠੇ ਕਰ ਲਏ ਸੀ ਉਹਦੇ ਵਿੱਚ, ਤੇ ਉਹਨਾਂ ਦਾ ਪੈਸਾ ਚੱਲਿਆ ਔਰ ਉਹਦੇ ਵਿੱਚ ਸਰਕਾਰਾਂ ਬਣੀਆਂ। ਇਹੀ ਹਾਲ ਅਸਾਮ 'ਚ ਵੀ ਹੋਇਆ, ਦੋਨਾਂ ਸਟੇਟਾਂ 'ਚ ਹੋਇਆ। ਇਹ ਪੰਜਾਬ ਵਿੱਚ ਵੀ ਹੋਣ ਵਾਲਾ ਸੀ, ਮੁੰਬਈ 'ਚ ਵੀ, ਪੰਜਾਬ ਵਿੱਚ ਵੀ ਹੋਣ ਵਾਲਾ ਸੀਗਾ। ਉਹਦੇ 'ਚ ਵੀ ਰੌਲਾ ਪੈ ਗਿਆ ਸੀ ਵੀ ਇਹਨਾਂ 'ਚ ਵਿਕ ਰਹੇ ਆ ਇਹਨਾਂ ਦੇ ਆਪਣੇ ਆਪ ਦੇ MLA। ਇਹਦੇ ਵਿੱਚ ਦੇਖੋ ਕੀ ਹੁੰਦਾ, ਇਹਦੇ ਵਿੱਚ MLA ਆਂਦਾ ਹੁਣ ਮੈਂ ਬਣਦਾ ਗਿਆ, ਜਿਹੜਾ ਹੈਗਾ ਜਿੱਦਾਂ ਘੋੜੇ ਨਹੀਂ ਵੇਚਦੇ, ਜਿਹੜਾ ਸਟੱਡ ਫਾਰਮਿੰਗ ਤੇ ਜਾ ਕੇ ਜਿੱਥੇ ਘੋੜੇ ਵਿਕਦੇ ਆ, ਉਹ ਤਰੀਕੇ ਨਾਲ ਹੁੰਦਾ। ਹਾਰਸ ਟ੍ਰੇਡਿੰਗ ਹੀ ਦੌੜ ਹੋ ਗਈ ਤੇ ਪੈਸੇ ਦੀ ਦੌੜ ਹੋ ਗਈ। ਜਿਹੜਾ MLA ਉੱਥੇ ਖੜਾ ਹੈਗਾ ਉਹਦਾ ਮੁੱਲ ਲਾਉਂਦੇ ਪਏ, ਇੰਨਾ ਮੁੱਲ ਹੈ, ਚਲੋ ਜੀ MLA ਸਾਹਿਬ ਪਾਈਏ ਪੈਸੇ ਤੁਹਾਡੇ ਜੇਬ 'ਚ ਪਾ ਦੋ ਬੰਦਾ। ਸਿੱਧੀ ਗੱਲ ਇਹ ਹੈ ਕਿ ਜਿਹੜਾ ਬੰਦਾ ਆਪ ਵਿਕਾਊ ਹੈ ਉਹ ਪਬਲਿਕ ਦਾ ਕੀ ਸਵਾਰੇਗਾ, ਉਹਦਾ ਕੀ ਕਰੈਕਟਰ ਹੈ, ਉਹ ਕੀ ਪਬਲਿਕ ਦਾ ਸਵਾਰੇਗਾ ਜਿਹੜਾ ਆਪ ਵਿਕਾਊ ਹੈ। ਸੋ ਇਹ ਗੱਲਾਂ ਪਬਲਿਕ ਨੇ ਹੁਣ ਸੋਚਣੀਆਂ ਨੇ, ਪਬਲਿਕ ਨੇ ਦੇਖਣਾ ਕਿ ਕਰਨਾ ਕੀ ਹੈ ਤੇ ਕਿਹਨੂੰ ਜਿਤਾਉਣਾ, ਕਿਹਨੂੰ ਪਾਵਰ ਦੀ ਕੁਰਸੀ ਤੇ ਬਿਠਾਉਣਾ, ਇਹ ਪਬਲਿਕ ਦੇ ਹੱਥ ਹੈ। ਆਪਾਂ ਅੱਗੇ ਵਧਦੇ ਹਾਂ। ਇੱਕ ਬਾਗ ਸਕੈਂਡਲ ਹੋਇਆ ਪੰਜਾਬ ਦੇ ਵਿੱਚ ਤੇ ਉੱਚ ਅਧਿਕਾਰੀਆਂ ਦੀ ਖੈਰ ਨਹੀਂ। ਇਹ ਬਾਗ ਤਾਂ ਬੜੀ ਸੋਹਣੀ ਚੀਜ਼ ਹੈ, ਫਲ ਫਰੂਟ ਲੱਗਦੇ ਨੇ, ਇਹ ਕੀ ਸਕੈਂਡਲ ਬਣਾ ਕੇ ਬਹਿ ਗਏ ਨੇ ਉੱਥੇ। ਵੈਸੇ ਇਹ ਮਾਮਲਾ 3-4 ਦਿਨ ਤੋਂ ਉੱਭਰ ਰਿਹਾ ਪੰਜਾਬ ਦੇ ਵਿੱਚ। ਗਮਾਡਾ ਮੋਹਾਲੀ ਦਾ ਇੱਕ ਕੰਪਨੀ ਆ, ਉਹਦੇ ਵਿੱਚ ਉਹ ਅਕਵਾਇਰ ਕਰਦੇ ਆ ਜ਼ਮੀਨ ਨੂੰ, ਪੰਜਾਬ ਦੀ ਜ਼ਮੀਨ ਜਿਹੜੀ ਅਕਵਾਇਰ ਕਰਕੇ ਉਹਦੇ 'ਤੇ ਕਲੋਨੀਆਂ ਬਣਦੀਆਂ, ਉੱਥੇ ਕਈ ਡਿਵੈਲਪਮੈਂਟ ਦੇ ਕੰਮ ਹੁੰਦੇ ਆ ਔਰ ਉਹਦੇ 'ਤੇ ਉਹਨੂੰ ਕੰਟਰੋਲ ਕਰਨ ਵਾਲੇ ਉੱਥੋਂ ਦੇ DC ਹੁੰਦੇ ਆ। ਔਰ ਇਹ ਪਹਿਲਾ ਜਿਹੜਾ ਦੋਸ਼ ਲੱਗਾ ਸੀਗਾ ਧੀਮਾਨ DC ਨੇ ਫਿਰੋਜ਼ਪੁਰ ਦੇ, ਉਹਨਾਂ ਦੀ ਪਤਨੀ ਦੇ ਨਾਂ 'ਤੇ ਜ਼ਮੀਨ ਸੀਗੀ ਜਿਹਦੇ ਵਿੱਚ ਅਮਰੂਦਾਂ ਦੇ ਬੇਸ਼ੁਮਾਰ ਬੂਟੇ ਦਿਖਾਏ ਗਏ ਆ। ਜਿੱਦਾਂ ਕਿਤੇ ਤੁਸੀਂ ਜਗ੍ਹਾ ਲੈ ਰਹੇ ਤਾਂ ਉਹਦੇ ਵਿੱਚ ਦੱਸ ਦੇਣਗੇ ਇਹ 'ਚ ਪੈਲਸ ਬਣਿਆ, ਇਹ 'ਚ ਇਮਾਰਤਾਂ ਬਣੀਆਂ ਕਾਗਜ਼ਾਂ ਦੇ ਵਿੱਚ, ਜਦੋਂ ਕਿ ਉਹ ਚਿੱਟੀ ਸਾਫ਼ ਮੈਦਾਨ ਹੈਗਾ ਔਰ ਉਹਦੇ ਵਿੱਚ ਅਮਰੂਦਾਂ ਦੇ ਬੂਟੇ ਦਿਖਾਏ ਗਏ ਆ। ਪਰ ਬੂਟੇ ਦੀ ਜਿਹੜਾ ਡਿਸਟੈਂਸ ਆ ਉਹ ਦੱਸਿਆ ਗਿਆ ਵੀ ਇੰਨਾ ਡਿਸਟੈਂਸ ਹੈ, ਬੂਟੇ ਫਲਦਾਰ ਹੈ। ਜਦੋਂ ਪੰਜਾਬ ਯੂਨੀਵਰਸਿਟੀ ਦੇ ਵਿਗਿਆਨੀਆਂ, ਪੰਜਾਬ ਯੂਨੀਵਰਸਿਟੀ ਖੇਤੀਬਾੜੀ ਯੂਨੀਵਰਸਿਟੀ ਜਿਹੜੀ ਹੈਗੀ ਆ PIU, ਉਹਦੇ ਵਿਗਿਆਨੀਆਂ ਨੇ ਕਿਹਾ ਕਿ ਇੰਨਾ ਡਿਸਟੈਂਸ ਨਹੀਂ ਹੁੰਦਾ ਬੂਟੇ ਤੋਂ ਬੂਟੇ ਦਾ, ਉਹਦੇ ਵਿੱਚ ਵਕਫਾ ਜਿਹੜਾ ਹੈਗਾ ਉਹ ਹੋਰ ਜ਼ਿਆਦਾ ਹੁੰਦਾ। ਇਹਨਾਂ ਨੇ ਇਸ ਤਰ੍ਹਾਂ ਡਿਸਟੈਂਸ ਕੀਤਾ ਕਿ ਇਹਦੇ ਨਾਲ ਬੂਟੇ ਜ਼ਿਆਦਾ ਹੋਣਗੇ ਤਾਂ ਮੁਆਵਜ਼ਾ ਜ਼ਿਆਦਾ ਮਿਲੂਗਾ। ਉਹ ਮੁਆਵਜ਼ਾ ਇਹਨਾਂ ਦੇ ਆਪਣੀ ਪਤਨੀਆਂ ਦੇ ਨਾਂ 'ਤੇ ਹੈਗਾ, ਬੇਨਾਮੀ ਜਿਹੜੀ ਜ਼ਮੀਨ ਰੱਖੀ ਗਈ ਆ। ਔਰ ਕੁਝ DC ਇਹਦੇ 'ਚ ਉੱਚ ਅਧਿਕਾਰੀ ਪੰਜਾਬ ਦੇ ਇਸ ਵੇਲੇ 'ਚ ਇਨਵੋਲਵ ਹੋਏ ਆ, ਬਹੁਤ ਉਹਨਾਂ ਦੇ ਹੱਥ ਸੀਗੇ 'ਚ, ਬਹੁਤ ਵੱਡੇ DC ਤੱਕ ਚਲੇ ਗਏ ਆ। ਔਰ ਪੁਲਿਸ ਆਫੀਸਰ ਵੀ ਇਹਦੇ 'ਚ ਹੈਗੇ, ਹੋਰ ਵੀ ਆਫੀਸਰਸ ਹੈਗੇ ਆ। ਔਰ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਊਣਤਾਈਆਂ ਨਿਕਲ ਗਈਆਂ ਔਰ ਉਹ ਪੈਸਾ ਜਿਹੜਾ ਸੀਗਾ ਲੋਕਾਂ ਦੇ ਕੋਲੋਂ ਲੈ ਕੇ ਇਹਨਾਂ ਨੇ ਪ੍ਰਾਪਰਟੀ ਲੋਕਾਂ ਦੀ ਆ ਆਪਣੀਆਂ ਜੇਬਾਂ ਵਿੱਚ ਪਾ ਲਿਆ। ਹੁਣ ਇਹ ਕੋਰਟ ਤੱਕ ਵੀ ਚਲ ਗਿਆ ਮਾਮਲਾ, FIR ਲੌਜ ਵੀ ਹੋ ਗਈਆਂ ਔਰ ਇਹਦੇ 'ਤੇ ਬੜਾ ਵੱਡਾ ਘੁਟਾਲਾ ਹੈਗਾ, ਬਾਗਬਾਨੀ ਘੁਟਾਲਾ ਹੋ ਗਿਆ। ਵੈਸੇ ਬਾਗਬਾਨੀ ਕਹਿੰਦੇ ਆ ਹਾਰਟੀਕਲਚਰ ਨੂੰ, ਜਿਸ 'ਚ ਬਗੀਚੇ ਹੁੰਦੇ ਆ, ਜਿਹਦੇ 'ਚ ਫੁੱਲ ਬੂਟੇ ਹੁੰਦੇ ਆ, ਔਰਨਾਮੈਂਟਲ ਟਰੀ ਹੁੰਦੇ ਆ, ਫਲਦਾਰ ਬੂਟੇ ਹੁੰਦੇ ਆ, ਉਹਨਾਂ ਨੂੰ ਇਹਨਾਂ ਨੇ ਦਿਖਾਇਆ ਗਿਆ। ਜ਼ਮੀਨ ਦਾ ਮੁੱਲ ਤਾਂ ਜ਼ਮੀਨ ਦਾ ਹੁੰਦਾ, ਉਹ ਤਾਂ ਪਾਰਟੀਕੂਲਰ ਪਤਾ ਹੀ ਹੈਗਾ। ਔਰ ਇਹ ਪਹਿਲੀ ਵਾਰ ਇਹ ਨਹੀਂ ਹੋਇਆ, ਇਹਦੋਂ ਪਹਿਲਾਂ ਵੀ ਬਹੁਤ ਘੁਟਾਲੇ ਹੋਏ ਆ ਜਿਹਦੇ ਵਿੱਚ ਕਲੋਨੀਆਂ ਬਣੀਆਂ, ਜਿਹਦੇ ਵਿੱਚ ਪੰਜਾਬ ਸਰਕਾਰਾਂ ਜਿਹੜੀਆਂ ਪਿਛਲੀਆਂ ਰਹੀਆਂ ਉਹ ਮੁੱਦੇ ਹੁਣ ਉਜਾਗਰ ਹੋ ਰਹੇ ਆ। ਲੋਕਾਂ ਨੂੰ ਤਾਂ ਪਤਾ ਨਹੀਂ ਹੁੰਦਾ ਵੀ ਕੀ ਹੈਗਾ। ਗਮਾਡਾ ਬੜੀ ਵੱਡੀ ਕੰਪਨੀ ਆ, ਮੋਹਾਲੀ ਏਰੀਆ 'ਚ, ਚੰਡੀਗੜ੍ਹ ਦਾ ਅਰਾਊਂਡ ਉਹਦੇ 'ਚ ਹੈਗਾ। ਔਰ ਜ਼ਮੀਨਾਂ ਖੰਨਾ ਜੀ 'ਚ ਇੰਨੀਆਂ ਮਹਿੰਗੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ, ਲੋਕਾਂ ਕੋਲ ਅਕਵਾਇਰ ਕਰਕੇ ਲੋਕਾਂ ਨੂੰ ਮੁਆਵਜ਼ਾ ਥੋੜ੍ਹਾ ਦਿੱਤਾ ਜਿਨ੍ਹਾਂ ਦੀ ਜ਼ਮੀਨ ਐਗਰੀਕਲਚਰ ਜ਼ਮੀਨ ਲਈ ਗਈ ਆ। ਜਦੋਂ ਸੜਕ ਨਿਕਲਦੀ ਆ ਜਾਂ ਰੇਲਵੇ ਲਾਈਨ ਨਿਕਲਦੀ ਆ, ਉਹਦੇ ਵਿੱਚ ਜਿਹੜੇ ਕਿਸਾਨ ਦੀ ਜ਼ਮੀਨ ਆ ਗਈ, ਮੁਆਵਜ਼ਾ ਸਰਕਾਰੀ ਤੌਰ 'ਤੇ ਫਿਕਸ ਹੁੰਦਾ। ਉਹ ਸਰਕਾਰ ਦੀ ਕਈ ਵਾਰੀ ਉਹ ਉਲਟ ਕਈ ਵਾਰੀ ਕੇਸ ਕਰਦੇ ਆ ਹਾਈ ਕੋਰਟ 'ਚ, ਕਈ ਵਾਰੀ ਤਾਂ ਉਹਨਾਂ ਨੂੰ ਜ਼ਿਆਦਾ ਪੈਸੇ ਬਣ ਜਾਂਦੇ, ਪਰ ਕਈ ਵਾਰੀ ਜੋ ਫਿਕਸ ਹੋਇਆ ਉਹੀ ਮਿਲਦਾ। ਇਹੀ ਹਾਲ ਇਹ ਹੁਣ ਹੋ ਗਿਆ। ਇਹ 'ਚ ਕੌਣ ਲੁੱਟਿਆ ਜਾਂਦਾ ਵਾ? ਕਿਸਾਨ, ਜਿਹਦੀ ਜ਼ਮੀਨ ਉਹਦੀ ਜੀ। ਕੌਣ ਉਹ 'ਚ ਧਨਾੜ ਬਣਦਾ? ਜਿਨ੍ਹਾਂ ਨੇ ਜ਼ਮੀਨ ਅਕਵਾਇਰ ਕਰ ਲਈ ਆ। ਉਹ 'ਚ ਕੌਣ ਬਣਦੇ ਆ ਧਨਾੜ? ਅਧਿਕਾਰੀ, ਉੱਚ ਅਧਿਕਾਰੀ, ਜਿਹੜੇ ਉੱਚ ਪਾਏ ਦੇ ਅਧਿਕਾਰੀ ਹੈਗੇ ਆ। ਐਕਚੁਅਲੀ ਜਿਹੜੇ ਤੁਸੀਂ ਕਦੀ ਕੈਨੇਡਾ ਦੀ ਗੱਲ ਕਰੋ ਨਾ, ਤਾਂ ਕੈਨੇਡਾ ਦੇ ਵਿੱਚ 3 ਕੈਟਾਗਰੀ ਹੈਗੇ। ਇੱਕ ਤਾਂ ਵਿਚਾਰੇ ਗਰੀਬਾਂ ਦੇ ਬੱਚੇ ਗਏ, ਇੱਕ ਅਮੀਰਾਂ ਦੇ ਬੱਚੇ ਗਏ, ਇੱਕ VVIP ਦੇ ਬੱਚੇ ਗਏ ਆ, ਜਿਨ੍ਹਾਂ ਨੂੰ IPS ਆਉਂਦੇ ਆ, IAS ਆਉਂਦੇ ਆ, ਉਹਨਾਂ ਦੇ ਬੱਚੇ ਗਏ ਆ। ਉਹਨਾਂ ਨੂੰ ਬੇਸ਼ੁਮਾਰ ਪੈਸਾ ਉੱਥੇ ਜਾ ਰਿਹਾ। ਉਹ ਕੰਮ ਕਰਕੇ ਰਾਜੀ ਨਹੀਂ ਹੈਗੇ। ਸਾਡੇ ਵਰਗ ਦੇ ਜਿਹੜੇ ਬੱਚੇ ਜਾਂ ਸਾਡੇ ਮੀਡੀਅਮ ਲੋਕ ਬੱਚੇ ਨੇ, ਉਹ ਵਿਚਾਰੇ ਬੇਰੀ ਤੋੜ ਰਹੇ ਆ, ਕਿਤੇ ਹਾਰਟੀਕਲਚਰ ਦੀਆਂ ਗੋਡੀ ਕਰ ਰਹੇ ਆ, ਕਿਤੇ ਵੱਟਾਂ ਬੰਨ੍ਹ ਰਹੇ ਆ, ਕਿਤੇ ਪਾਣੀ ਲਾ ਰਹੇ ਆ, ਉਹ ਜਾਂ ਕਿਤੇ ਪੈਕਿੰਗ ਕਰ ਰਹੇ ਆ। ਉਹ ਗਰੀਬ ਬੱਚੇ ਜਿਹੜੇ ਕੰਮ ਕਰਕੇ ਪੈਸਾ ਕਮਾਉਂਦੇ ਆ, ਇਹ ਪੈਸਾ ਇੱਧਰੋਂ ਜਾ ਰਿਹਾ। ਫਿਰ ਇਹ ਅਯਾਸ਼ੀ ਕਰਦੇ, ਪੈਸਾ ਵਹਾਉਂਦੇ ਆ ਪਾਣੀ ਵਾਂਗੂ। ਇਹ ਚੀਜ਼ਾਂ ਕਿੱਥੋਂ ਪੈਸਾ ਜਾ ਰਿਹਾ? ਪੰਜਾਬ ਦੀ ਧਰਤੀ ਤੋਂ। ਕਿੱਥੇ ਖਰਚ ਹੋ ਰਿਹਾ? ਕੈਨੇਡਾ 'ਚ। ਕੈਨੇਡਾ ਤਾਂ ਪਹਿਲਾਂ ਬਹੁਤ ਅਮੀਰ ਆ। ਜਦੋਂ ਅਸੀਂ ਉੱਥੇ ਪੜ੍ਹਨ ਲਈ ਬੱਚੇ ਨੂੰ ਭੇਜਾਂਗੇ, ਉਹ ਪੈਸਾ ਫੀਸਾਂ 'ਚ ਚਲੇ ਗਿਆ, ਬੱਚਿਆਂ ਦੇ ਅਯਾਸ਼ੀ ਚਲੇ ਗਿਆ, ਖਾਣ ਪੀਣ ਚਲੇ ਗਿਆ।
ਔਰ ਕੱਪੜੇ ਲੱਤੇ ਚਲੇ ਗਿਆ, ਸਾਰਾ ਪੈਸਾ ਪੰਜਾਬ ਦੀ ਧਰਤੀ ਤੋਂ ਜਾ ਰਿਹਾ ਔਰ VVIP ਲੋਕਾਂ ਦਾ ਜਾ ਰਿਹਾ, ਤੇ ਇਹਨਾਂ ਕੇਸਾਂ ਤੋਂ, ਇਹਨਾਂ ਘੁਟਾਲਿਆਂ ਤੋਂ ਜਾ ਰਿਹਾ। ਇਹ ਗੱਲ ਐਗਜ਼ੈਕਟਲੀ ਇਹਨਾਂ ਘੁਟਾਲਿਆਂ ਤੋਂ ਜਾ ਰਹੇ ਆ। ਪਰ ਦੇਖੋ ਨਾ, ਹਰ ਦਿਨ ਨਵੇਂ ਘੁਟਾਲੇ, ਹਰ ਦਿਨ ਨਵੇਂ ਸਕੈਂਡਲ। ਔਰ ਮੇਰਾ ਖਿਆਲ ਜਿਹੜੇ ਲੁਕੇ ਹੋਏ ਨੇ, ਤਾਂ ਕੁਝ ਮਾਮਲੇ ਨੇ ਜਿਹੜੇ ਸਾਹਮਣੇ ਆਏ ਨੇ, ਜਿਹੜੇ ਲੁਕੇ ਹੋਏ ਨੇ, ਪਤਾ ਨਹੀਂ ਕਿੰਨੇ ਸਹੀ ਗੱਲ, ਕਈ ਅਜੇ ਪਰਦੇ ਤੇ ਥੱਲੇ ਅਣਗਿਣਤ ਹੋਣਗੇ। ਪਰਦਾ ਢਾਓਗੇ ਤੇ ਮੱਖੀਆਂ ਮੱਛਰ ਕਿੰਨਾ ਨਿਕਲਦਾ। ਮੈਨੂੰ ਉਹੀ ਲੱਗਦਾ ਕਿ ਇਹ ਟਿਪ ਆਫ ਦਾ ਆਈਸਬਰਗ ਹੈ। ਤੀਸਰਾ ਹਿੱਸਾ ਉੱਤੇ ਆਇਆ, 2 ਹਿੱਸੇ ਤੇ ਥੱਲੇ ਹੀ ਨੇ ਹਜੇ। ਬਿਲਕੁਲ, ਤੇ ਹਜੇ ਪਤਾ ਹੀ ਨਹੀਂ ਕਿੱਥੇ ਕਿੱਥੇ ਕੀ ਘੁਟਾਲੇ, ਬੜਾ ਕੁਛ ਹੈ ਜਿਹੜਾ ਛੁਪਿਆ ਹੈਗਾ, ਬਹੁਤ ਕੁਝ ਹੈ। ਸੋ ਇਹ ਨਿਖਰ ਕੇ ਸਾਹਮਣੇ ਆਵੇ ਤਾਂ ਹੀ ਗੱਲ ਬਣ ਸਕਦੀ ਹੈ। ਲਿਆਵੇ ਤੇ ਕੌਣ ਲਿਆਵੇ, ਕੌਣ ਕਵੇ ਰਾਜਾ ਤੂੰ ਨੰਗਾ ਹੈ, ਇਹ ਤਾਂ ਕੋਈ ਨਹੀਂ ਨਾ ਕਹਿ ਸਕਦਾ, ਡਰ ਲੱਗਦਾ। ਸੋ ਅੱਗੇ ਚਲੀਏ। ਅੱਗੇ ਇਹ ਜੀ ਕਿ ਪੰਜਾਬ ਸਰਕਾਰ ਇਨਸਾਫ ਦਿਵਾਉਣ ਵਿੱਚ ਖਰੀ ਨਹੀਂ ਉਤਰੀ, ਇਹ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਨੇ ਕਿਹਾ। ਰੀਸੈਂਟਲੀ ਉਹ ਹੁਣੇ ਆਏ ਸੀ ਜਿਮਨੀ ਚੋਣਾਂ 'ਚ ਜਲੰਧਰ 'ਚ ਉਹਨਾਂ ਨੇ ਬਹੁਤ ਚੌਂਕਾਂ ਦੇ ਇਹਨਾਂ ਦਾ ਜਿਹੜਾ ਆਪ ਸਰਕਾਰ ਦਾ ਭਾਂਡਾ ਭੰਨਿਆ। ਉਹਨਾਂ ਨੇ ਕਿਹਾ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ, ਮੇਰਾ ਬੇਟਾ ਚਲੇ ਗਿਆ, ਕਿਸੇ ਦਾ ਪੁੱਤ ਮਰ ਜੇ ਤੇ ਉਹ 'ਤੇ ਕੀ ਸੋਚਦਾ ਤੇ ਕੀ ਉਹ ਸੌਂਦਾ ਰਾਤ ਨੂੰ, ਜਿਹਦਾ ਪੁੱਤ ਚੜ੍ਹਦੀ ਕਲਾ ਸੀਗਾ, ਜਿਹਨੇ ਇੰਨਾ ਕੁਝ ਕੰਮ ਕੀਤਾ, ਪਰ ਪੰਜਾਬ ਸਰਕਾਰ ਨੇ ਮੈਨੂੰ ਇਨਸਾਫ ਨਹੀਂ ਦਵਾਇਆ। ਔਰ ਉਹਨਾਂ ਨੇ ਕਿਹਾ ਕਿ ਮੈਂ ਇਹ ਚਾਹੁੰਦਾ ਵਾਂ ਕਿ ਆਪ ਸਰਕਾਰ ਜਿਹੜੀ ਹੈ ਉਹਨੂੰ ਵੋਟਾਂ ਨਾ ਪਾਓ ਜਲੰਧਰ ਤੋਂ, ਤਾਂ ਕਿ ਇਹਨਾਂ ਨੂੰ ਪਤਾ ਲੱਗ ਜੇ ਇਨਸਾਫ ਕੀ ਹੁੰਦਾ ਔਰ ਦੋਸ਼ ਕੀ ਹੁੰਦਾ, ਔਰ ਜੁਡੀਸ਼ਰੀ ਕੀ ਕਹਿੰਦੀ ਆ, ਪੁਲਿਸ ਕੀ ਕਹਿੰਦੀ ਆ। ਉਹ ਕਹਿੰਦੇ ਦਿਨ ਦਿਹਾੜੇ ਚਿੱਟੇ ਦਿਨ 'ਚ 8-9 ਮੁੰਡੇ ਆਏ ਆ, ਉਹਨਾਂ ਨੇ ਮੇਰੇ ਬੱਚੇ ਦੀ ਗੱਡੀ ਰੋਕ ਕੇ ਤੇ ਉਹਨਾਂ ਨੂੰ ਦਿਨ ਦਿਹਾੜੇ ਗੋਲੀਆਂ ਚਲਾ ਕੇ, ਰਾਈਫਲਾਂ ਕਹਿੰਦੇ ਕਿੱਥੋਂ ਆਈਆਂ, ਉਹ ਬੋਲੇ ਵੀ ਰਾਈਫਲਾਂ ਕਿੱਥੋਂ ਆਈਆਂ, ਕਿਹੜੇ ਰਾਹ ਦੀਆਂ ਆਈਆਂ, ਮਾਰਨ ਤੋਂ ਬਾਅਦ ਕਿਹੜੇ ਰਾਹ 'ਤੇ ਚਲੇ ਗਏ। ਉਹ ਕਹਿੰਦੇ ਅਰਸ਼ ਨੂੰ ਤਾਂ ਨਹੀਂ ਉੱਡ ਗਏ ਤਾਂ ਸੜਕ ਦੇ ਰਾਹੀਂ ਆ। ਉਦੋਂ ਪੰਜਾਬ ਪੁਲਿਸ ਕੀ ਕਰਦੀ ਸੀ, ਵਾਕੀ ਟਾਕੀ ਕੀ ਕਰਦੀਆਂ ਹੈਗੀਆਂ, ਗੱਡੀਆਂ ਉਹਨਾਂ ਦੇ ਵਿੱਚੋਂ ਬਦਲੀਆਂ ਵੀ ਆਪਣੀ ਜਾ ਕੇ। ਸਾਡੇ ਸਾਰੇ ਦਰਸ਼ਕਾਂ ਨੂੰ ਪਤਾ ਕਿ ਇੰਨੀ ਵੱਡੀ ਟ੍ਰੈਜਡੀ ਹੋਈ ਹੈ, ਨਾ ਕੁਝ ਹੋਇਆ। ਔਰ ਇੱਕ ਉਹਨੇ ਹੋਰ ਕਿਹਾ ਕਿ ਜਿਹੜੀ ਸਿਕਿਉਰਿਟੀ ਲਾ ਕੇ, ਸਿਕਿਉਰਿਟੀ ਜਦੋਂ ਵਿਡਰਾ ਕਰ ਲਈ ਉਹਦਾ ਬਕਾਇਦਾ ਤੌਰ 'ਤੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ, ਜਦੋਂ ਕਿ ਨਹੀਂ ਸੀ ਬਣਦਾ, ਉਹਨੂੰ ਨਹੀਂ ਸੀ ਕਰਨਾ ਚਾਹੀਦਾ। ਉਹ ਜਿਹੜੇ ਉਹਦੇ ਵਿਰੋਧੀ ਸੀਗੇ, ਜਿਹੜੇ ਉਹਨਾਂ ਨੂੰ ਮਾਰਨਾ ਚਾਹੁੰਦੇ ਸੀ, ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹਦੀ ਸਿਕਿਉਰਿਟੀ ਹੈ ਨਹੀਂ। ਤਾਂ ਉਹ ਜਦੋਂ ਬਾਹਰ ਨਿਕਲਿਆ ਵਾ, ਜਦੋਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾ ਰਿਹਾ, ਉਹਦੇ ਵਿੱਚ ਹੀ ਉਹਨਾਂ ਨੇ ਅੱਗੇ ਬਣਾ ਲਿਆ, ਉਹਨਾਂ ਨੇ ਅੱਗੇ ਖਲੋ ਗਏ, ਉਹਨਾਂ ਨੇ ਸਾਰਾ ਕੁਝ ਕਰ ਦਿੱਤਾ। ਹੁਣ ਉਹਦੇ ਫਾਦਰ ਦੀ, ਬਲਕੌਰ ਸਿੰਘ ਦੀ ਇਸ ਵੇਲੇ ਹਾਲਤ ਕਿੰਨੀ ਤਰਸਯੋਗ ਆ। ਔਰ ਉਹਦੇ ਮਦਰ ਨੂੰ, ਉਹਦਾ ਇੱਕੋ ਬੇਟਾ ਸੀ ਉਹਨਾਂ ਦਾ, ਫਿਰ ਉਹਦਾ ਵਿਆਹ ਧਰਿਆ ਸੀ ਉਹਨਾਂ ਨੇ, ਮੰਗਣਾ ਵੀ ਹੋ ਗਿਆ ਸੀਗਾ, ਘਰ ਤਾਂ ਉੱਜੜ ਗਿਆ। ਪਰ ਉਹਨੂੰ ਇਸ ਵੇਲੇ ਪੰਜਾਬ ਸਰਕਾਰ 'ਤੇ ਰੋਹ ਆ, ਗੁੱਸਾ ਵਾ। ਔਰ ਉਹ ਕਹਿੰਦੇ ਕਿ ਮੈਂ ਕਿਸੇ ਪਾਰਟੀ ਦੇ ਪਿੱਛੇ ਨਹੀਂ ਲੱਗਾ, ਮੇਰੀ ਆਪਣੀ ਸੋਚ ਆ, ਮੇਰਾ ਆਪਣਾ ਦੁੱਖ ਆ, ਦੁੱਖ ਬੋਲ ਰਿਹਾ। ਔਰ ਇਹਦੇ ਵਿੱਚ ਕਈ ਲੋਕ ਚਕਾਂ ਨੇ ਕਿਹਾ ਵੀ ਇਲੈਕਸ਼ਨ ਕਰਕੇ ਆ ਗਿਆ, ਇਲੈਕਸ਼ਨ ਦੇ ਵਿੱਚ ਦੂਜੀਆਂ ਪਾਰਟੀਆਂ ਦੇ ਪਿੱਛੇ ਹੈਗੀਆਂ। ਉਹ ਜਦੋਂ ਕਿ ਉਹਨੇ ਕਿਹਾ ਕਿ ਨਹੀਂ, ਮੈਂ ਸੋਸ਼ਲ ਮੀਡੀਆ ਪਾਰਟੀ ਦੇ ਨਾਲ ਆ, ਮੈਂ ਸੋਸ਼ਲ ਮੀਡੀਆ ਦੇ ਉੱਥੋਂ ਤੁਰਿਆ ਤਾਂ ਉਹਦੇ 'ਤੇ ਮੈਂ ਖ਼ਤਮ ਕਰ ਰਿਹਾ। ਮੇਰੇ ਘਰ 'ਚ ਜੋ ਇਸ ਵੇਲੇ ਬਾਬ ਰੋਲਾ ਆ ਗਿਆ, ਜੋ ਭੁਚਾਲ ਆਇਆ, ਮੈਨੂੰ ਹੀ ਪਤਾ, ਵਾਕਿਆ ਸਹੀ ਗੱਲ ਹੈ, ਭੁਚਾਲ ਹੀ ਆ ਗਿਆ। ਉਹਦੀ ਤਾਂ ਧਰਤੀ ਉਲਟ ਕੇ ਦੂਜੇ ਪਾਸੇ ਆ ਗਈ ਨਾ, ਸਾਰਾ ਕੁਝ ਹੋ ਗਿਆ। ਔਰ ਉਹਦੇ 'ਚ ਬੰਦਾ ਇਹਨਾਂ ਦੇ ਕੰਨਾਂ ਤੋਂ ਜੂੰ ਨਹੀਂ ਸਰਕੀ। ਕੋਈ ਸਰਕਾਰ ਦਾ ਅਹਿਲਕਾਰ, ਕੋਈ ਵੀ ਸਰਕਾਰ ਦਾ MLA, ਕੋਈ ਵੀ ਸਰਕਾਰ ਦੀ ਪੁਲਿਸ, ਖੁਫੀਆ ਏਜੰਸੀਆਂ ਨੇ ਕੁਝ ਨਹੀਂ ਕੀਤਾ। ਉਹ 2 ਮੁੰਡੇ ਮਾਰੇ ਸੀ ਜਿਹੜੇ, ਉਹਨਾਂ ਦਾ ਮੁੜ ਕੇ ਪਤਾ ਨਹੀਂ ਲੱਗਾ ਵਿਚਾਰਿਆਂ ਨੂੰ, ਉਹਨੇ ਹੱਕ ਮਾਰਿਆ ਜਾਂ ਹੱਕ ਨਾ ਮਾਰਿਆ, ਕੌਣ ਮੁੰਡੇ ਕੌਣ ਸੀ ਹੈਗਾ। ਬਾਕੀ ਜਿਹੜੀ ਆ ਉਹਦੇ 'ਚ ਕੋਈ ਜੇਲ੍ਹਾਂ 'ਚ ਬੈਠਾ, ਕੋਈ ਅਜੇ ਤੱਕ ਉਹਨਾਂ ਨੂੰ ਗੋਲਡੀ ਬਰਾੜ ਉੱਥੋਂ ਤੱਕ ਨਹੀਂ ਫੜ ਗਏ, ਉੱਥੋਂ ਤੱਕ ਕੈਨੇਡਾ ਤੱਕ ਨਹੀਂ ਜਾ ਸਕੇ। ਜਦੋਂ ਕਿ ਸਾਡੀ ਸਿਕਿਉਰਿਟੀ ਬੈਠੀ ਉੱਤੇ, ਖੁਫੀਆ ਏਜੰਸੀਆਂ ਬੈਠੀਆਂ ਹੈਗੀਆਂ, ਕਿਸੇ ਨੇ ਹੱਥ ਨਹੀਂ ਪਾਇਆ। ਤੇ ਉਹਨਾਂ ਨੇ ਇੱਕ ਹੋਰ ਗੱਲ ਕਹੀ, ਕਹਿੰਦੇ ਪੰਜਾਬ ਸਰਕਾਰ ਨੇ ਕਹਿਤਾ ਹੈ ਗੋਲਡੀ ਬਰਾੜ ਫੜਿਆ ਗਿਆ। ਉਹ 'ਚ ਮੁੱਖ ਮੰਤਰੀ ਸਾਹਿਬ ਦਾ ਬਿਆਨ ਹੈਗਾ, ਉਹ ਵੀਡੀਓ ਲੋਕਾਂ ਨੂੰ ਦਿਖਾ ਰਿਹਾ। ਕਿੰਨੀ ਘਟੀਆ ਸੋਚ ਹੈ ਸਰਕਾਰਾਂ ਦੀ। ਔਰ ਜਿੱਥੇ ਮਾਪੇ ਵਿਚਾਰੇ ਦੁਖੀ ਆ, ਇਹ ਜਿਸ ਤਰ੍ਹਾਂ ਬਲਕੌਰ ਸਿੰਘ ਨੇ ਬੋਲਿਆ, ਉਹਨਾਂ ਨੇ ਕਿਹਾ ਕਿ ਹੋਰ ਵੀ ਮਾਪਿਆਂ ਦੇ ਵਿੱਚ ਦੁੱਖ ਮੈਂ ਸਾਂਝਾ ਕਰ ਰਿਹਾ, ਕਈਆਂ ਦੇ ਮੁੰਡੇ ਮਾਰੇ ਗਏ। ਔਰ ਇਹ ਕਿਹੜਾ ਗੈਂਗਵਾਦ ਹੈ, ਕਿਹੜਾ ਪੰਜਾਬ ਦੀ ਧਰਤੀ ਹੈ ਜਿੱਥੇ ਗੁਰੂ ਦੇ ਉਪਦੇਸ਼ ਨੇ, ਜਿੱਥੇ ਲੋਕਾਂ ਦਾ ਸਰਬੱਤ ਦਾ ਭਲਾ ਮੰਗਿਆ ਜਾਂਦਾ। ਆਪਾਂ ਕਈ ਵਾਰ ਇੱਕ ਬੰਦੇ ਨੂੰ ਮਾਰ ਕੇ ਤੇ ਮੁੜ ਕੇ ਹੱਸਣ ਲੱਗ ਪੈਂਦੇ ਆ। ਕਈ ਵਾਰ ਇਸ ਮਸਲੇ ਦੇ ਉੱਤੇ ਆਪਾਂ ਗੱਲ ਕੀਤੀ ਹੈ ਜੀ, ਤੇ ਉਹ ਮਸਲੇ ਤਾਂ ਉੱਥੇ ਹੀ ਨੇ। ਹਾਂ ਬਿਲਕੁਲ, ਮਸਲੇ ਤਾਂ ਉੱਥੇ ਸਹੀ ਗੱਲ, ਉੱਥੇ ਦੇ ਉੱਥੇ ਹੀ ਆ। ਜਿੱਦਾਂ ਦੇ ਕਿ ਪਰਨਾਲਾ ਉੱਥੇ ਦਾ ਉੱਥੇ ਹੀ ਆ, ਤੇ ਗੱਲਾਂ ਤੁਹਾਡਾ ਕੀ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ ਦਾ ਉੱਥੇ। ਸੋ ਅੱਗੇ ਚੱਲਦੇ ਹਾਂ ਜੀ। ਬਿਕਰਮਜੀਤ ਸਿੰਘ ਮਜੀਠੀਆ ਕਹਿੰਦੇ ਨੇ ਕਿ ਮੁੱਖ ਮੰਤਰੀ ਕਟਾਰੂ ਚੱਕ ਸਾਹਿਬ ਨੂੰ ਬਚਾ ਰਹੇ ਨੇ, ਹਾਲਾਂਕਿ ਉਹਨਾਂ ਦੇ ਉੱਤੇ ਸੈਕਸ਼ੂਅਲ ਹੈਰਾਸਮੈਂਟ ਦੇ ਦੋਸ਼ ਲੱਗੇ ਹੋਏ ਨੇ। ਇਹਦੇ ਵਿੱਚ ਵੀ ਵੈਸੇ 2 ਪਾਰਟੀਆਂ ਰਲੀਆਂ। ਪਹਿਲੋਂ ਤਾਂ ਕਾਂਗਰਸ ਦੇ ਜਿਹੜੇ ਨੇਤਾ ਨੇ, ਸੁਖਪਾਲ ਖਹਿਰਾ ਜੀ, ਮਸਲਾ ਉਹਨਾਂ ਨੇ ਚੁੱਕਿਆ ਸੀਗਾ। ਉਹਨਾਂ ਚੁੱਕ ਕੇ ਗਵਰਨਰ ਸਾਹਿਬ ਨੂੰ ਦਿੱਤਾ ਸੀਗਾ। ਗਵਰਨਰ ਸਾਹਿਬ ਨੂੰ ਵੀਡੀਓ ਵੀ ਭੇਜੀ ਸੀ। ਮੁੜ ਕੇ ਆ ਗਿਆ ਹੱਥ ਅਕਾਲੀ ਦਲ ਦੇ ਨੇਤਾ ਬਿਕਰਮਜੀਤ ਮਜੀਠੀਆ ਜੀ ਨੇ ਹੁਣ ਇਸ ਮੁੱਦੇ ਨੂੰ ਅੱਗੇ ਲਿਆਂਦਾ, ਉਭਾਰਿਆ। ਉਹ ਕਹਿੰਦੇ ਆ ਕਟਾਰੂ ਚੱਕ, ਲਾਲ ਚੰਦ ਕਟਾਰੂ ਚੱਕ ਜੀ ਜਿਹੜੇ ਹੈਗੇ ਨੇ ਮੰਤਰੀ, ਉਹਨਾਂ ਨੇ ਇਹ ਸਾਰਾ ਦੋਸ਼ ਉਹਨਾਂ ਦੇ ਸਿਰ 'ਤੇ ਮੜਿਆ, ਉਹਨਾਂ ਦਾ ਇਹ ਕੰਮ ਕੀਤਾ।
ਜਿਹੜਾ ਪੀੜਤ ਆ, ਜਿਹਦਾ ਜਿਨਸੀ ਸ਼ੋਸ਼ਣ ਹੋਇਆ, ਉਹ ਉਹਨਾਂ ਨੇ ਆਪਣੀ ਸਿਕਿਉਰਿਟੀ ਮੰਗੀ ਆ, ਅਜੇ ਤੱਕ ਸਿਕਿਉਰਿਟੀ ਨਹੀਂ ਦਿੱਤੀ। ਉਹਨਾਂ ਨੂੰ ਮਾਰਨ ਦੇ ਜਿਹੜੇ ਆ ਉਹ ਧਮਕੀਆਂ ਦਿੱਤੀਆਂ ਜਾ ਰਹੀਆਂ। ਉਹ ਕਿਉਂਕਿ ਵਿਰੋਧੀ ਜਿਹੜੇ ਦਲ ਨੇ, ਇਹਨਾਂ ਨੂੰ ਪਤਾ ਹੁੰਦਾ ਇਹਨਾਂ ਨੇ ਇਹ ਮੁੱਦਾ ਚੁੱਕਣਾ ਹੁੰਦਾ, ਲੋਕਾਂ ਦੀ ਨਜ਼ਰ 'ਚ ਲਿਆਉਣਾ ਹੁੰਦਾ। ਪਬਲਿਕ ਨੂੰ ਕੀ ਪਤਾ ਲੱਗਦਾ, ਇਹ ਵਿਰੋਧੀ ਪਾਰਟੀਆਂ ਚੁੱਕਦੀਆਂ ਇਸ ਮੁੱਦੇ ਨੂੰ, ਕਿਉਂਕਿ ਜਿਹੜੀ ਸਰਕਾਰ ਆ ਉਹ ਸ਼ੋਸ਼ਣ ਤਾਂ ਕਰ ਰਹੀ ਲੋਕਾਂ ਦਾ, ਜਿਨਸੀ ਸ਼ੋਸ਼ਣ ਤਾਂ ਹੋ ਹੀ ਰਿਹਾ ਵਾ, ਨਾਲ ਤੁਹਾਡਾ ਦਿਮਾਗੀ ਸ਼ੋਸ਼ਣ ਵੀ ਕਰਦੇ ਆ। ਉਹਦੇ ਵਿੱਚ ਜਿਹੜਾ ਲੋਕਾਂ ਦਾ ਦਿਮਾਗ ਨੂੰ ਵੀ ਉਲਟੇ ਪਾਸੇ ਲਾ ਦਿੰਦੇ ਆ। ਇਹੀ ਗੱਲ ਹੈਗੀ। ਜਦੋਂ ਸ਼ਾਂਤੀ ਰਹੇਗੀ ਪੰਜਾਬ ਵਿੱਚ, ਲੋਕਾਂ ਦੇ ਇੱਦਾਂ ਦੀ ਦਹਿਸ਼ਤ ਨਹੀਂ ਹੋਊਗੀ, ਇੱਦਾਂ ਦੇ ਹਾਦਸੇ ਨਹੀਂ ਹੋਣਗੇ, ਤੇ ਫਿਰ ਤਾਂ ਨਹੀਂ ਰਾਜਨੀਤਿਕ ਪਾਰਟੀਆਂ ਉਭਾਰਦੀਆਂ। ਹੁਣ ਇਹ ਦੋਵਾਂ ਪਾਰਟੀਆਂ ਦੇ ਹੱਥ 'ਚ ਆ ਗਿਆ। ਤੀਜੀ ਗੱਲ ਹੈਗੀ ਆ, ਇਲੈਕਸ਼ਨ ਆ ਗਏ ਆ। ਇਲੈਕਸ਼ਨ 'ਚ ਇਹਨਾਂ ਨੇ ਹੋਰ ਉਹਨੂੰ ਲਾਂਬੂ ਲਾਉਣਾ, ਹੋਰ ਚੁੱਕਣਾ ਅੱਗੇ ਨੂੰ, ਉਹਦੀਆਂ ਲਾਟਾਂ ਬਾਲਣੀਆਂ। ਉਦੋਂ ਪਹਿਲਾਂ ਤਾਂ ਚੁੱਪ ਸੀਗੇ, ਇਲੈਕਸ਼ਨ ਕਰਕੇ ਆ ਗਿਆ ਵੀ ਇਹਨਾਂ 'ਤੇ ਦੋਸ਼ ਮੜ ਦਿਓ, ਇਹ ਵੀ ਸਰਕਾਰ ਕਿਸੇ ਕੰਮ ਦੀ ਨਾ ਰਵੇ। ਜਦੋਂ ਕਿ ਇਹਨਾਂ 'ਤੇ ਦੂਸ਼ਣ ਲੱਗਦੇ ਰਹੇ ਆ। ਆਪ ਮਜੀਠੀਆ ਸਾਹਿਬ ਜਿਹੜੇ ਬੋਲ ਰਹੇ ਆ, ਇਹਨਾਂ 'ਤੇ ਤਸਕਰੀ ਦਾ, ਜਿਹੜਾ ਡਰੱਗ ਤਸਕਰੀ ਦਾ ਦੋਸ਼ ਲੱਗਿਆ ਸੀ, ਜੇਲ੍ਹ 'ਚ ਰਹੇ ਆ। ਹੁਣ ਦੇਖ ਲਓ ਕੇਸ ਚੱਲਦਾ ਪਿਆ। ਸੁਖਪਾਲ ਖਹਿਰਾ 'ਤੇ ਵੀ ਕਈ ਤਰ੍ਹਾਂ ਦੇ ਦੋਸ਼ ਲੱਗੇ ਆ, ਮਨੀ ਲੈਂਡਰਿੰਗ ਦਾ ਦੋਸ਼ ਲੱਗਿਆ। ਇਹ ਦੇਖਦੇ ਆ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਭੁੱਲ ਜਾਂਦੇ ਤੇ ਦੂਜੇ ਪਾਸੇ ਕਰਨ ਲੱਗ ਪੈਂਦੇ। ਉਦੋਂ ਨੇਤਾ ਸੀ, ਉਦੋਂ ਅਸੀਂ ਸਟੇਜ 'ਤੇ ਬੋਲਣ ਵਾਲੇ ਆ, ਅਸੀਂ ਖਾਨਦਾਨੀ ਨੇਤਾ ਹੈਗੇ, ਸਾਨੂੰ ਨਹੀਂ ਕੋਈ ਚੈਲੰਜ ਕਰ ਸਕਦਾ। ਇਹ ਸਾਡਾ ਉਹਨਾਂ 'ਤੇ ਰੋਹਬ ਆ ਔਰ ਅਸੀਂ ਉਹਨਾਂ ਦੀਆਂ ਗਲਤੀਆਂ ਫੜ ਰਹੇ ਹਾਂ। ਇਹ ਹਾਲ ਹੁੰਦਾ। ਪਬਲਿਕ ਸੂਝਵਾਨ ਆ, ਪੜ੍ਹੀ ਲਿਖੀ ਆ, ਪਤਾ ਲੋਕਾਂ ਨੂੰ। ਹੁਣ ਉਹ ਨਹੀਂ ਰਹਿ ਗਏ ਵੀ ਸੰਨ 47 ਦੇ ਲੋਕ ਮਦਰਸੇ ਜਾਂਦੇ ਸੀ, ਸਕੂਲ ਦੂਰ ਸੀਗੇ, ਹੁਣ ਤਾਂ ਸਕੂਲ ਘਰੋਂ ਘਰ ਸੋਸ਼ਲ ਮੀਡੀਆ 'ਤੇ 2 ਮਿੰਟ 'ਚ ਖਬਰ ਆ ਜਾਂਦੀ। ਇਹ ਲੋਕਾਂ ਨੂੰ ਇਸ ਤੋਂ ਜਾਣਕਾਰੀ। ਸਾਡੇ ਜਿਹੜੇ ਰਾਜਨੀਤਿਕ ਖੇਤਰ ਦੇ ਵਿੱਚ ਨਾ ਇੱਕ ਖਲਾ ਹੈ, ਬਿਲਕੁਲ ਇੱਕ ਵੈਕਿਊਮ ਹੈ, ਖੱਪਾ। ਸਾਡੇ ਕੋਲ ਖੱਪਾ ਹੈ, ਪੰਜਾਬੀ ਸਾਡੇ ਕੋਲ ਇੱਕ ਜਿਹਨੂੰ ਕਹਿੰਦੇ ਨਾ ਵਧੀਆ ਸਿਆਸੀ ਆਗੂ, ਉਹ ਹਜੇ ਨਹੀਂ ਹੈਗੇ। ਨਹੀਂ, ਹਜੇ ਆਪਸ 'ਚ ਹੀ ਰੌਲਾ ਰੱਪਾ ਪਾਉਣ ਵਾਲੇ ਨੇ, ਆਪਣੀ ਤਾਰੀਫ ਆਪ ਕਰਨ ਵਾਲੇ, ਦੂਜੇ ਨੂੰ ਨਿੰਦਣ ਵਾਲੇ। ਕੋਈ ਇਹਨਾਂ 'ਚੋਂ ਜੇ ਸਿਰ ਕੱਢ ਹੈ ਵੀ ਤਾਂ ਉਹ ਵਿਚਾਰਾ ਜਾਂ ਤਾਂ ਚੁੱਪ ਹੈ ਜਾਂ ਉਹਦੀ ਕੋਈ ਸੁਣਦਾ ਨਹੀਂ, ਉਹ ਵੀ ਬੈਠਾ ਇੱਕ ਪਾਸੇ ਨੁਕਰੇ ਲਾਇਆ ਹੋਇਆ। ਆਹ ਕਬੱਡੀ ਮੈਚ ਚੱਲੀ ਜਾਂਦਾ ਆਪਸ ਦੇ ਵਿੱਚ, ਅਸੀਂ ਬੈਠੇ ਦੇਖੀ ਜਾਂਦੇ ਹਾਂ, ਜਿਹਦੇ ਨਾਲ ਜਨਤਾ ਦਾ ਕੋਈ ਲੈਣਾ ਦੇਣਾ ਨਹੀਂ, ਕੋਈ ਸਰੋਕਾਰ ਨਹੀਂ। ਹਰ ਗੱਲ ਦੇ ਉੱਤੇ ਇਹਨਾਂ ਦਾ ਕਰੈਕਟਰ ਸਾਹਮਣੇ ਆਉਂਦਾ, ਹਰ ਗੱਲ ਦੇ ਉੱਤੇ ਇਹਨਾਂ ਦਾ ਚਰਿੱਤਰ ਸਾਹਮਣੇ ਆਉਂਦਾ। ਇਹਨਾਂ ਉੱਤੇ ਸਕੈਂਡਲ ਦੋਸ਼ ਲੱਗਣ, ਇਹਨਾਂ ਉੱਤੇ ਰਿਸ਼ਵਤਖੋਰੀ ਦੇ ਦੋਸ਼ ਲੱਗਣ, ਭ੍ਰਸ਼ਟਾਚਾਰ ਦੇ ਦੋਸ਼ ਲੱਗਣ, ਇਹਨਾਂ ਦੇ ਉੱਤੇ ਸੈਕਸ਼ੂਅਲ ਹੈਰਾਸਮੈਂਟ ਦੇ ਦੋਸ਼ ਲੱਗਣ, ਇਹਨਾਂ ਦੇ ਉੱਤੇ ਇੱਕ ਦੂਜੇ ਦੇ ਪ੍ਰਤੀ ਮੰਦਾ ਬੋਲਣ ਦੇ ਦੋਸ਼ ਲੱਗਣ, ਪਾਰਟੀ ਬਦਲ ਕੇ ਦੂਜੀ ਪਾਰਟੀ 'ਚ ਜਾਣ ਦੇ ਦੋਸ਼ ਲੱਗਣ। ਮਤਲਬ ਕਿਹੜਾ ਦੋਸ਼ ਹੈ ਜਿਹੜਾ ਇਹਨਾਂ ਦੇ ਉੱਤੇ ਨਹੀਂ ਲੱਗਦਾ? ਆਪਣੇ ਪਰਿਵਾਰਵਾਦ ਦੇ ਦੋਸ਼ ਲੱਗਣ। ਮਤਲਬ ਇਹਨਾਂ ਦੇ ਨਾਲ, ਇਹਨਾਂ ਗੱਲਾਂ ਦੇ ਨਾਲ, ਇਹਨਾਂ ਦੋਸ਼ਾਂ ਦੇ ਨਾਲ ਪਬਲਿਕ ਦਾ ਸਿੱਧਾ ਕੋਈ ਸੰਬੰਧ ਨਹੀਂ ਹੈਗਾ। ਮੇਰਾ ਖਿਆਲ ਹੈ ਇੰਨੀ ਨਹੀਂ ਹੈਗੀ, ਇੰਨੀ ਨੈਗੇਟਿਵਿਟੀ ਨਹੀਂ ਇਹਦੇ ਵਿੱਚ ਨਹੀਂ ਹੈਗਾ। ਜੇ ਅਸੀਂ ਬਹੁਤ ਗਿਣਤੀ ਦੀ ਗੱਲ ਕਰੀਏ ਤਾਂ ਉਹ 'ਚ ਹੋ ਸਕਦਾ, ਪਰ ਚੰਗੇ ਨੇਤਾ ਵੀ ਹੈਗੇ ਆ ਜਿਹੜੇ ਅੱਛੇ। ਬਿਲਕੁਲ, ਉਹ ਤਾਂ ਮੈਂ ਪਹਿਲਾਂ ਹੀ ਕਿਹਾ, ਸਹੀ ਨੇਤਾ ਹੈਗੇ ਨੇ, ਲੋਕਾਂ ਦੀ ਗੱਲ ਸੁਣਨ ਵਾਲੇ ਹੈਗੇ ਨੇ। ਪਰ ਇਹਦੇ ਦੇਖੋ, ਜਿਹੜਾ ਤੁਸੀਂ ਖਲਾਅ ਦੀ ਗੱਲ ਕੀਤੀ ਆ, ਵੈਕਿਊਮ ਦੀ ਗੱਲ ਕੀਤੀ ਆ, ਖੱਪੇ ਦੀ ਗੱਲ ਕੀਤੀ ਆ, ਇਹਨੂੰ ਕਿਹਨੇ ਭਰਨਾ ਹੈਗਾ? ਇਹਨੂੰ ਨੇਤਾ ਨਹੀਂ ਭਰ ਸਕਦੇ, ਪਬਲਿਕ ਆ। ਤੁਹਾਨੂੰ ਪਤਾ ਬਰਾਕ ਓਬਾਮਾ ਜਦੋਂ ਅਮਰੀਕਾ ਦੇ ਪ੍ਰੈਜ਼ੀਡੈਂਟ ਸੀਗੇ, ਜਦੋਂ ਆਏ ਆ ਦੂਜੀ ਵਾਰ, ਉਹਨਾਂ ਨੂੰ ਨੌਜਵਾਨ ਅੱਗੇ ਆਏ ਆ, ਜਿੰਨੀ ਉੱਥੋਂ ਦੀ ਨੌਜਵਾਨ ਪੀੜ੍ਹੀ ਆ, ਜਿੰਨੇ ਯੂਥ ਹੈਗੇ, ਉਹਨਾਂ ਨੇ ਆਪ ਕਿਹਾ, ਡਿਕਲੇਅਰ ਕੀਤਾ ਕਿ ਇਨ ਫਿਊਚਰ ਜਿਹੜੇ ਨੈਕਸਟ ਪ੍ਰੈਜ਼ੀਡੈਂਟ ਹੈਗੇ ਆ, ਹੀ ਵਿਲ ਬੀ ਬਰਾਕ ਓਬਾਮਾ ਅਗੇਨ, ਔਰ ਬਾਕਾਇਦਾ ਤੌਰ 'ਤੇ ਆ ਗਏ। ਇਸੇ ਤਰ੍ਹਾਂ ਜਿਹੜੇ ਹਿੰਦੁਸਤਾਨ ਦੇ ਰਹੇ ਆ ਆਪਣੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਉਹਨਾਂ ਨੂੰ 2 ਟਰਮ ਮਿਲੀਆਂ ਇਸੇ ਕਰਕੇ ਕਿ ਉਹ ਸੂਝਵਾਨ ਔਰ ਚੰਗੇ ਨੇਤਾ ਸੀਗੇ। ਇਹ ਮੇਰਾ ਖਿਆਲ, ਇਸ ਖਲਾਅ ਨੂੰ, ਖੱਪੇ ਨੂੰ ਕਿਹਨਾਂ ਨੇ ਭਰਨਾ? ਲੋਕਾਂ ਨੇ, ਦੁਨੀਆ ਨੇ, ਜਿਹੜੇ ਲੋਕਤੰਤਰ 'ਚ ਵੱਸ ਰਹੇ, ਉਹ ਜਿਹੜੇ ਵੋਟਰ ਨੇ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕੌਣ ਹੈਗਾ। ਸੂਝਵਾਨ ਤਾਂ ਹੈਗੇ ਲੋਕ, ਪਰ ਅਸੀਂ ਆਪ ਗਲਤੀ ਕਰਕੇ ਆਪ ਭੁਗਤਦੇ। ਉਸ ਮਿਆਰ ਦਾ ਨਾ ਬੰਦਾ ਹਜੇ ਤੱਕ ਕੋਈ ਨਜ਼ਰ ਨਹੀਂ ਆ ਰਿਹਾ। ਜਿਵੇਂ ਤੁਸੀਂ ਡਾਕਟਰ ਮਨਮੋਹਨ ਸਿੰਘ ਜੀ ਦੀ ਗੱਲ ਕੀਤੀ ਹੈ, ਜਾਂ ਪੰਜਾਬ ਵਿੱਚ ਪ੍ਰਤਾਪ ਸਿੰਘ ਕੈਰੋਂ ਸਾਹਿਬ ਦੀ ਗੱਲ ਹੋਵੇ, ਮਤਲਬ ਉਸ ਕੱਦ ਦਾ ਕੋਈ ਨੇਤਾ, ਕੋਈ ਪਰਸਨੈਲਿਟੀ ਦਿਖਦੀ ਨਹੀਂ ਪਈ ਜਿਹੜੇ ਉਸ ਖੱਪੇ ਨੂੰ ਭਰੇਗੀ। ਹਰ ਬੰਦਾ ਉਹ ਖੱਪੇ ਨੂੰ ਭਰਨ ਦੀ ਕੋਸ਼ਿਸ਼ ਕਰਦਾ ਕਿ ਮੈਂ ਇਹ ਸਥਾਨ ਲੈ ਲਵਾਂ, ਮੈਂ ਇਹ ਸਥਾਨ ਲੈ ਲਵਾਂ, ਪਰ ਨਹੀਂ, ਜਿਹਦਾ ਸਥਾਨ ਉਹ ਬਣਦਾ ਹੈ ਨਾ ਕੁਦਰਤੀ, ਉਹ ਉਹਨੇ ਹੀ ਲੈਣਾ ਹੈ। ਪਰ ਮੇਰਾ ਖਿਆਲ ਪਤਾ ਕੀ ਹੈਗਾ, ਤੁਹਾਨੂੰ ਇਹ ਦੱਸਦਾ ਮੈਂ, ਸਾਡੇ ਦਰਸ਼ਕ ਸੁਣ ਰਹੇ ਇਸ ਗੱਲ ਨੂੰ। ਪਤਾ ਕੀ ਹੈ, ਜਦੋਂ ਵੋਟਾਂ ਦੀ ਵੰਡ ਹੁੰਦੀ ਆ, ਉਹ ਨਾਲ ਹੀ ਨੋਟਾਂ ਦੀ ਵੰਡ ਹੁੰਦੀ ਆ। ਜਦੋਂ ਵੀ ਹੁੰਦਾ, ਹੁਣ ਆਪ ਸਰਕਾਰ ਨੇ ਜਿੱਦਾਂ ਸੁਸ਼ੀਲ ਰਿੰਕੂ ਨੂੰ ਲਿਆ ਹੈਗਾ, ਉਹ ਤਾਂ ਕਾਂਗਰਸ ਦੇ ਆ, ਲੈ ਲਿਆ ਇਹਨਾਂ ਨੇ। ਇਹ ਜਿਹੜੇ ਸੂਝਵਾਨ ਲੋਕ ਹੈਗੇ ਆ, ਜਿਹੜੇ ਬੁੱਧੀਜੀਵ ਨੇ, ਇੰਟੈਲੈਕਚੁਅਲ ਆ ਬੰਦੇ, ਜਿਨ੍ਹਾਂ ਨੇ ਵਾਗਡੋਰ ਸੰਭਾਲ ਸਕਦੇ ਆ, ਡਾਕਟਰ ਮਨਮੋਹਨ ਸਿੰਘ ਵਰਗੇ, ਉਹ ਬੰਦੇ ਇਹ ਨੁਕਰੇ ਲਾ ਦਿੰਦੇ ਆ, ਉਹਨਾਂ ਨੂੰ ਉੱਠਣ ਕੋਈ ਨਹੀਂ ਦਿੰਦਾ। ਪਰ ਜੇ ਯੂਥ ਆਉਣਗੇ, ਜੇ ਕ੍ਰਾਂਤੀ ਆਊਗੀ, ਜੇ ਲੋਕ ਰੈਵੋਲੂਸ਼ਨ 'ਚ ਆਉਣਗੇ ਇਕੱਠੇ ਹੋ ਕੇ, ਫਿਰ ਉਹਨਾਂ ਲੋਕਾਂ ਦਾ ਇਹਦੇ ਵਿੱਚ ਗੁਣਾ ਪੈ ਸਕਦਾ। ਉਹਨਾਂ ਨੂੰ ਵੋਟਾਂ ਵੀ ਮਿਲ ਸਕਦੀਆਂ, ਉਹਨਾਂ ਨੂੰ ਟਿਕਟਾਂ ਵੀ ਮਿਲ ਸਕਦੀਆਂ। ਜੇ ਪਾਰਟੀ ਦਾ ਕੋਈ ਹੋਰ ਫਰੰਟ ਆ ਜਾਏ, ਮੁੰਡੇ ਅੱਗੇ ਆ ਜਾਣ, ਜਵਾਨ ਮੁੰਡੇ ਆ ਜਾਣ, ਇਹ ਬਾਹਰਲੇ ਦੇਸ਼ਾਂ 'ਚ ਆਈਆਂ, ਫਰਾਂਸ 'ਚ ਆਈ ਆ, ਜਾਪਾਨ 'ਚ ਆਈ ਆ,
ਔਰ ਰਸ਼ੀਆ 'ਚ ਆਈਆਂ। ਇੱਥੇ ਜਦੋਂ ਸਾਰਿਆਂ ਨੇ ਲਿਖ ਦਿੱਤਾ ਸੀਗਾ, ਸਾਰੇ ਜਿੰਨੇ ਇੱਥੋਂ ਦੇ ਸੂਝਵਾਨ ਤਾਂ ਜਿਹੜੇ ਇੰਟੈਲੈਕਚੁਅਲ ਹੋਏ ਆਂਦੇ ਇੰਡੀਆ 'ਚ ਕ੍ਰਾਂਤੀ ਆਉਣ ਨੂੰ ਅਜੇ ਸਦੀਆਂ ਲੱਗਣਗੀਆਂ। ਉਹਨਾਂ ਨੇ ਕਿਹਾ ਸੀਗਾ ਇਸ ਕਰਕੇ ਕਿ ਇੱਥੇ ਇੱਕ ਤਾਂ ਪੜ੍ਹਾਈ ਦੀ ਘਾਟ ਰਹੀ ਹੈ, ਇੱਕ ਰਿਲੀਜਨ ਬਹੁਤ ਹੈਗੇ ਆ, ਵਨ ਸਵੰਨੀਆਂ ਬੋਲੀਆਂ ਹੈਗੀਆਂ, ਇੱਕ ਸੁਰਤਾ ਹੈ ਨਹੀਂ ਗੀ, ਇਸੇ ਕਰਕੇ ਇਹ ਪ੍ਰੋਬਲਮ ਰਹੀ ਹੈ। ਔਰ ਲੋਕਾਂ ਨੂੰ ਅਜੇ ਉਹ ਆਪਣੇ ਪਹਾੜੇ ਪੜ੍ਹ ਕੇ ਪਿੱਛੇ ਲਾ ਲੈਂਦੇ ਆ। ਰਹਿਣੀ ਹੈ ਗੱਲ ਜੇ ਯੂਥ ਨਹੀਂ ਅੱਗੇ ਆਉਂਦੇ, ਜੇ ਲੋਕ ਅੱਗੇ ਨਹੀਂ ਆਉਂਦੇ, ਨਹੀਂ ਤਾਂ ਟਿਕਟਾਂ ਤਾਂ ਉਹਨਾਂ ਨੂੰ ਮਿਲਣੀਆਂ। ਸਹੀ ਸੋਚ ਵਾਲੇ ਉਹ 'ਚ ਦੂਜੇ ਲੋਕ ਕਿਉਂ ਨਹੀਂ ਆਉਂਦੇ ਜਿਹੜੇ ਸ਼ਹਿਰ 'ਚ ਬੈਠੇ, ਜਿਹੜੇ ਪੜ੍ਹੇ ਲਿਖੇ ਮੁੰਡੇ ਹੈਗੇ ਆ, ਜਿਹੜੇ ਬਹੁਤ ਪੜ੍ਹ ਚੁੱਕੇ ਆ, PhD ਹੈਗੇ ਆ। ਅਨਪੜ੍ਹ ਟੋਲਾ ਕਿਉਂ ਅੱਗੇ ਆਉਂਦਾ? ਅਨਪੜ੍ਹਾਂ ਨੇ ਤਾਂ ਉਹੀ ਛਾਪ ਛੱਡਣੀ ਜਿਹੜੀ ਅਨਪੜ੍ਹਾਂ ਵਾਲੀ ਹੁੰਦੀ ਹੈ। ਤਾਂ ਉਹਨਾਂ ਨੇ ਚੁੱਕ ਲਓ ਮਾਰ ਦੋ ਉਹਨਾਂ ਉਹੀ ਕਹਿਣਾ। ਬੁੱਧੀਜੀਵ ਪੜ੍ਹਿਆ ਲਿਖਿਆ ਮੁੰਡਾ ਹੋਊਗਾ, ਜਿਹਨੇ ਯੂਨੀਵਰਸਿਟੀਆਂ 'ਚ ਧੱਕੇ ਖਾਦੇ, ਕਾਲਜਾਂ 'ਚ ਧੱਕੇ ਖਾਦੇ, ਉਹ ਮੁੰਡੇ ਤਾਂ ਅਜੇ ਬੈਠੇ, ਉਹਨਾਂ ਨੂੰ ਆਉਣ ਲੱਗਿਆ ਤਾਂ ਸਮਾਂ ਲੱਗਦਾ ਕਿ ਉਹ ਅਜੇ ਆਉਣਾ ਨਹੀਂ ਚਾਹੁੰਦੇ ਤੇ ਦੂਜੀ ਅੱਗੇ ਬਗਾਵਤ ਨਹੀਂ ਕਰਨਾ ਚਾਹੁੰਦੇ। ਨਵਾਂ ਰਿਜ਼ਲਟ ਤਾਂ ਹੀ ਆਏਗਾ ਜੇ ਨਵੀਂ ਸੋਚ ਦੇ ਨਵੇਂ ਲੋਕ ਅੱਗੇ ਆਉਣਗੇ। ਪੁਰਾਣੀਆਂ ਸੋਚਾਂ ਦੇ ਪੁਰਾਣੇ ਲੋਕਾਂ ਨੇ ਪੁਰਾਣੇ ਰਿਜ਼ਲਟ ਹੀ ਲੈ ਕੇ ਆਉਣੇ ਨੇ, ਉਹਦੇ 'ਚ ਕੋਈ ਕ੍ਰਾਂਤੀਕਾਰੀ ਕਦਮ ਨਹੀਂ ਚੁੱਕਿਆ ਜਾਣਾ। ਔਰ ਇਹ ਭਾਰਤ ਦੀ ਜਾਂ ਪੰਜਾਬ ਦੀ ਸੱਚਾਈ ਨਹੀਂ, ਪੂਰੀ ਦੁਨੀਆ ਦੀ ਇਹੀ ਸੱਚਾਈ ਹੈ। ਨਵੀਂ ਸੋਚ, ਨਵਾਂ ਆਈਡੀਆ, ਉਹੀ ਨਵੀਂ ਦਿਸ਼ਾ ਵੱਲ ਲੈ ਕੇ ਜਾਂਦਾ ਹੈ। ਸੋ ਹੁਣ ਨਵੀਂ ਦਿਸ਼ਾ, ਨਵਾਂ ਆਈਡੀਆ ਇਹ ਆ ਰਿਹਾ ਜੀ ਕਿ ਡਬਲ ਜਿਹੜੇ ਪਹੀਏ ਵਾਲੇ, ਮਤਲਬ 2 ਪਹੀਏ ਵਾਲੇ 2 ਵੀਲਰਸ, ਅੱਛਾ, ਉਹ ਬੰਦ ਕਰ ਦਿਓ ਪੰਜਾਬ ਦੇ ਵਿੱਚ। ਹਾਲਾਂਕਿ ਹਜੇ ਚੰਡੀਗੜ੍ਹ 'ਚ ਸਿਰਫ ਆਰਡਰ ਹੋਏ ਨੇ। ਮੋਟਰਸਾਈਕਲ ਸਕੂਟਰ ਨਹੀਂ ਵਿਕਣਗੇ। ਹੁਣ ਜਿਹੜੇ ਬਣੇ ਹੋਏ ਨੇ ਉਹ ਕਿੱਥੇ ਜਾਣ, ਉਹ ਫੈਕਟਰੀਆਂ ਕਿੱਥੇ ਜਾਣ, ਕਿਉਂਕਿ ਉਹਨਾਂ ਦੀ ਰਜਿਸਟ੍ਰੇਸ਼ਨ ਨਹੀਂ ਹੋਣੀ। ਵੈਸੇ ਇਹ ਗੱਲ ਕੀਤੀ ਹੈ ਕਿ ਆਪਾਂ ਨੌਜਵਾਨਾਂ ਦੀ ਗੱਲ ਕਰ ਰਹੇ ਹਾਂ, ਅਤੇ ਨੌਜਵਾਨਾਂ ਦੇ ਜਿਹੜੇ ਆ ਜਿਹਨੇ ਸ਼ੌਕੀਨ ਨੇ, ਜਿਹੜੇ ਜ਼ਿਆਦਾ ਨੌਜਵਾਨ ਬਾਈਕ ਦੇ ਸ਼ੌਕੀਨ ਹੁੰਦੇ ਆ, ਜਿਸ 'ਚ ਬੁਲਟ ਵੀ ਆਉਂਦਾ, ਹੋਰ ਕਈ ਤਰ੍ਹਾਂ ਦੇ ਆਉਂਦੇ ਆ, ਸਪੋਰਟਸ ਬਾਈਕ ਆਉਂਦੇ ਨੇ, ਬਾਈਕ ਆਉਂਦੇ ਆ। ਮੁੰਡੇ ਚਲਾਉਂਦੇ ਜ਼ਿਆਦਾ, ਬਜ਼ੁਰਗ ਨਹੀਂ। ਮੁੰਡੇ ਉਹ ਜਿਹੜੇ ਉਹ ਤਾਂ ਛੋਟੀਆਂ ਗੱਡੀਆਂ ਚਲਾਉਂਦੇ ਆ ਅਤੇ ਜਾਂ ਗੱਡੀਆਂ ਕਾਰਾਂ 'ਚ ਬੈਠਦੇ ਆ। ਪਰ ਹੁਣੇ ਇਹਨਾਂ ਨੇ ਕੀਤਾ ਕਿ ਇਹਦੀ ਰਜਿਸਟ੍ਰੇਸ਼ਨ ਨਹੀਂ ਹੋਊਗੀ। ਜਿਹੜਾ ਹੁਣ ਖਰੀਦੂਗਾ RC ਦਾ ਨੰਬਰ ਅਲਾਟ ਨਹੀਂ ਹੋਊਗਾ, ਉਹ ਇਸ ਜਿਹਨੇ ਖਰੀਦ ਲਿਆ ਉਹਦਾ ਘਰੇ ਪਿਆ ਰਹੂਗਾ। ਔਰ ਇਹ ਚੰਡੀਗੜ੍ਹ ਦੇ UT 'ਚ ਐਲਾਨ ਹੋ ਗਿਆ। ਔਰ ਉਹਦੇ ਵਿੱਚ ਇਹਨੂੰ ਕਿਉਂ ਭਲਾ ਹੋਇਆ, ਇਹਦੇ ਵਿੱਚ ਪਿੱਛੇ ਸਾਡੇ ਦਰਸ਼ਕ ਵੀ ਜਾਣਦੇ ਹੋਣਗੇ, ਉਹਨਾਂ ਪੜ੍ਹਿਆ ਵੀ ਹੋਊਗਾ ਕਿ ਇਹਦੇ 'ਚ ਜਿਹੜੀਆਂ ਇਲੈਕਟ੍ਰੋਨਿਕਸ ਗੱਡੀਆਂ ਨੇ, ਜਿਹੜੀਆਂ ਉਹਨਾਂ ਨੂੰ ਬੜਾਵਾ ਦੇਣ ਲਈ, ਜਿਹੜੇ ਬੈਟਰੀ ਨਾਲ ਚੱਲਣ ਵਾਲੇ ਆ, E-ਬਾਈਕਸ, ਹਾਂ E-ਬਾਈਕ, ਉਹਦੇ ਨਾਲ ਉਹ ਚੱਲਣਗੇ, ਜਿਹੜੇ ਉਹਨੂੰ ਚਾਰਜ ਹੋਣ ਲੱਗੀ। ਉਹਦੇ 'ਚ ਆਟੋ ਵੀ ਆ ਗਏ, ਆਟੋ ਵੀ ਉਹਦੇ 'ਚ ਪੋਲਿਊਸ਼ਨ ਨਹੀਂ ਹੋਏਗਾ ਨਾ। ਹਾਂ, ਉਹਨੂੰ ਬੜਾਵਾ ਦੇਣ ਲਈ ਕੀਤਾ ਕਿ ਪਾਪੂਲੇਸ਼ਨ ਹੋਊਗੀ ਵੱਧ। ਅਸੀਂ ਹੈਗੇ ਆ, ਚਾਈਨਾ ਨੂੰ ਵੀ ਫਾਡੀ ਕਰਤਾ ਤਾਂ ਅਸੀਂ ਬਣ ਗਏ ਆ ਨੰਬਰ 1 ਮੋਹਰੀ ਬਣ ਗਏ। ਔਰ ਉਹਦੇ ਕਰਕੇ ਵੀ ਹੈਗਾ, ਜਿੱਥੇ ਪਾਪੂਲੇਸ਼ਨ ਜ਼ਿਆਦਾ ਉਹਨੇ ਮੋਟਰਸਾਈਕਲ ਚੱਲਣੇ ਆ, ਉਹਨੇ ਮੋਬਾਈਲ ਚੱਲਣੇ, ਉਹਨੀਆਂ ਕਾਰਾਂ ਚੱਲਣੀਆਂ। ਜਿੰਨੇ ਲੋਕ ਹੈ ਸਾਰੇ ਇੱਕ ਘਰ ਦੇ ਵਿੱਚ, ਤੇ ਪੰਜਾਬ 'ਚ 7 ਗੱਡੀਆਂ ਤੇ 15 ਮੋਬਾਈਲ ਹੈਗੇ ਆ, ਤੇ 20 ਉਹਨਾਂ ਕੋਲ ਮੋਟਰਸਾਈਕਲ ਪਏ ਆ ਲੋਕਾਂ ਦੇ, ਕੋਈ ਪੁਰਾਣੇ ਕੋਈ ਨਵੇਂ। ਤੇ ਸਾਈਕਲ ਕਿਤੇ ਨਹੀਂ ਲੱਭੂਗਾ, ਸਾਈਕਲ ਨਹੀਂ ਹੈਗਾ ਕਿਸੇ ਕੋਲ, ਉਹ ਚਲਾਉਂਦੇ ਨਹੀਂਗੇ। ਜੇ ਤੁਸੀਂ ਕੱਲ੍ਹ ਖਲੋਤੇ ਨੂੰ ਸਾਈਕਲ ਲੈ ਕੇ ਬਾਹਰ ਨਿਕਲੇ ਤਾਂ ਤੁਹਾਨੂੰ ਲੋਕਾਂ ਨੇ ਪੁੱਛਣਾ ਕੀ ਗੱਲ ਹੋ ਗਈ, ਸਾਈਕਲ ਤੇ ਚੱਲ ਰਹੇ ਬਾਬਾ ਜੀ, ਇਹ ਕੀ ਹੁਣ ਕੀ ਕਰ ਰਹੇ ਜੇ? ਤੇ ਤੁਸੀਂ ਉਹਨਾਂ ਨੂੰ ਜਵਾਬ ਦਿਓ ਯਾਰ ਮੈਂ ਸੈਰ ਕਰ ਰਿਹਾ। ਸੈਰ ਤਾਂ ਦੇ ਉੱਦਾਂ ਕਰੋ, ਲੱਤਾਂ ਨਾ ਇਹ ਤੇ ਕੀ ਚੱਲ ਲੱਤਾਂ ਮਾਰ ਰਹੇ, ਉਹ ਸਟੇਟਸ ਸਿੰਬਲ ਹੈ ਨਾ ਤੁਹਾਨੂੰ। ਹਾਂ, ਉਹ ਕਹਿਣਗੇ ਮੋਟਰਸਾਈਕਲ ਕਿੱਧਰ ਗਏ, ਗੱਡੀਆਂ ਕਿੱਧਰ ਗਈਆਂ, ਸਾਈਕਲ ਤੇ ਤੁਰੇ ਫਿਰਦੇ ਜੇ। ਇਹ ਗੱਲਾਂ ਜਿਹੜੀਆਂ ਹੈਗੀਆਂ ਲੋਕਾਂ ਨੂੰ ਸਾਹ ਨਹੀਂ ਲੈਣ ਦਿੰਦੀਆਂ। ਇਸੇ ਕਰਕੇ ਗੌਰਮੈਂਟ ਨੇ ਹੁਣ ਕੀਤਾ, ਪਰ ਇਹਨੂੰ ਮੈਨੂੰ ਲੱਗਦਾ ਕਿਤੇ ਨਾ ਕਿਤੇ ਚੁਣੌਤੀ ਮਿਲੂਗੀ। ਮੁੰਡੇ ਹੋਣਗੇ ਇਕੱਠੇ ਜਾਂ ਕੁਛ ਨਾ ਕੁਛ ਹੋਊਗਾ। ਪਰ ਜੋ ਇੰਪਲੀਮੈਂਟ ਹੋ ਗਿਆ, ਜਦੋਂ ਰੌਲਾ ਬੰਦ ਕਰਨ ਲਈ ਲੋਕਾਂ ਨੇ ਉਹਨਾਂ ਨੇ ਆਰਡਰ ਕਰ ਦਿੱਤੇ ਆ। ਪਰ ਇਹਦੇ ਵਿੱਚ ਕੰਪਨੀਆਂ ਵੀ ਜਿਹੜੀਆਂ, ਉਹਨਾਂ 'ਤੇ ਵੀ ਝਾੜੂ ਫਿਰੂਗਾ। ਜਿਹੜੀ ਕੰਪਨੀਆਂ ਨੇ ਆਪਣੇ ਵੇਚਦੀਆਂ ਸੀ ਬਾਈਕ, ਉਹ ਵੀ ਨਹੀਂ ਵਿਕਣੇ। ਵੱਡੀਆਂ ਕੰਪਨੀਆਂ ਤਾਂ ਪੰਜਾਬ 'ਚ ਬੈਠੀਆਂ ਸੀਗੀਆਂ। ਇੱਕ ਤੁਹਾਨੂੰ ਪਤਾ ਹੁੰਦਾ, ਸਾਡੇ ਦਰਸ਼ਕ ਜਾਣਦੇ ਆ, ਜਿਹੜੀਆਂ ਕੰਪਨੀਆਂ ਬੰਗਲੌਰ, ਕਰਨਾਟਕ, ਮਦਰਾਸ ਬੈਠੀਆਂ, ਲਾਂਚ ਕਿੱਥੋਂ ਕਰਦੀਆਂ? ਪੰਜਾਬ ਤੋਂ। NRI ਵੀਰ ਵੀ ਇੱਥੇ ਪੈਸਾ ਖਰਚ ਦਿੰਦੇ ਆ। NRI ਆਇਆ, ਉਹਦਾ ਬੇਟਾ ਪਾਪਾ ਬੁਲਟ ਲੈ ਦਿਓ, ਹੈ ਨਾ, ਲਓ ਜੀ ਮੁੰਡਿਆ ਲਿਆਏ, ਹੈ ਕਿ ਨਹੀਂ, ਕਿੰਨਾ ਤੇਲ ਪੈਂਦਾ, ਉਹ ਮੈਂ ਤਾਂ ਵੇਖ ਲੂੰਗਾ, ਨਾਲ ਮੋਬਾਈਲ ਵੀ ਦੇ ਦਿਓ। ਹੁਣ ਇਹ ਸਾਰੀਆਂ ਚੀਜ਼ਾਂ ਉਹ ਮੰਗਦੇ। ਵੱਡੀਆਂ ਕੰਪਨੀਆਂ ਨੇ ਜਿਹੜੀ ਇਨਵੈਸਟਮੈਂਟ ਕੀਤੀ ਹੋਈ ਹੈ, ਜਿਹੜੀਆਂ ਬਾਈਕਸ ਬਣੀਆਂ ਹੋਈਆਂ ਸਟੋਰਸ ਦੇ ਵਿੱਚ ਪਈਆਂ ਹੋਈਆਂ, ਕਿਉਂਕਿ 2-2 ਸਾਲ ਦਾ ਕਈ ਵਾਰ ਸਟਾਕ ਤਿਆਰ ਹੁੰਦਾ ਹੈ। ਹੁਣ ਉਹ ਜੇ ਰਜਿਸਟ੍ਰੇਸ਼ਨ ਬੰਦ ਹੋ ਗਈ, ਜੇ ਖੁਦਾ ਨਾ ਖਾਸਤਾ ਪੰਜਾਬ ਦੇ ਵਿੱਚ ਵੀ ਬੰਦ ਹੋ ਗਈ, ਉਹ ਕਿੱਥੇ ਜਾਣਗੇ? ਸਾਰਾ ਸਕ੍ਰੈਪ ਬਣ ਜਾਣਾ। ਉਹੀ ਕਿਹਾ, ਕੰਪਨੀਆਂ ਨੂੰ ਝਾੜੂ ਫਿਰ ਜੂ। ਇਹ ਗੱਲਾਂ ਸੋਚਣ ਵਾਲੀਆਂ ਨੇ। ਇੱਕ ਪਲਾਨ ਚਾਹੀਦੀ ਹੈ ਤਾਂ ਕਿ ਕੰਪਨੀਆਂ ਨੂੰ ਵੀ ਨੁਕਸਾਨ ਨਾ ਹੋਵੇ, ਕਿਉਂਕਿ ਕਈਆਂ ਨੇ ਬੈਂਕਾਂ ਦੇ ਲੋਨਸ ਵੀ ਲਿੱਤੇ ਹੋਣਗੇ। ਜੇ ਕੰਪਨੀਆਂ ਡੁੱਬਦੀਆਂ ਨੇ ਖੁਦਾ ਨਾ ਖਾਸਤਾ, ਤੇ ਉਹ ਬੈਂਕਾਂ ਦੇ ਲੋਨ ਡੁੱਬਦੇ ਨੇ, ਤੇ ਆਮ ਬੰਦੇ ਦੀ ਉਹਦੇ 'ਚ ਦੌਲਤ, ਉਹਦੇ 'ਚ ਪੂੰਜੀ ਹੈਗੀ, ਉਹਦੇ ਉੱਤੇ ਵੈਸੇ ਪਤਾ ਕੀ ਗੱਲ ਹੈ, ਅਸਰ ਪੈ ਸਕਦਾ ਹੈ। ਪਤਾ ਹਾਦਸਿਆਂ ਦਾ ਕਾਰਨ ਵੀ 2 ਵੀਲਰ ਬਹੁਤ ਹੈ। ਜਿੰਨੇ ਹਾਦਸਿਆਂ ਦੇ 2 ਵੀਲਰ ਨਾਲ ਹੁੰਦੇ ਆ। ਜਦੋਂ ਵੱਡੀ ਗੱਡੀ ਚੱਲਦੀ ਹੈ ਨਾ, ਉਹਨੂੰ ਟਾਇਰ ਉਹਦੇ ਵੱਡੇ ਹੁੰਦੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਿੱਥੇ ਡਰਾਈਵਰ ਨੂੰ ਨਹੀਂ ਜੱਜਮੈਂਟ ਨਹੀਂ ਦੀ, ਜੇ ਨਾਲ ਚੱਲ ਰਹੇ ਜੇ ਤੁਸੀਂ, ਉਹਨੂੰ ਨਹੀਂ ਪਤਾ ਲੱਗਦਾ ਕੌਣ। ਕਈ ਵਾਰੀ ਉੱਥੇ ਉਹਦੇ ਟਾਇਰਾਂ ਦੇ ਥੱਲੇ ਮਸਲ ਦਿੰਦੇ ਆ।
ਔਰ ਇਹਦੇ ਨਾਲ ਇੱਕ ਹੈਗਾ ਜਿਹੜੀ ਆਪਾਂ ਅੱਗੇ ਗੱਲ ਕੀਤੀ ਪਾਪੂਲੇਸ਼ਨ ਕਰਕੇ ਹੈਗਾ, ਇੱਥੇ ਤੁਰਨਾ ਮੁਹਾਲ ਹੋ ਰਿਹਾ, ਤੁਰੇ ਜਾਂਦੇ ਨੇ ਤੇ ਗਿੱਟੇ ਤੋੜ ਦਿੰਦੇ ਆ। ਮੋਟਰਸਾਈਕਲ ਵਾਲਾ ਪਿੱਛੋਂ ਆਇਆ, ਹੈ ਹੀ ਹੈ, ਬਜ਼ੁਰਗ ਦੇ ਵਿੱਚ ਲੱਤਾਂ 'ਚ ਮਾਰਿਆ, ਬੰਦਾ ਗੱਲ ਤੇ ਹੀ ਹੈ। ਜੇ ਮੋਬਾਈਲ ਤੁਸੀਂ ਕਰ ਰਹੇ ਜੇ ਤੇ ਜਦੋਂ ਉਹਨਾਂ ਨੇ ਹੱਥ ਪਾਇਆ ਉਹਦੀ ਜੇਬ ਚੋਂ ਕੱਢ ਕੇ ਭੱਜ ਗਏ। ਮੋਟਰਸਾਈਕਲ ਤੇ ਭੱਜਦੇ, ਤੇ ਕਿਤੇ ਵੀ ਹੋ ਸਕਦਾ ਹੈ, ਉੱਤੇ ਈ ਬਾਈਕਸ ਦੇ ਉੱਤੇ ਵੀ ਹੋ ਸਕਦਾ ਹੈ। ਉਹ ਇੱਕ ਵੱਖਰਾ ਵਿਸ਼ਾ ਹੈ ਕਿ ਈ ਬਾਈਕਸ ਦੇ ਉੱਤੇ ਵੀ ਸਨੈਚਿੰਗ ਹੋ ਸਕਦੀ ਹੈ, ਈ ਬਾਈਕਸ ਦੇ ਉੱਤੇ ਵੀ ਐਕਸੀਡੈਂਟ ਹੋ ਸਕਦੇ ਨੇ। ਹਾਂ, ਉਹਨਾਂ ਦੀ ਸਪੀਡ, ਉਹ ਨਹੀਂ ਹੈਗਾ, ਸਪੀਡ ਹੁੰਦੀ ਹੈ ਉਹਨਾਂ ਇੱਕ ਮੇਰੀ ਗੱਲ ਸੁਣੋ, ਤੇ ਮੈਂ ਡਿਫਰੈਂਟ ਹੈ ਤੇ ਇਹ ਕੀ ਹੈਗਾ ਕਿ ਜਿਹੜੀਆਂ ਨਵੀਆਂ ਕੰਪਨੀਆਂ ਈ ਬੈਕ ਦੀਆਂ ਆਉਣਗੀਆਂ, ਜਿਹੜੀਆਂ ਆਹ ਕੰਪਨੀਆਂ ਤੇ ਪਤਾ ਕਿਸ਼ਤਾਂ ਤੇ ਦੇਈ ਜਾਂਦੇ ਆ, ਤੁਸੀਂ ਉੱਥੇ ਡਾਊਨ ਪੇਮੈਂਟ ਕਰੋ 1500 ਰੁਪਏ ਤਾਂ ਗੱਡੀ ਲੈਓ। ਇਹ ਸਾਰਿਆਂ 'ਚ ਹੈਗਾ ਔਰ ਇਹਦਾ ਕਰਕੇ ਹਾਦਸੇ ਹੋ ਰਹੇ ਆ। ਗੱਡੀਆਂ ਦੀ ਅਵੇਲੇਬਿਲਿਟੀ ਜ਼ਿਆਦਾ ਹੈਗਾ, ਜਿਹਨੂੰ ਸਾਈਕਲ ਚਲਾਉਣਾ ਨਹੀਂ ਉਹਦਾ ਤਾਂ ਲੈ ਕੇ ਤੇ ਸਕੂਟਰ ਤੇ ਦੂਜੇ ਮੋਟਰਸਾਈਕਲ ਲੈ ਕੇ ਆ ਜਾਂਦਾ। ਇਹ ਗੱਲਾਂ ਇਸ ਕਰਕੇ ਹੈਗੀਆਂ, ਕੰਪਨੀਆਂ ਪ੍ਰਾਈਵੇਟ ਆ ਗਈਆਂ। ਇਹਦੇ 'ਚ ਇੱਕ ਸੰਤੁਲਨ ਚਾਹੀਦਾ ਹੈ ਆਹ ਕਿ ਸਰਕਾਰ ਕੋਈ ਵੀ ਪਾਲਿਸੀ ਲਵੇ, ਕਿਉਂਕਿ ਮਾਹਿਰ ਇਹ ਮੰਨਦੇ ਨੇ ਕਿ ਇਹ ਨਹੀਂ ਕਿ ਰਾਤੀ ਤੁਸੀਂ ਸੁੱਤੇ ਤੇ ਸਵੇਰੇ ਤੁਸੀਂ ਉੱਠੇ ਤੇ ਇੱਕ ਪਾਲਿਸੀ ਬਣਾ ਕੇ ਤੁਸੀਂ ਕਹਿ ਦਿੱਤਾ ਲਾਗੂ ਕਰ ਦਿਓ। ਉਹ ਸਾਰਾ ਕੁਝ ਸੋਚ ਕੇ ਚੱਲੋ, ਇੱਕ ਸੰਤੁਲਨ ਚਾਹੀਦਾ ਹੈ, ਐਕਸਪਰਟਸ ਇਹ ਮੰਨਦੇ ਨੇ। ਚਲੋ ਹੁਣ ਆਪਾਂ ਚੱਲੀਏ, ਸੰਤੁਲਨ ਸਮੇਂ ਦੇ ਵਿੱਚ ਵੀ ਚਾਹੀਦਾ ਹੈ, ਬਿਲਕੁਲ ਚੱਲਿਆ ਜਾਵੇ। ਬਿਲਕੁਲ। ਤੇ ਸਾਡੇ ਦਰਸ਼ਕ ਸਾਨੂੰ ਇਨਬਾਕਸ ਕਰਨ ਆਪਣੇ ਵਿਚਾਰ, ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰਨ। ਚਲਿਏ ਬਲਕਾਰ ਜੀ। ਹਾਂਜੀ ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਜੀ।